अपना साझा पंजाब टीवी ते दोस्तों तुहाडा स्वागत है। मैं हाँ भुपिंदर सिंह सज्जन। दोस्तों पिछे स्क्रीन ते तुसीं एक वीडियो देख रहे हो। ये वीडियो हैगी है एक नौजवान वरिंदर सिंह उहदा नाम हैगा। उस नौजवान ने बीती कल अमृतपाल सिंह जिहड़े कि वारिस पंजाब दे जथेबंदी दे मुख सेवादार ने उन्हां तो इलावा उन्हां दे होर साथियों के उपर दोष लाए सके कि मैनू उन्हां दे साथियों ने पहला अगवा किया, मैनू गड्डी विच सुट के लै गए, उस तो बाद मेरे नाल बहुत ही ज़्यादा उन्होंने दुर्व्यवहार किया और मेरी उन्होंने बड़ी बेरहमी दे नाल कुटमार भी की है। तुसीं पिछे स्क्रीन ते जिहड़ी वीडियो चलदी है उहदे विच देख सकदे हो कि लत्तां दे उपर, अखां दे उपर ते शरीर दे वख-वख हिस्सिਆਂ ਦੇ ਉੱਪਰ कुटमार ਦੇ निशान बिल्कुल साफ नज़र आ रहे ने। उस तो बाद मामला बहुत ज़्यादा भख गया। मामला भखण तो बाद बहुत ज़्यादा चर्चा हुंदी है तो उस नौजवान के बयानों के आधार के उपर FIR दर्ज हो जाती है। अमृतपाल सिंह तो इलावा उन्होंने होर बहुत सारे साथियों के खिलाफ उन्होंने विचों 2 साथियों को पुलिस ने अरेस्ट कर लिया। उस तो बाद अमृतपाल सिंह होरां ने सवेरे खालसा पंथ नूं एक अपील पाई सी कि साडे नौजवानों के उपर जिहड़े साडे साथी ने जथे दे उन्हां सिंघां दे उपर झूठे मुकदमे दर्ज होने शुरू हो चुके हैं। वध तो वध वड्डी गिणती विच पिंड जल्लू खेड़ा जिहड़ा उन्हां दा पिंड हैगा उत्थे पहुंचण दी किरपालता करो। उत्थे नौजवान पहुंचने शुरू भी हो गए ने। हुण भाई अमृतपाल सिंह होरां दा कहना है कि असीं किसी दे नाल कोई कुटमार नहीं कीती है, साडे नाल सरासर धक्का हो रहा है। इस संबंध में गल करन वास्ते साडे नाल जुड़ चुके ने शेरे पंजाब स्वराज पार्टी के सेवादार सरदार कुलदीप सिंह जी विरक। आपां करदे हां स्वागत ते करदे हां उन्हां दे नाल इस संबंध में चर्चा। जिन्ने भी सज्जन गलबात नूं सुण रहे हो दर्शकों, तुसीं भी जरूर ये सारे कासे बासे बारे अपनी राय दिओ कि तुहानूं लगदा है कि ये सारा कुछ वाजिब है। ਜਦੋਂ ਆਪਾਂ ਇਹ ਗੱਲ ਕਰਦੇ ਆ कि हुकूमतां दे नाल साडी सीधी टक्कर है। सो ਜਦੋਂ हुकूमतां दे नाल सीधी टक्कर होवे तां फिर आपस ਵਿੱਚ इदां ਦੀਆਂ खैबाजियां मिल बैठ के भी ਆਪਾਂ ਕਹਿੰਦੇ कि मसले सुलझाए जा सकते हैं। ਤੁਹਾਡੀ ਇਹ ਸਾਰੇ ਕਾਸੇ ਦੇ ਬਾਬਤ ਕੀ ਰਾਏ ਹੈ? ਕੀ ਤੁਹਾਨੂੰ ਵੀ ਲੱਗਦਾ ਹੈ कि हुकूमतां ਜਾਂ ਏਜੰਸੀਆਂ ही ਇਹ ਸਾਰਾ ਕੁਝ ਕਰਵਾ ਰਹੀਆਂ ਨੇ ਜਾਂ ਜਾਣੇ ਜਾਂ ਅਣਜਾਣੇ ਅਸੀਂ ਆਪਸ ਵਿੱਚ ਹੀ ਆਪ ਸਾਡੀਆਂ ਜਥੇਬੰਦੀਆਂ ਸਾਡੇ ਨੌਜਵਾਨ ਆਗੂ ਆਪਸ ਵਿੱਚ ਆਪਣੀ ਮਰਜ਼ੀ ਦੇ ਨਾਲ ਹੀ ਇੱਕ ਦੂਜੇ ਦੇ ਨਾਲ ਭਿੜ ਰਹੇ ਨੇ? ਤੁਸੀਂ ਵੀ ਜ਼ਰੂਰ ਰਾਏ ਦਿਓ। ਆਪਾਂ ਵਿਰਕ ਸਾਹਿਬ ਦੀ ਰਾਏ ਵੀ ਜਾਣਾਂਗੇ। ਵਿਰਕ ਸਾਹਿਬ ਸਵਾਗਤ ਹੈ ਜੀ ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਰਕ ਸਾਹਿਬ ਚੜ੍ਹਦੀ ਕਲਾ ਚੋ ਜੀ, ਠੀਕ ਠਾਕ ਹੋ ਜੀ? ਚੜ੍ਹਦੀ ਕਲਾ ਸਿੰਘ ਸਾਹਿਬ, ਤੁਸੀਂ ਸੁਣਾਓ? ਬਹੁਤ ਵਧੀਆ ਜੀ, ਕਿਰਪਾ। ਵਿਰਕ ਸਾਹਿਬ ਤੁਸੀਂ ਪਿੱਛੇ ਜੇ ਬਾਹਰਲਾ ਗੇੜਾ ਵੀ ਲਾ ਕੇ ਆਏ ਹੋ, ਵਿਦੇਸ਼ ਵੀ ਗਏ ਸੀਗੇ ਔਰ ਮੈਂ ਵੇਖਦਾ ਕਿ ਜਿਹੜੇ ਵਿਦੇਸ਼ 'ਚ ਹੁੰਦੇ ਆ ਸਾਡੇ ਗੁਰੂ ਪਿਆਰੇ ਸਿੰਘ ਪੰਜਾਬੀ, ਉਹਨਾਂ ਦੀ ਨਿਗਾਹ ਇੱਥੇ ਲੱਗੀ ਹੁੰਦੀ ਹੈ ਭਈ ਉੱਥੇ ਸਾਰਾ ਕੁਝ ਵਧੀਆ ਹੋ ਰਿਹਾ, ਉੱਥੇ ਨੌਜਵਾਨ ਕੁਝ ਚੰਗਾ ਕਰਨਗੇ ਔਰ ਜਿਹੜੇ ਸਾਡੇ ਇੱਥੇ ਵਾਲੇ ਆ ਉਹਨਾਂ ਦੀ ਨਜ਼ਰ ਬਾਹਰ ਹੁੰਦੀ ਹੈ ਕਿ ਬਾਹਰ ਵਾਲੇ ਕੁਝ ਚੰਗਾ ਕਰਨਗੇ, ਇੱਕ ਦੂਜੇ ਵੱਲ ਵੇਖੀ ਜਾਂਦੇ ਹੈਗੇ ਆ। ਪਰ ਇੱਥੇ ਜੋ ਹਾਲਾਤ ਹੈਗੇ ਆ ਤੁਸੀਂ ਵੇਖੋ, ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਆਪਾਂ ਕਹਿੰਦੇ ਕਿ ਹਕੂਮਤ ਦੇ ਨਾਲ ਸਾਡੀ ਲੜਾਈ ਹੈ, ਪਰ ਇੱਥੇ ਜਦੋਂ ਆਪਸ ਵਿੱਚ ਉਲਝਦਿਆਂ ਨੂੰ ਵੇਖਦੇ ਆ ਤਾਂ ਕੀ ਚੱਲਦਾ ਮਨ ਦੇ ਵਿੱਚ ਉਸ ਵੇਲੇ? ਫਿਰ ਕੀ ਸੋਚਦੇ ਹੋ? ਸਿੰਘ ਸਾਹਿਬ ਪਹਿਲਾਂ ਇੱਕ ਸ਼ਾਇਦ ਤੁਹਾਡੇ ਚੈਨਲ ਤੇ ਇੰਟਰਵਿਊ ਹੋਈ ਸੀ ਕਿ ਫੂਕ ਕੇ ਕਦਮ ਰੱਖਣ ਦਾ ਵੇਲਾ ਹੈ ਅਮਰਤਪਾਲ ਸਿੰਘ ਵਾਸਤੇ ਜੀ। ਇੱਕ ਹਿੰਦੁਸਤਾਨ ਦੀ ਸਰਕਾਰ ਦੇ ਨਾਲ ਲੜਾਈ ਹੈ ਜੋ ਇਹ ਕਹਿ ਕੇ ਤੁਰੇ ਸੀਗੇ ਕਿ ਮੈਂ ਆਜ਼ਾਦੀ ਦੀ ਜੰਗ ਲਈ ਆਇਆ ਵਾਂ, ਸਿਰ ਭੇਟ ਕਰਨ ਲਈ ਆਇਆ, ਤੇ ਉਹ ਜਿਹੜੀ ਜੰਗ ਹੈ ਉਹਦੀ ਅਸੂਲ ਨਹੀਂ ਹੈ ਜੋ ਇਹ ਹੋਇਆ। ਇਹ ਬੜੀ ਮੰਦਭਾਗੀ ਘਟਨਾ ਹੋਈ ਹੈ ਜੋ ਇੱਕ ਇਹਨਾਂ ਨੇ ਨੌਜਵਾਨ ਨੂੰ ਇਸ ਤਰ੍ਹਾਂ ਕੁੱਟਮਾਰ ਕੀਤੀ ਹੈ, ਬੇਤਹਾਸ਼ਾ ਕਹਿ ਸਕਦੇ ਆਪਾਂ। ਪਰ ਉਹ ਜੇ ਉਹਨੂੰ ਸਮਝਾਉਣਾ ਅਮਰਤਪਾਲ ਸਿੰਘ ਹੋਰਾਂ ਦੇ ਅੱਜ ਬਿਆਨ ਆ ਰਹੇ ਨੇ, ਉਹ ਕਹਿੰਦੇ ਕਿ ਅਸੀਂ ਕਿਸੇ ਦੇ ਨਾਲ ਕੋਈ ਕੁੱਟਮਾਰ ਨਹੀਂ ਕੀਤੀ ਹੈ, ਕਹਿੰਦੇ ਧੱਕੇ ਨਾਲ ਸਾਡੇ ਨਾਲ ਨਹੀਂ। ਅਮਰਤਪਾਲ ਸਿੰਘ ਦਾ ਮੈਂ ਸਟੇਟਮੈਂਟ ਸੁਣੀ ਹੈ। ਅਮਰਤਪਾਲ ਸਿੰਘ ਕਹਿ ਰਹੇ ਆ ਕਿ ਹੋ ਸਕਦਾ ਕਿਸੇ ਨੇ ਸੌਦਾ ਲਾਤਾ ਹੋਵੇ, ਮੇਰੇ ਜਿਹੜੇ ਮੈਨੂੰ ਚਾਹਣ ਵਾਲਿਆਂ ਨੇ ਕਿਸੇ ਨੇ ਸੌਦਾ ਲਾਤਾ ਹੋਵੇ, ਉਹ ਇਦਾਂ ਦੀ ਗੋਲਮੋਲ ਗੱਲ ਕਰ ਰਹੇ ਸੀ। ਪਰ ਦੇਖੋ, ਅਸਲੀਅਤ ਨੂੰ ਛੁਪਾਉਣਾ ਕਿਸੇ ਯੋਧੇ ਦਾ ਕੰਮ ਨਹੀਂ ਹੈ। ਪਹਿਲੀ ਗੱਲ ਤਾਂ ਮੈਂ ਵਾਰ-ਵਾਰ ਉਹਨਾਂ ਦੀਆਂ ਜਿੰਨੀਆਂ ਪਿੱਛੇ ਉਹਨਾਂ ਨੇ ਛੋਟੀਆਂ-ਮੋਟੀਆਂ ਗਲਤੀਆਂ ਕੀਤੀਆਂ, ਚਾਹੇ ਸਾਈਆਂ ਦੇ ਬਾਰੇ ਸੀਗੀ, ਚਾਹੇ ਕਿਸੇ ਪਹਿਰਾਵੇ ਨੂੰ ਲੈ ਕੇ ਸੀਗੀ, ਚਾਹੇ ਪੜ੍ਹੇ ਲਿਖੇ ਲੋਕਾਂ ਬਾਰੇ ਸੀਗੀ, ਜਾਂ ਇਸ ਤਰ੍ਹਾਂ ਆਪਣੇ ਜਥੇਬੰਦੀਆਂ ਦੇ ਨਾਲ ਟਕਰਾਓ ਦੀ ਸਥਿਤੀ ਦੀ, ਮੈਂ ਹਰ ਗੱਲ ਦੇ ਉੱਤੇ ਆਪਣੀ ਦਲੀਲ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਇਹਨਾਂ ਤੋਂ ਬਚ ਕੇ ਰਹਿਣ, ਕਿ ਅਸੀਂ ਇਹ ਸਾਰਾ ਸੰਘਰਸ਼ ਦੇਖਿਆ, ਹੰਡਾਇਆ ਔਰ ਅਸੀਂ ਬੜੀ ਬੁਰੀ ਤਰ੍ਹਾਂ ਹਾਰੇ ਆ। ਉਹ ਹਾਰਾਂ ਦੇ ਕਾਰਨ ਵੀ ਮੈਂ ਗਿਣਾਏ ਸੀ ਕਿ 84 ਦੀ ਜੰਗ ਅਸੀਂ ਕਿੱਦਾਂ ਹਾਰੇ, ਸਿੱਖ ਕੌਮ ਦੇ ਵਿੱਚ ਫੁੱਟ ਕਿੱਦਾਂ ਪਈ, ਇਹ ਬਲੂ ਸਟਾਰ ਕਿਉਂ ਹੋਇਆ, ਇਹ ਸਾਰਾ ਕੁਝ ਮੈਂ ਜ਼ਿਕਰ ਕਰ ਚੁੱਕਿਆ ਆਲਰੇਡੀ। ਇਹ ਜੋ ਘਟਨਾ ਹੋਈ ਹੈ, ਦੇਖੋ, ਜੇ ਤੁਸੀਂ ਦਿੱਲੀ ਜਾਣਾ ਹੈ ਨਾ ਤਾਂ ਰਸਤੇ 'ਚ ਬੜੇ ਕੁੱਤੇ ਭੌਂਕਣ ਵਾਲੇ ਸਰਕਾਰ ਛੱਡੇਗੀ, ਬਹੁਤ ਰੋੜੇ ਅਟਕਾਏਗੀ। ਜੇ ਤੁਸੀਂ ਉਹਨਾਂ ਨਾਲ ਉਲਝ ਗਏ ਤਾਂ ਦਿੱਲੀ ਨਹੀਂ ਪਹੁੰਚ ਸਕਦੇ। ਇਹੀ ਟ੍ਰੈਜਡੀ ਸਾਡੇ ਨਾਲ ਹੋਈ ਹੈ ਕਿ ਅਸੀਂ ਬਲੂ ਸਟਾਰ ਤੋਂ ਪਹਿਲਾਂ ਹੀ ਅਸੀਂ ਆਪਸ ਵਿੱਚ ਉਲਝ ਗਏ।
ਸ਼੍ਰੋਮਣੀ ਕਮੇਟੀ ਨਾਲ, ਸ਼੍ਰੋਮਣੀ ਅਕਾਲੀ ਦਲ ਨਾਲ, ਬੱਬਰਾਂ ਨਾਲ, ਟਕਸਾਲ ਫੈਡਰੇਸ਼ਨ ਸੰਤ ਇੱਕ ਪਾਸੇ ਹੋ ਗਏ ਤੇ ਬੱਬਰ ਤੇ ਅਕਾਲੀ ਤੇ ਯੂਥ ਵਿੰਗ ਇੱਕ ਪਾਸੇ ਹੋ ਗਿਆ ਜੀ। ਇਹ ਚੀਜ਼ ਦਾ ਕਰਾਇਆ ਸਰਕਾਰ ਨੇ, ਸਾਰਾ ਕੁਝ ਏਜੰਸੀਆਂ ਨੇ ਕਰਾਇਆ, ਪਰ ਅਸੀਂ ਉਹਨਾਂ ਏਜੰਸੀਆਂ ਦੇ ਬੜੇ ਆਸਾਨੀ ਨਾਲ ਜਾਲ 'ਚ ਫਸਦੇ ਗਏ ਜੀ। ਸਾਡੇ ਵਿੱਚ ਉਸ ਟਾਈਮ ਵੀ ਬੜੇ ਇਹੋ ਜਿਹੇ ਕਾਲੇ ਸੁਭਾਅ ਦੇ ਸੀਗੇ ਬੰਦੇ, ਜਿਹੜੇ ਕੇਵਲ ਜਿਨ੍ਹਾਂ ਦੇ ਪੱਲੇ ਜੋਸ਼ ਹੀ ਹੁੰਦਾ ਹੈ, ਗੋਲੀ ਨਾਲ ਗੱਲ ਕਰਦੇ ਆ, ਤੇ ਉਹਨਾਂ ਕਰਕੇ ਅਸੀਂ ਸਾਰੇ ਮਾਰ ਖਾ ਗਏ। ਜਦੋਂ ਕਿ ਅਸੀਂ ਇਸ ਚੀਜ਼ ਦੇ ਬੜੇ ਖਿਲਾਫ ਸੀ, ਸੰਤ ਵੀ ਖਿਲਾਫ ਸੀ ਕਿ ਸਾਨੂੰ ਅਕਾਲੀਆਂ ਦੇ ਨਾਲ ਬਿਲਕੁਲ ਕੋਈ ਗੈਰ ਵਿਰੋਧ ਵਾਲੀ ਗੱਲ ਨਹੀਂ ਕਰਨੀ ਚਾਹੀਦੀ ਜਦ ਤੱਕ ਧਰਮ ਯੁੱਧ ਮੋਰਚਾ ਚੱਲ ਰਿਹਾ, ਪਰ ਨਹੀਂ ਮੰਨੀ ਗਈ। ਉਹਨਾਂ ਨੇ ਆਪ ਉਧਰਾਪਨ ਕੀਤਾ ਤੇ ਇੱਥੇ ਅਸੀਂ ਅੱਜ ਹੰਡਾਇਆ ਸੰਤਾਪ, ਪਰਿਵਾਰਾਂ ਦੇ ਪਰਿਵਾਰ ਤਬਾਹ ਹੋ ਗਏ। ਸਾਡੇ ਕੋਈ ਥੋੜਾ ਨੁਕਸਾਨ ਨਹੀਂ ਹੋਇਆ, ਗਿਣਤੀ ਹੀ ਨਹੀਂ ਕੀਤੀ ਗਈ ਸਿੱਖ ਕੌਮ ਕੋਲੋਂ। ਤਾਂ ਬਦਕਿਸਮਤੀ ਦੀ ਇਹ ਗੱਲ ਹੈ ਕਿ ਭਾਈ ਜਸਵੰਤ ਸਿੰਘ ਖਾਲੜਾ ਦੇ ਅਥਾਹ ਮਿਹਨਤ ਤੋਂ ਬਾਅਦ ਵੀ ਅਸੀਂ ਆਪਣਾ ਇੱਕ ਡਾਕੂਮੈਂਟ ਹੀ ਤਿਆਰ ਨਹੀਂ ਕਰ ਸਕੇ ਕਿ ਕਿੰਨੇ ਸਿੰਘ ਟੋਟਲ ਸ਼ਹੀਦ ਹੋਏ ਆ। ਤੇ ਲਵਾਰਸ, ਅਸੀਂ ਲਵਾਰਸ ਲਾਸ਼ਾਂ ਦੀ ਗੱਲ ਕਰ ਦਿੰਦੇ ਹਾਂ, ਪਰ ਅਸੀਂ ਇੱਕ ਅੱਜ ਦੇ ਯੁੱਗ ਵਿੱਚ ਵੀ ਇੱਕ ਡਾਕੂਮੈਂਟਰੀ ਤਿਆਰ ਨਹੀਂ ਕਰ ਸਕੇ ਕੋਈ ਵੀ ਅਸੀਂ ਕਿੰਨੇ ਟੋਟਲ ਸਾਡਾ ਕੀ ਨੁਕਸਾਨ ਹੋਇਆ, ਜਦੋਂ ਕਿ ਹਰ ਜੰਗ ਤੋਂ ਬਾਅਦ ਕੌਮਾਂ ਜਿਹੜੀਆਂ ਨੇ ਲੇਖਾ ਜੋਖਾ ਕਰਦੀਆਂ ਨੇ ਕਿ ਕੀ ਹੋਇਆ ਕੀ ਪਾਇਆ ਜੀ। ਸਾਡਾ ਨਹੀਂ ਹੋਇਆ। ਹੁਣ ਗੱਲ ਅਮਰਤਪਾਲ ਸਿੰਘ ਦੀ ਇਸ ਜੋ ਇਹ ਕੱਲ ਇਹਨਾਂ ਨੇ ਕੀਤਾ ਹੈ, ਠੀਕ ਹੈ, ਉਹਦੇ ਮੈਂ ਨਹੀਂ ਉਹਦੀ ਕੋਈ ਆਪਣੀ ਪੜ੍ਹੀ ਕਿ ਉਹਨੇ ਕੀ ਟਿੱਪਣੀ ਕੀਤੀ, ਕੀ ਉਹਨੇ ਕੋਈ YouTube ਤੇ ਅਮਰਤਪਾਲ ਸਿੰਘ ਦੇ ਖਿਲਾਫ ਪਾਇਆ, ਜਾਂ ਇਹਨੇ ਅਮਰਤਪਾਲ ਸਿੰਘ ਕਹਿ ਰਹੇ ਸੀ ਮੇਰੇ ਪਰਿਵਾਰ ਦੇ ਖਿਲਾਫ, ਮੇਰੀ ਸਿੰਘਣੀ ਦੇ ਖਿਲਾਫ ਵੀ ਉਹਨੇ ਭੱਦੀ ਸ਼ਬਦਾਵਲੀ ਵਰਤੀ ਹੈ ਜੀ। ਦੇਖੋ, ਜਦੋਂ 84 ਦੀ ਮੂਵਮੈਂਟ ਨੂੰ ਫੇਲ ਕਰ ਲਈ ਨਾ, ਤੇ ਉਸ ਤੋਂ ਬਾਅਦ ਜਿਹੜੀ ਜੰਗ ਚੱਲੀ ਹੈ ਸਾਡੀ ਖਾੜਕੂ ਲਹਿਰ, ਉਹਨੂੰ ਫੇਲ ਕਰਨ ਲਈ ਕਦੇ ਪਨਿਆਰੇ ਵਾਲਾ, ਕਦੇ ਸਰਸੇ ਵਾਲਾ, ਕਦੇ ਬਿਆਸ ਵਾਲਾ, ਕਦੇ ਆਸ਼ੂਤੋਸ਼, ਕਦੇ ਦੂਜੇ, ਇਹ ਸਰਕਾਰਾਂ ਬਹੁਤ ਪੈਦਾ ਕਰਦੀਆਂ ਹੋਈਆਂ ਜੀ। ਜੇ ਕੋਈ ਏਜੰਸੀ ਦਾ ਬੰਦਾ ਭੌਂਕ ਰਿਹਾ, ਕੋਈ ਬਕਵਾਸ ਕਰ ਰਿਹਾ, ਤਾਂ ਇਗਨੋਰ ਕਰਨਾ ਬਣਦਾ ਨਾ। ਦੂਸਰੀ ਗੱਲ ਇਹ ਸੀ ਕਿ ਜੇ ਉਹ ਪਤਾ ਲੱਗ ਗਿਆ ਵੀ ਉਹ ਟਕਸਾਲ ਦਾ ਬੰਦਾ ਹੈ, ਆਪਣਾ ਅਜਨਾਲਾ ਸਾਹਿਬ ਦਾ ਬੰਦਾ ਹੈ, ਅਜਨਾਲਾ ਸਾਹਿਬ ਨੂੰ ਉਲਾਂਭਾ ਦੇਣਾ ਚਾਹੀਦਾ ਸੀ ਕਿ ਆਹ ਬੰਦੇ ਨੂੰ ਰੋਕੋ, ਇਹ ਗਲਤ ਕੰਮ ਕਰ ਰਿਹਾ। ਜੇ ਉਹ ਕਹਿੰਦੇ ਕਿ ਮੇਰੇ ਵੱਸ ਤੋਂ ਬਾਹਰ ਹੈ, ਫਿਰ ਉਹ ਬੰਦੇ ਨੂੰ ਕੋਈ ਦੋ ਬੰਦੇ ਜਾ ਕੇ ਸਮਝਾ ਸਕਦੇ ਆ ਕਾਕਾ ਏਦਾਂ ਨਹੀਂ ਕਰਨਾ, ਤੂੰ ਇਹ ਜੋ ਬਕਵਾਸ ਬੰਦ ਕਰ ਦੇ। ਜਿਹੜਾ ਕੁੱਟਮਾਰ ਤੱਕ ਇਸ ਤਰ੍ਹਾਂ ਚੁੱਕ ਕੇ ਕਿਡਨੈਪ ਕਰਕੇ ਲਿਜਾ ਕੇ ਉਹਨੂੰ ਕੁੱਟਣਾ ਮਾਰਨਾ, ਕੌਣ ਨੇ ਗੌਰ ਦੋਜ? ਮੈਂ ਨਹੀਂ ਕਹਿੰਦਾ ਕਿ ਅਮਰਤਪਾਲ ਉਹ ਨਾਮ ਲੈ ਰਿਹਾ ਸ਼ਰੇਆਮ ਕਿ ਅਮਰਤਪਾਲ ਕੋਲ ਚੱਕ ਕੇ ਲਗਾਇਆ ਤੇ ਅਮਰਤਪਾਲ ਨੇ ਮੈਨੂੰ ਫਤਿਹ ਦਾ ਜਵਾਬ ਵੀ ਨਹੀਂ ਦਿੱਤਾ ਔਰ ਮੈਨੂੰ ਕੁੱਟਣਾ ਸ਼ੁਰੂ ਕਰਤਾ, ਮਾਵਾਂ ਭੈਣਾਂ ਦੀਆਂ ਗਾਲਾਂ ਕੱਢਣੀਆਂ ਸ਼ੁਰੂ ਕਰ ਮੁੱਕਰਿਆ, ਕੋਈ ਗੱਲ ਨਹੀਂ ਬਣਨੀ। ਮੈਂ ਪਹਿਲੀ ਗੱਲ ਦੱਸ ਦੇਣਾ ਚਾਹੁੰਦਾ ਭਾਈ ਅਮਰਤਪਾਲ ਸਿੰਘ ਨੂੰ, ਅਜੇ ਬੱਚਾ ਹੈ, ਅਜੇ ਇਹਨੂੰ ਪਤਾ ਨਹੀਂ, ਇਹਨੇ ਕੁਝ ਵੀ ਨਹੀਂ ਦੇਖਿਆ। ਹੁਣ ਜਦੋਂ ਇੱਥੇ 2-3 ਕੇਸ ਪਹਿਲਾਂ ਪੈਂਦੇ FIR ਦਰਜ ਨਹੀਂ ਹੋਈ, ਕੋਸ਼ਿਸ਼ ਹੋਈ, ਸਾਈਆਂ ਨੇ ਵੀ ਕੀਤੀ, ਹਿੰਦੂਆਂ ਨੇ ਵੀ ਕੀਤੀ, ਜਦੋਂ ਇਹ ਦੇਵੀ ਹੈ, ਦੇਵੀ ਬਾਰੇ ਕੋਈ ਸ਼ਬਦ ਵਰਤੇ, ਮੇਰੀਆਂ ਵੀ ਬਾਵਾਂ ਨਹੀਂ, ਤਾਂ ਪਹਿਲਾਂ ਸਾਈਆਂ ਬਾਰੇ ਵਰਤੇ, ਉਹ ਪਰਚਾ ਇੱਥੇ ਨਹੀਂ ਦਰਜ ਹੋਇਆ। ਉਹਦਾ ਇਹਦੇ ਨਾਲ ਇਹ ਨਹੀਂ ਹੈ ਕਿ ਦਿਮਾਗ ਖਰਾਬ ਹੋ ਜਾਵੇ, ਉਸ ਤੋਂ ਬਾਅਦ ਬਲਕਿ ਸਬਕ ਸਿੱਖਣਾ ਚਾਹੀਦਾ ਸੀ ਕਿ ਮੈਂ ਕੋਈ ਐਸੀ ਹਰਕਤ ਨਾ ਕਰਾਂ ਕਿ ਮੇਰੇ ਕੋਈ ਏਦਾਂ ਦੀ ਕੋਈ ਗੱਲ ਹੋਵੇ। ਦੇਖੋ, ਪਰਚਾ ਦਰਜ ਹੋਵੇ ਯੋਧਿਆਂ ਵਾਲਾ, ਆਜ਼ਾਦੀ ਦਾ, ਬਗਾਵਤ ਦਾ ਪਰਚਾ ਦਰਜ ਹੋਵੇ ਵੀ ਖਾਲਿਸਤਾਨ ਮੰਗਦਾ ਹੈ ਜਾਂ ਇਹ ਗਵਰਨਮੈਂਟ ਦੇ ਖਿਲਾਫ ਕੋਈ ਬਗਾਵਤ ਕਰਨੀ ਚਾਹੁੰਦਾ, ਤਾਂ ਬੜੀ ਖੁਸ਼ੀ ਦੀ ਗੱਲ ਹੈ, ਉਹਦੇ 'ਚ ਇੱਜ਼ਤ ਬਣੇਗੀ ਕੌਮ ਦੀ ਵੀ, ਇਹਦੀ ਵੀ। ਜੇ ਏਦਾਂ ਦੇ ਪਰਚੇ ਦਰਜ ਹੋਵੇ, ਇੱਕ ਗੁਰਸਿੱਖ, ਉਹਦਾ ਪਹਿਰਾਵਾ ਤਾਂ ਸਿੱਖਾਂ ਵਾਲਾ ਨਾ, ਅੰਮ੍ਰਿਤਧਾਰੀ ਸਿੱਖ ਹੈ, ਉਹ ਜੋ ਮਰਜ਼ੀ ਹੈ, ਚਾਹੇ ਉਹ ਸਰਕਾਰੀ ਹੈ, ਏਜੰਸੀਆਂ ਦਾ ਬੰਦਾ ਹੈ, ਇਹ ਕਰਾਉਂਦੀਆਂ ਤਾਂ ਏਜੰਸੀਆਂ ਇਹਦੇ ਵਿੱਚ, ਨੋ ਡਾਊਟ। ਇਹ ਸਾਰਾ ਕੁਝ ਜੋ ਕੁਝ ਪੈ ਰਿਹਾ ਫੇਸਬੁੱਕ ਤੇ, YouTube ਤੇ, ਇਹਦੇ ਖਿਲਾਫ ਜਾਂ ਇਹਨਾਂ ਨੂੰ ਭੜਕਾਇਆ ਜਾਂਦਾ, ਫਿਰ ਇਹ ਪਾਉਂਦੇ ਆ। ਇੱਥੇ ਦੇਖੋ, ਅਮਰਤਪਾਲ ਸਿੰਘ ਨੂੰ ਮੈਂ ਇਹ ਵੀ ਗੱਲ ਮੈਂ ਪੁੱਛਣੀ ਚਾਹੁੰਦਾ ਕਿ ਅਮਰਤਪਾਲ ਸਿੰਘ ਦੇ ਜਿਹੜੇ ਸਪੋਰਟਰ ਹੈ, ਜੋ ਸੋਸ਼ਲ ਮੀਡੀਆ ਤੇ ਐਕਟਿਵ ਹੈ, ਉਹ ਇੰਨੀਆਂ ਗੰਦੀਆਂ ਗਾਲਾਂ ਕੱਢਦੇ ਆ, ਉਹ ਵੀ ਇੰਨਾ ਕੁਝ ਲਿਖਦੇ ਆ, ਕਦੇ ਅਮਰਤਪਾਲ ਦਾ ਜਵਾਬ ਨਹੀਂ ਆਇਆ ਕਿ ਤੁਸੀਂ ਇਹ ਸ਼ਬਦਾਵਲੀ ਬੰਦ ਕਰ ਦਿਓ। ਕਿ ਮੇਰਾ ਕੋਈ ਸਪੋਰਟਰ ਜਿਹੜਾ ਉਹ ਕਦੇ ਗੰਦਾ ਸ਼ਬਦ ਨਹੀਂ ਯੂਜ਼ ਕਰੇਗਾ ਕਿਸੇ ਦੇ ਖਿਲਾਫ, ਕਿਸੇ ਦੀ ਇੱਜ਼ਤ ਦੇ ਖਿਲਾਫ, ਕਿਸੇ ਧਰਮ ਦੇ ਖਿਲਾਫ, ਕਿਸੇ ਚਾਹੇ ਹਿੰਦੂ ਹੈ ਚਾਹੇ ਕੋਈ ਹੈ, ਤੇ ਆਪਣਾ ਦੁਸ਼ਮਣ ਵੀ ਹੈ। ਦੁਸ਼ਮਣ ਨਾਲ ਇਹ ਨਹੀਂ ਆ ਵੀ ਉਹਨੂੰ ਗਾਲਾਂ ਕੱਢੋ, ਦੁਸ਼ਮਣ ਨੂੰ ਗਾਲਾਂ ਨਹੀਂ ਕੱਢੀਆਂ ਜਾਂਦੀਆਂ, ਦੁਸ਼ਮਣ ਨਾਲ ਲੜਿਆ ਜਾਂਦਾ ਮੈਦਾਨੇ ਜੰਗ 'ਚ। ਗਾਲਾਂ ਕੱਢਣਾ ਤਾਂ ਜਨਾਨੀਆਂ ਦਾ ਕੰਮ ਹੁੰਦਾ ਨਾ, ਉਹ ਵੀ ਇਹਨੇ ਨਹੀਂ ਰੋਕਿਆ, ਤੇ ਉਸੇ ਦਾ ਪ੍ਰਤੀਕਰਮ ਕਹਿ ਲਈਏ ਜਾਂ ਏਜੰਸੀਆਂ ਨੇ ਇਹਨੂੰ ਭੜਕਾਉਣ ਵਾਸਤੇ ਉਹ ਬੰਦੇ ਦੀ ਡਿਊਟੀ ਲਾਈ ਹੈ, ਤੇ ਇਹ ਕੁਝ ਹੋਇਆ। ਹੁਣ ਇੱਥੇ ਕੀ ਬਣਦਾ ਸੀ ਜੋ ਅੱਜ ਮੈਂ ਅਮਰਤਪਾਲ ਦੀ ਅੱਜ ਉਹ ਤੀਜੇ ਦਿਨ ਬਾਅਦ ਸਾਹਮਣੇ ਆਇਆ ਕੈਮਰੇ ਦੇ, ਜਦੋਂ ਪਰਚਾ ਦਰਜ ਹੋਇਆ ਸੀ, ਜੇ ਉਹਦੇ ਨਾਲ ਕੋਈ ਮੈਚੁਰ ਬੰਦੇ ਹੁੰਦੇ, ਸਮਝਾਉਣ ਵਾਲੇ ਬੰਦੇ ਹੁੰਦੇ ਕਿ ਪਰਚਾ ਦਰਜ ਹੋ ਗਿਆ, ਅਸੀਂ ਕੁੱਟ ਲਿਆ, ਮਾਰ ਲਿਆ, ਜਿਨ੍ਹਾਂ ਨੇ ਕੁੱਟਿਆ ਮਾਰਿਆ ਸੀ ਉਹੀ ਆ ਕੇ ਅਮਰਤਪਾਲ ਨੂੰ ਦੱਸ ਦਿੰਦੇ, ਹੋ ਸਕਦਾ ਇਹਨੂੰ ਨਾ ਪਤਾ ਹੋਵੇ। ਦੱਸਣ ਤੋਂ ਬਾਅਦ ਇਹਦਾ ਫਰਜ਼ ਸੀਗਾ ਕਿ ਜਿਹੜਾ ਪੀੜਤ ਹੈ ਉਹਨੂੰ ਮਿਲਦੇ, ਭਾਈ ਤੂੰ ਗਲਤੀ ਕੀਤੀ ਸੀ, ਮੇਰੇ ਬੰਦਿਆਂ ਨੇ ਤੇਰੇ ਤੇ ਹੱਥ ਚੱਕ ਲਿਆ, ਤੇ ਸੁਲਹ ਸਫਾਈ ਦੀ ਗੱਲ ਕਰਦੇ ਵੀ ਅੱਗੇ ਵਾਸਤੇ ਨਾ ਤੂੰ ਗਲਤੀ ਕਰੀ ਨਾ ਇਹ ਗਲਤੀ ਕਰ। ਜਿਵੇਂ ਪੰਚਾਇਤਾਂ ਕਰਦੀਆਂ ਨੇ ਕਿ
ਦੋ ਧੜੇ ਲੜ ਪਏ, ਹੋਈ ਤਾਂ ਹੱਥੋਂ ਪਾਈ ਹੈ ਨਾ, ਕੁੱਟਮਾਰੀ ਹੈ, ਕੋਈ ਉਹਦੇ ਵਿੱਚ ਕੋਈ ਨਾ 23-24 ਵੀ ਨਹੀਂ ਬਣਦੀ, 25-26 ਨਹੀਂ ਬਣਦੀ, ਕੁਝ ਵੀ ਨਹੀਂ ਬਣਦਾ, ਕੁੱਟਮਾਰ ਹੈ। ਉਹਦੇ ਤੇ ਇਹਦਾ ਇਹ ਫਰਜ਼ ਸੀਗਾ ਕਿ ਇਹਨਾਂ ਨੂੰ ਝੂਠੇ ਸੱਚੇ ਅਜਨਾਲਾ ਸਾਹਿਬ ਕੋਲ ਵੀ ਜਾਣਾ ਪੈਂਦਾ ਵੀ ਮੁੰਡਿਆਂ ਨੇ ਗਲਤੀ ਕਰ ਲਈ, ਇਹਨੂੰ ਕੁੱਟ ਲਿਆ, ਵੀ ਇਹਨੇ ਆਹ ਗਲਤੀਆਂ ਕੀਤੀਆਂ ਸੀ, ਆਹ ਮੁੰਡੇ ਬੈਠੇ ਨੇ, ਉਹਨਾਂ ਨੂੰ ਬੰਦਾ ਆਪ ਵੀ ਝਿੜਕ ਦਿੰਦਾ ਵੀ ਤੁਸੀਂ ਇਸ ਤਰ੍ਹਾਂ ਨਹੀਂ ਸੀ ਕਰਨਾ, ਉਹ ਇਹਨੇ ਨਹੀਂ ਕੀਤਾ। ਸੈਕਿੰਡ ਤੇ 2 ਦਿਨ ਬਿਲਕੁਲ ਖਾਮੋਸ਼ ਰਹਿਣਾ, ਪਰਚਾ ਦਰਜ ਹੋ ਗਿਆ, ਪੁਲਿਸ ਦੀ ਰੇਡ ਹੋ ਗਈ, ਬੰਦੇ ਫੜੇ ਗਏ, ਅੱਜ ਬੋਲ ਰਿਹਾ। ਦੂਜਾ ਕੰਮ ਇਹ ਸੀ ਕਿ ਜੇ ਇੰਨੀ ਆਕੜ ਹੈਂਕੜ ਹੋਵੇ ਕਿ ਮੈਂ ਜੋ ਕਰਤਾ ਮੈਂ ਨਹੀਂ, ਇਹ ਵੀ ਕੰਮ ਨਹੀਂ ਸੀ ਕਰਨਾ, ਮੈਂ ਨਹੀਂ ਕਹਿੰਦੀ ਬੁਝਦਲੀ ਨਹੀਂ ਹੈ, ਇਹ ਭਰਾਵਾਂ ਨੂੰ ਜੰਗ ਤੋਂ ਬਚਣ ਦਾ ਇੱਕ ਰਸਤਾ ਮੈਂ ਪਹਿਲਾਂ ਦੱਸ ਰਿਹਾ। ਦੂਜਾ ਰਸਤਾ ਇਹ ਹੈ ਕਿ ਚਲੋ ਜੇ ਤੁਹਾਡੇ ਤੇ ਇੰਨੀ ਜ਼ਿਆਦਾ ਕਿ ਮੈਂ ਕੁੱਟਤਾ ਤਾਂ ਫਿਰ ਦੂਜਾ ਸੀਗਾ ਕਿ ਆਪ ਪੁਲਿਸ ਕੋਲੋਂ ਬੰਦੇ ਲੈ ਕੇ ਜਾਂਦਾ ਕਿ ਆਹ ਮੇਰੇ ਬੰਦਿਆਂ ਨੇ ਉਹਨੂੰ ਕੁੱਟਿਆ, ਇਹਨਾਂ ਦੀ ਅਰੈਸਟ ਪਾਓ ਤੇ ਉਹਨਾਂ ਦੀ ਬੇਲ ਕਰਾਉਂਦੇ, ਕੇਸ ਚੱਲਦਾ, 35-40 ਬੰਦਿਆਂ ਦੇ ਉਹ ਨਾਮ ਲਿਖਾ ਰਿਹਾ, 35-40 ਬੰਦਿਆਂ ਤੇ 57 ਦਾ ਪਰਚਾ ਦਰਜ ਹੋ ਜਾਏਗਾ, ਕੀ ਹੋਏਗਾ? ਕੁਝ ਵੀ ਨਹੀਂ, ਨਥਿੰਗ। ਭੱਜਣਾ, ਲੁਕਣਾ ਜਾਂ ਧਮਕੀਆਂ ਦੇਣੀਆਂ ਕਿ ਅਸੀਂ ਦੇਖ ਲਾਂਗੇ, ਅਸੀਂ ਆਹ ਕਰ ਦਾਂਗੇ, ਅਸੀਂ ਘਰਾਓ ਕਰ ਲਾਂਗੇ, ਇਹਦੇ ਨਾਲ ਇੱਜ਼ਤ ਨਹੀਂ ਬਣਨੀ ਹੈ, ਤੁਹਾਡੀ ਮੂਵਮੈਂਟ ਫੇਲ ਹੋ ਜਾਏਗੀ। ਜੀ। ਦੂਸਰੀ ਗੱਲ ਇਹ ਹੈ, ਪੰਜਾਬ ਪੁਲਿਸ ਤੇ ਇਲਜ਼ਾਮ ਲਾ ਰਿਹਾ ਹੈ ਅੰਮ੍ਰਿਤਪਾਲ ਜੀ, ਇਹ ਅਸੀਂ ਵੀ ਭੁਗਤਿਆ। ਪੰਜਾਬ ਪੁਲਿਸ ਕੌਣ ਹੈ? ਸਾਡੀ ਹੈ, ਸਾਡੇ ਭਰਾ ਨੇ, ਕੋਈ ਕਿਸੇ ਦਾ ਚਾਚਾ ਹੈ, ਕਿਸੇ ਦਾ ਭਤੀਜਾ ਹੈ, ਕਿਸੇ ਦਾ ਗੁਆਂਢੀ ਹੈ, ਕਿਸੇ ਦਾ ਆਪਣੇ ਹੀ ਨੇ ਨਾ, ਬਗਾਨਾ ਕਿਹੜਾ ਹੈ? ਪੰਜਾਬ ਪੁਲਿਸ ਚ ਅਸੀਂ ਆਪਣੇ ਮੁੰਡੇ ਨੂੰ ਭਰਤੀ ਕਰਾਉਣ ਲਈ ਕਿੰਨੀ ਵਾਰ ਲਾਉਂਦੇ ਆ, ਕੋਈ ਇਸ ਲਈ ਨਹੀਂ ਲਾਉਂਦਾ ਕਿ ਉਹ ਜਾ ਕੇ ਆਪਣੇ ਮੁੰਡਿਆਂ ਤੇ ਝੂਠੇ ਪਰਚੇ ਦਰਜ ਕਰੇ। ਬਿਲਕੁਲ ਕੋਈ ਝੂਠਾ ਪਰਚਾ ਦਰਜ ਨਹੀਂ ਕਰਦੀ ਹੁੰਦੀ। ਮੈਂ 38 ਸਾਲ ਇਸ ਸੰਘਰਸ਼ ਆਇਆ, ਅੱਜ ਵੀ ਹੰਡਾ ਰਿਹਾ, ਅੱਜ ਵੀ ਮੈਂ ਜ਼ਮਾਨਤ ਤੇ ਹਾਂ। ਪਰ ਚੱਕਰ ਇਹ ਹੈ ਕਿ ਕੋਈ ਇਨਵੋਲਵਮੈਂਟ ਹੁੰਦੀ ਹੈ ਤਾਂ ਉਹ ਤਾਂ ਬੰਦਾ ਵਿੱਚ ਆਉਂਦਾ, ਕੁਛ ਨਾ ਕੁਛ ਆਟੇ ਚ ਘੁਣ ਜ਼ਰੂਰ ਪੀਸਿਆ ਜਾਂਦਾ, ਕੋਈ ਬੇਗੁਨਾਹ ਵੀ ਮਾਰਿਆ ਜਾਂਦਾ ਵਿੱਚ, ਜਦੋਂ ਐਡੀ ਵੱਡੀ ਲੜਾਈ ਜੰਗ ਚੱਲਦੀ ਹੋਵੇ ਨਾ, ਤੇ ਇਸ ਤਰ੍ਹਾਂ ਹੋਵੇ ਕਹਾਣ ਤਾਂ ਵਿੱਚ ਏਜੰਸੀਆਂ ਵੀ ਕਰ ਜਾਂਦੀਆਂ। ਪਰ ਪੰਜਾਬ ਪੁਲਿਸ ਦੇ ਖਿਲਾਫ ਬੋਲਣਾ, ਪੰਜਾਬ ਪੁਲਿਸ ਨੂੰ ਦੁਸ਼ਮਣ ਬਣਾਉਣਾ, ਇਹ ਇੱਕ ਬੜੀ ਬੇਸਮਝੀ ਵਾਲੀ ਗੱਲ ਹੈ। ਮੈਂ ਇਹ ਗੱਲ ਤੇ ਬਾਰ-ਬਾਰ ਜ਼ੋਰ ਦੇ ਚੁੱਕਾ ਕਿ ਜੋ ਸਾਡੇ ਹੈ, ਅਕਾਲੀ ਹੈ, ਸ਼੍ਰੋਮਣੀ ਕਮੇਟੀ ਹੈ, ਪੰਜਾਬ ਪੁਲਿਸ ਹੈ, ਇਹ ਸਾਡੀ ਹੈ। ਕਦੇ ਇਹਨਾਂ ਨੂੰ ਤੁਸੀਂ ਇਹਨਾਂ ਨੂੰ ਇਗਨੋਰ ਕਰ ਦਿਓ, ਜੇ ਤੁਹਾਡੇ ਬਾਰੇ ਗਲਤ ਵੀ ਬੋਲਦੇ ਇਗਨੋਰ ਕਰ ਦਿਓ, ਕਿ ਕਦੇ ਸਮਝ ਆ ਜਾਏਗੀ, ਪ੍ਰਮਾਤਮਾ ਕਰੇਗਾ, ਇਹ ਸਾਡੇ ਹੈਗੇ ਤਾਂ ਸਾਡੇ ਹੀ ਹੈ ਨਾ। ਇਹਨਾਂ ਨੂੰ ਬੁੱਕਲ ਦੇ ਸੱਪ ਕਹਿਣਾ, ਇਹਨਾਂ ਨੂੰ ਮਾਰਨਾ, ਸਾਡੇ ਵੇਲੇ ਹੋਇਆ ਹੀ ਇਹ ਸੀ ਕਿ ਪਹਿਲਾਂ ਬੁੱਕਲ ਦੇ ਸੱਪ ਮਾਰੋ, ਅਕਾਲੀਆਂ ਨੂੰ ਮਾਰਿਆ, ਪੰਜਾਬ ਪੁਲਿਸ ਨੂੰ ਮਾਰਿਆ, 1900 ਮੁਲਾਜ਼ਮ ਅਸੀਂ ਪੰਜਾਬ ਪੁਲਿਸ ਦਾ ਮਾਰ ਬੈਠੇ, ਉਹਨਾਂ ਨੇ ਫਿਰ ਸਾਡੇ ਮਾਰੇ। ਏਜੰਸੀਆਂ ਦੀ ਇੱਕ ਚਾਲ ਸੀ ਕਿ ਪੰਜਾਬ ਪੁਲਿਸ ਤੇ ਖੜਕੋਂ ਦੀ ਆਪਸ ਚ ਦੁਸ਼ਮਣੀ ਪਵਾ ਦਿਓ, ਇੱਕ ਦੂਜੇ ਦੇ ਪਰਿਵਾਰਾਂ ਦੇ ਖੂਨ ਦੇ ਪਿਆਸੇ ਹੋ ਗਿਆ। ਇਹ ਚੀਜ਼ ਤੋਂ ਸਬਕ ਸਿੱਖਣਾ ਚਾਹੀਦਾ ਨਾ। ਜੀ ਵਾਕਈ ਮੈਨੂੰ ਲੱਗਦਾ ਕਿ ਜਿਹੜੀ ਤੁਸੀਂ ਗੱਲ ਕਰਕੇ ਹਟਿਓ ਕਿ ਇਹਨਾਂ ਚੀਜ਼ਾਂ ਤੋਂ ਸਬਕ ਸਿੱਖਣ ਦੀ ਜ਼ਰੂਰਤ ਹੈ। ਮੈਂ ਵੀ ਅਕਸਰ ਵਰਕਸ਼ਾਪ ਤੁਹਾਡੇ ਵਾਂਗ ਇੱਦਾਂ ਕਈ ਵਾਰ ਸੋਚਦਾ ਹੁੰਦਾ ਔਰ ਕਈ ਵਾਰ ਕਹਿੰਦਾ ਹੁੰਦਾ ਕਿ ਅਗਲੇ ਤੇ ਦਿੱਲੀ ਬੈਠ ਕੇ ਫੁੱਲ ਨਜ਼ਾਰੇ ਲੈਂਦੇ ਹੈ, ਔਰ ਭਾਵੇਂ ਇੱਥੇ ਤੁਹਾਡੇ ਖਾਕੀ ਬਾਣੇ ਵਾਲੇ ਹੋਣ ਤੇ ਭਾਵੇਂ ਨੀਲੇ ਬਾਣੇ ਵਾਲੇ ਹੋਣ, ਆਪਸ ਵਿੱਚ ਤੁਸੀਂ ਇੱਕ ਦੂਜੇ ਨਾਲ ਖੇਬੜਦੇ ਆ, ਇੱਕ ਦੂਜੇ ਨਾਲ ਲੜਦੇ ਆ। ਔਰ ਵਿਰਕ ਸਾਹਿਬ ਤੁਸੀਂ ਯਕੀਨ ਕਰਕੇ ਜਾਣਿਓ, ਇੱਕ ਸਿੱਖ ਪੱਤਰਕਾਰ, ਇੱਕ ਪੰਥਕ ਪੱਤਰਕਾਰ ਮੈਂ ਵੀ ਆਪਣੇ ਆਪ ਨੂੰ ਅਖਵਾਉਂਦਾ। ਕੱਲ੍ਹ ਮੈਂ ਜਦੋਂ ਵੀਡੀਓ ਦੇਖੀ ਉਸ ਨੌਜਵਾਨ ਦੀ, ਔਰ ਆਪਾਂ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਬਾਰ-ਬਾਰ ਗੱਲ ਕਰਦੇ ਹਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਜਦੋਂ ਪੰਜਾਬ ਦੇ ਵਿੱਚ ਐਂਟਰੀ ਹੁੰਦੀ ਹੈ ਤੇ ਦੁਨੀਆ ਭਰ ਵਿੱਚ ਵਸਦੇ ਸਿੱਖ ਉਹ ਇਸ ਗੱਲ ਨੂੰ ਲੈ ਕੇ ਬੜੇ ਖੁਸ਼ ਸੀਗੇ, ਉਹਨਾਂ ਨੂੰ ਆਸਾਂ ਸੀਗੀਆਂ ਔਰ ਸੀਗੀਆਂ ਵੀ, ਆਸਾਂ ਅੱਜ ਵੀ ਹਨ ਕਿ ਅੰਮ੍ਰਿਤਪਾਲ ਸਿੰਘ ਸਾਡੀ ਕੌਮ ਦਾ ਜਿਹੜਾ ਭਵਿੱਖ ਹੈਗਾ ਆ, ਭਈ ਉਹਦੇ ਵਿੱਚ ਕੋਈ ਨਾ ਕੋਈ ਨਿਖਾਰ ਲੈ ਕੇ ਆਊਗਾ, ਉਹਦੇ ਵਿੱਚ ਕੁਝ ਚੰਗਾਪਨ ਲੈ ਕੇ ਆਊਗਾ। ਕੌਮ ਅੱਜ ਵੀ ਉਮੀਦਾਂ ਲਾ ਕੇ ਬੈਠੀ ਹੈ। ਔਰ ਦੂਏ ਬੰਨੇ ਜਿਹੜਾ ਉਹ ਨੌਜਵਾਨ ਹੈਗਾ ਜਿਹਦੀ ਕੁੱਟਮਾਰ ਹੋਈ, ਜਿਹੜਾ ਨੌਜਵਾਨ ਇਲਜ਼ਾਮ ਲਾ ਰਿਹਾ, ਜਿਹਦੇ ਬਿਆਨਾਂ ਦੇ ਆਧਾਰ ਦੇ ਉੱਪਰ ਪਰਚਾ ਦਰਜ ਹੋਇਆ, ਵਰਿੰਦਰ ਸਿੰਘ, ਮੈਂ ਵੇਖਦਾ ਕਿ ਉਹ ਵੀ ਇੱਕ ਗੁਰਸਿੱਖ ਅੰਮ੍ਰਿਤਧਾਰੀ ਸਿੰਘ ਹੈਗਾ। ਫਿਰ ਤੁਸੀਂ ਦੇਖੋ, ਜਦੋਂ ਇਦਾਂ ਦੀਆਂ ਚੀਜ਼ਾਂ ਦੇਖਦੇ ਆ ਤਾਂ ਫਿਰ ਮਨ ਵਿੱਚ ਇਦਾਂ ਦੇ ਖਿਆਲ ਆਉਂਦੇ ਆ ਕਿ ਮਨਾ ਇਹ ਹੋ ਕੀ ਰਿਹਾ ਹੈਗਾ। ਜਿਹੜੀ ਤੁਸੀਂ ਗੱਲ ਕਰਕੇ ਹਟੇ ਉਹ ਸੇਮ ਉਹੀ ਗੱਲਾਂ ਅਗਲੇ ਬੈਠ ਕੇ ਉਦੋਂ ਵੀ ਦਿੱਲੀ ਨਜ਼ਾਰੇ ਲੈਂਦੇ ਸੀਗੇ। ਵਿਰਕ ਸਾਹਿਬ ਤੁਸੀਂ ਯਕੀਨ ਕਰਕੇ ਜਾਣਿਓ, ਮੇਰੇ ਨਾ ਦੁਖੀ ਮਨ ਦੇ ਵਿੱਚੋਂ ਕਈ ਵਾਰ ਇਹ ਗੱਲ ਨਿਕਲਦੀ ਹੈ ਕਿ ਮੈਂ ਹੱਥ ਬੰਨ੍ਹ ਕੇ ਨਾ ਦਿੱਲੀ ਵਾਲੇ ਨੂੰ ਆਖਾਂ ਕਿ ਭਾਈ ਤੁਸੀਂ ਸਾਨੂੰ ਮਾਰਨ ਵਾਸਤੇ ਜਿਹੜਾ ਮਾੜਾ ਮੋਟਾ ਕੋਈ ਯਤਨ ਕਰਦੇ ਹੋ ਨਾ, ਤੁਸੀਂ ਬੰਦ ਕਰ ਦਿਓ। ਕਾਹਨੂੰ ਐਵੇਂ ਬਦਨਾਮ ਹੁੰਨੇ ਹੋ? ਅਸੀਂ ਆਪ ਹੀ ਇੱਕ ਦੂਜੇ ਨੂੰ ਮਾਰ ਲੈਣਾ, ਤੁਸੀਂ ਕਾਹਨੂੰ ਐਵੇਂ ਬਦਨਾਮੀ ਝੱਲਦੇ ਹੋ ਪੂਰੇ ਵਰਲਡ ਦੇ ਵਿੱਚ? ਐਦਾਂ ਮੇਰੇ ਮਨ 'ਚ ਕਈ ਵਾਰ ਖਿਆਲ ਆਉਂਦੇ ਨੇ। ਸਿੰਘ ਸਾਹਿਬ, ਬਦਕਿਸਮਤੀ ਹੈ ਕੌਮ ਦੀ ਕਿ ਅਸੀਂ ਲੀਡਰਲੈਸ ਹਾਂ। ਬੜੀ 33 ਸਾਲ ਬਾਅਦ ਜਦੋਂ 1990 ਚ ਸਿਮਰਨਜੀਤ ਮਾਨ ਬਾਹਰ ਆਇਆ ਤਾਂ ਕੌਮ ਨੂੰ ਇੱਕ ਆਸ ਵੱਜੀ ਸੀ ਕਿ ਸਾਡੀ ਜੰਗ ਦੁਬਾਰਾ ਸ਼ੁਰੂ ਹੋ ਗਈ ਜੀ। ਪਰ ਉਸ ਤੋਂ ਠੀਕ 24 ਦਿਨ ਬਾਅਦ ਜਦੋਂ ਭਾਈ ਹਰਮਿੰਦਰ ਸਿੰਘ ਸੰਧੂ ਦਾ ਕਤਲ ਹੁੰਦਾ ਹੈ ਤਾਂ ਸੰਘਰਸ਼ ਦਾ ਲੱਕ ਟੁੱਟ ਗਿਆ ਸੀ ਜੀ। ਉਸ ਤੋਂ ਬਾਅਦ ਹੇਠ ਉੱਤੇ ਉਹ 17 ਚੋਟੀ ਦੇ ਜਿਹੜੇ ਮੇਰੇ ਨਾਲ ਰਹੇ ਆ, ਜਿਨ੍ਹਾਂ ਨੂੰ ਮਤਲਬ ਯਾਦ ਕਰਕੇ ਕਾਲਜਾ ਮੂੰਹ ਨੂੰ ਆਉਂਦਾ ਹੈ, ਭਾਈ ਸਖੀਰਾ, ਸਰਬਜੀਤ,
ਭੁਪਿੰਦਰ ਲੌਂਗੀਆ, ਅਮਰੀਕ, ਆਪਣਾ ਚਮਕੌਰ, ਸੰਤਾਂ ਦੇ ਭਰਾ, ਹਾਂਜੀ, ਇਹ ਤੇ 17 ਸਿੰਘ ਹੇਠ ਉੱਤੇ ਸਾਡੇ ਕਤਲ ਕੀਤੇ ਗਏ ਏਜੰਸੀਆਂ ਵੱਲੋਂ। ਜੀ ਮੂਵਮੈਂਟ ਫੇਲ ਕਰ ਦਿੱਤੀ ਗਈ, ਫੈਡਰੇਸ਼ਨ ਦਾ ਭੋਗ ਪਾ ਦਿੱਤਾ ਗਿਆ। ਉਸ ਤੋਂ ਬਾਅਦ ਬਾਈਕਾਟ ਕੀਤਾ ਇਲੈਕਸ਼ਨ ਦਾ, ਉਹ ਵੀ ਇਹਨਾਂ ਨੇ ਏਜੰਸੀਆਂ ਦੇ ਬੰਦਿਆਂ ਨੇ ਕਰਾਇਆ। ਹਰਬੰਸ ਸਿੰਘ ਦੀ ਸਰਕਾਰ ਬੜਾ 7% ਤੇ ਜੀ ਸਾਡਾ ਕਾਨ ਖਤਮ ਹੋ ਗਿਆ। ਜਿਨ੍ਹਾਂ ਨੇ ਏਜੰਸੀਆਂ ਦੇ ਜਿਹੜੇ ਕੈਟ ਬਣੇ ਸੀ ਉਹਨਾਂ ਨੂੰ ਵੀ ਉਹਨਾਂ ਨੇ ਯੂਜ਼ ਕਰਕੇ ਵਰਤ ਕੇ ਫਿਰ ਮਾਰ ਦਿੱਤਾ। ਖਤਮ ਹੋ ਗਏ, ਸਾਰੇ ਹੀ ਖਤਮ ਹੋ ਗਏ ਜੀ। 33 ਸਾਲ ਬਾਅਦ ਇੱਕ ਆਸ ਵੱਜੀ ਸੀ ਕਿ ਕੋਈ ਆਇਆ। ਹਾਂਜੀ ਮੈਂ ਇਹਨੂੰ ਕਹਿੰਦਾ ਸੀ, ਮੈਂ ਤਾਂ ਇਹ ਅਰਦਾਸ ਕਰਦਾ ਸੀ ਕਿ ਇਹ ਗੁਰੂ ਦਾ ਬੰਦਾ ਹੀ ਨਾ ਹੋਵੇ, ਇਹ ਕੋਈ ਗੁਰੂ ਨੇ ਭੇਜਿਆ, ਬਾਹਰੋਂ ਆਇਆ। ਜਦੋਂ ਸਿੱਖ ਪੰਜਾਬ ਦੇ, ਦੇਖੋ ਜਦੋਂ ਆਪਣਾ ਚਮਕੌਰ ਦੀ ਜੰਗ ਤੋਂ ਬਾਅਦ, ਮੁਕਤਸਰ ਦੀ ਜੰਗ ਤੋਂ ਬਾਅਦ ਗੁਰੂ ਪੰਜਾਬ ਛੱਡ ਕੇ ਦੱਖਣ ਵੱਲ ਗਏ ਆ, ਤਾਂ ਇੱਥੋਂ ਉਹਨਾਂ ਨੂੰ ਆਪਣੇ ਸਿੱਖਾਂ ਦੇ ਉੱਤੇ ਨਹੀਂ ਸੀ ਵਿਸ਼ਵਾਸ ਰਿਹਾ ਕਿ ਇਹ ਹੁਣ ਕੋਈ ਬਦਲਾ ਲੈ ਲੈਣਗੇ ਸਾਹਿਬਜ਼ਾਦਿਆਂ ਦੀ ਸ਼ਹੀਦੀਆਂ ਦਾ, ਅਨੰਦਪੁਰ ਸਾਹਿਬ ਦਾ। ਜੀ ਤਾਂ ਇੱਕ ਬੰਦਾ ਖੋਜ ਕੇ ਲੱਭ ਕੇ ਭੇਜਿਆ ਸੀ ਤੇ ਉਹਨੇ ਸਾਰੇ ਬਦਲੇ ਲੈ ਲਏ। ਵਾਕਈ ਕੀ ਬਾਤ ਹੈ। ਉਹ ਮੇਰੇ ਮਨ 'ਚ ਬਾਰ-ਬਾਰ ਉਹ ਸੀਨ, ਉਹ ਪਿਕਚਰ ਆਉਂਦੀ ਸੀ ਕਿ ਇਹ ਬੰਦਾ ਜਿਵੇਂ ਆਪਣਾ ਕਾਰੋਬਾਰ ਛੱਡ ਕੇ ਯੰਗ ਮੁੰਡਾ ਦੁਬਈ ਗੱਲ ਕਰ ਰਿਹਾ ਕਿ ਮੈਂ ਸੀਸ ਭੇਟ ਕਰਨ ਲਈ ਆਇਆ, ਮੈਂ ਕਤਰਾ ਕਤਰਾ ਖੂਨ ਦਾ ਵਹਾ ਦਿਆਂਗਾ। ਉਹ ਗੱਲ ਬੜੀ ਇੱਕ ਢਾਸ ਵੱਜਿਆ ਸੀ। ਪਰ ਅੱਜ ਜਿਸ ਤਰ੍ਹਾਂ ਦੀ ਇਹ ਹਰਕਤਾਂ ਕਰ ਰਿਹਾ, ਬੜੀ ਠੇਸ ਪਹੁੰਚੀ ਹੈ। ਅਰੇ ਇਹ ਕੋਈ ਆਜ਼ਾਦੀ ਦੀ ਜੰਗ ਨਹੀਂ ਹੈ, ਆਜ਼ਾਦੀ ਦੀ ਜੰਗ ਤਾਂ ਹੋਰ ਹੈ। ਲੜਾਈ ਕਿੱਧਰ ਨਾਲ ਹੈ? ਇਹ ਲੜਾਈ ਹੈ ਕਿ ਉਹਨੇ ਸਾਨੂੰ ਗਾਲ ਕੱਢਤੀ, ਉਹਨੇ ਸਾਡੇ ਖਿਲਾਫ ਟਿੱਪਣੀ ਜੀ 5 4 7 10 ਕੁਛ ਤਾਂ ਗਏ ਹੋਣਗੇ। ਕਿਹੜਾ ਤੁਸੀਂ ਉੱਥੇ ਜਾ ਕੇ ਜੀਵਨਾ ਮੋੜ ਨੂੰ ਕੁੱਟ ਕੇ ਆਏ ਹੋ? ਇੱਕ ਸ਼ਰੀਫ ਆਦਮੀ ਨੂੰ ਪੁੱਛਿਆ, ਚਲੋ ਮੈਂ ਕਹਿੰਦਾ ਕਿ ਏਜੰਸੀਆਂ ਦਾ ਬੰਦਾ, ਨੋ ਡਾਊਟ ਹੋ ਸਕਦਾ, ਮੈਨੂੰ ਸ਼ੱਕ ਹੈ ਕਿ ਇਹ ਜੋ ਕਰਾ ਰਿਹਾ, ਜੋ ਉਹਦੇ ਪਿੱਛੇ ਆ, ਉਹ ਵੀ ਬੰਦਾ ਏਜੰਸੀਆਂ ਲਈ ਕੰਮ ਕਰਦਾ। ਦੂਜੀ ਗੱਲ ਇਹ ਹੈ ਕਿ ਅੱਜ ਭਾਈ ਅਮਰਪਾਲ ਸਿੰਘ ਕਹਿ ਰਿਹਾ ਕਿ ਮੈਨੂੰ ਪਤਾ ਕਿ ਇਹ ਅਮਰੀਕਾ ਜਨਾਲੇ ਤੇ ਉਂਗਲੀ ਠਾ ਰਹੇ ਆ। ਅਮਰੀਕ ਸਿੰਘ ਜਨਾਲਾ ਕੌਣ ਹੈ? ਜੀ ਟਕਸਾਲ ਤੋਂ ਟੁੱਟਿਆ ਹੋਇਆ, ਸੰਤਾਂ ਤੋਂ ਬਾਅਦ ਜੋ ਸਾਡਾ ਹਾਲ ਟਕਸਾਲ ਦਾ ਹੋਇਆ, ਸਾਨੂੰ ਪਤਾ ਕਿ ਉਹਦੇ ਆਰਐਸਐਸ ਦਾ ਕਬਜ਼ਾ ਹੈ ਅੱਜ ਟਕਸਾਲ ਦੇ ਉੱਪਰ, ਜੀ ਫੈਡਰੇਸ਼ਨ ਦੇ ਉੱਪਰ। ਪਰ ਮੈਂ ਥੋੜੀ ਜਿਹੀ ਤੁਹਾਡੀ ਗੱਲ ਵਿੱਚ ਟੋਕ ਕੇ, ਅਜਨਾਲਾ ਜੀ ਦਾ ਵੀ ਇਹ ਕਹਿਣਾ ਹੈਗਾ, ਉਹਨਾਂ ਦੀ ਵੀ ਸਟੇਟਮੈਂਟ ਆ ਰਹੀ ਆ। ਉਹ ਕਹਿੰਦੇ ਕਿ ਉਹ ਜਿਹੜਾ ਨੌਜਵਾਨ ਹੈਗਾ ਵਰਿੰਦਰ ਸਿੰਘ, ਕਹਿੰਦੇ ਉਹ ਸਾਡੇ ਜਥੇ ਦਾ ਕੋਈ ਮੈਂਬਰ ਨਹੀਂ ਹੈਗਾ। ਉੱਦਾਂ ਕਹਿੰਦੇ ਅਸੀਂ ਕੱਲ ਕਹਿੰਦੇ ਦਿਨ ਮਨਾ ਰਹੇ ਸੀਗੇ ਤੇ ਉੱਥੇ ਹਾਜ਼ਰੀ ਭਰਨ ਵਾਸਤੇ ਆਇਆ ਸੀਗਾ, ਸੇਵਾ ਕਰਨ ਵਾਸਤੇ ਆਇਆ ਸੀਗਾ, ਪਰ ਸਾਡੇ ਜਥੇ ਦਾ ਕਹਿੰਦੇ ਸਿੰਘ ਨਹੀਂ ਹੈਗਾ, ਏਦਾਂ ਕਹਿੰਦੇ। ਪਰ ਅਮਰਤਪਾਲ ਸਿੰਘ ਦੇ ਦਿਮਾਗ 'ਚ ਜੋ ਅੱਜ ਉਹ ਕਹਿ ਰਹੇ ਸੀ ਇਹੀ ਹੈ। ਮੈਂ ਕਹਿੰਦਾ ਕਿ ਹੋਵੇ। ਅਜਨਾਲਾ ਸਾਹਿਬ ਕੌਣ ਨੇ? ਜਦੋਂ ਸਰਬੱਤ ਖਾਲਸਾ ਹੋਇਆ ਚੱਬੇ ਵਾਲਾ, ਤਾਂ ਉੱਥੇ ਜੋ ਜਥੇਦਾਰ ਅਕਾਲ ਤਖਤ ਹਵਾਰਾ ਸਾਹਿਬ ਨੂੰ ਚੁਣਿਆ ਗਿਆ ਤੇ ਉਹਦੇ ਵਿੱਚ ਇਹਨਾਂ ਨੂੰ ਵੀ ਚੁਣਿਆ ਗਿਆ ਜਥੇਦਾਰ ਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦਾ। ਤਖਤ ਸ੍ਰੀ ਦਮਦਮਾ ਸਾਹਿਬ ਦਾ ਦਾਦੂਵਾਲ ਨੂੰ ਚੁਣਿਆ ਗਿਆ। ਇਹ ਉਹ ਹੈ। ਇਹਨਾਂ ਨੇ ਰਿਜ਼ਾਈਨ ਨਹੀਂ ਕੀਤੇ, ਕੁਝ ਵੀ ਜੋ ਵੀ ਹੈ, ਮਨ ਸਾਹਿਬ ਨੇ ਰਿਜ਼ਾਈਨ ਕੀਤਾ, ਇਹਨਾਂ ਨੇ ਕੀਤਾ। ਅੱਜ ਤੇ ਸਰਬੱਤ ਖਾਲਸਾ ਦੇ ਜਥੇਦਾਰ ਹੀ ਵੱਜੀ ਜਾਂਦੇ ਆ ਨਾ, ਤਾਂ ਸਰਬੱਤ ਖਾਲਸਾ ਵਾਲਿਆਂ ਨੂੰ ਵੀ ਚਾਹੀਦਾ ਅਪੀਲ ਕਰਨੀ। ਮੈਂ ਹੁਣ ਜੋ ਚਾਹੁੰਦਾ ਕਿ ਸਾਰੀਆਂ ਜਥੇਬੰਦੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ, ਅਕਾਲੀ ਦਲ ਵੀ, ਮਾਨ ਦਲ ਵੀ, ਸਾਰੇ ਦਲਾਂ ਨੂੰ ਚਾਹੀਦਾ ਕਿ ਇਸ ਮਸਲੇ ਨੂੰ, ਇਹ ਘਰ ਦਾ ਮਸਲਾ ਹੈ, ਆਪਣੀ ਭਰਾਵਾਂ ਦੀ ਜੰਗ ਹੈ, ਇਹਨੂੰ ਇੱਥੇ ਸਮੇਟ ਲੈਣਾ ਚਾਹੀਦਾ। ਇਹਨੂੰ ਇਹ ਨਹੀਂ ਹੋਣਾ ਚਾਹੀਦਾ ਕਿ ਇਹਨੂੰ ਅਸੀਂ ਇੱਕ ਮੁੱਦਾ ਬਣਾ ਕੇ ਆਪਣੇ ਮੁੰਡੇ ਉੱਥੇ ਤੇ ਪੁਲਿਸ ਸਾਹਮਣੇ ਕਰ ਦਈਏ। ਇਹ ਕੋਈ ਅਕਲਮੰਦੀ ਨਹੀਂ ਹੋਏਗੀ। ਅਮਰਤਪਾਲ ਨੂੰ ਬਾਰ-ਬਾਰ ਸੋਚਣਾ ਚਾਹੀਦਾ, ਇਹ ਜਿਹੜੀ ਕੌਲ ਦਿੱਤੀ ਹੈ ਗਲਤ ਦਿੱਤੀ ਹੈ। ਜੇ ਪਰਚਾ ਦਰਜ ਹੋਇਆ ਝੂਠਾ ਤਾਂ ਕੋਈ ਗੱਲ ਨਹੀਂ, ਬਰੀ ਹੋ ਜਾਓਗੇ ਨਾ। ਪਰਚਾ ਦਰਜ ਹੋ ਗਿਆ, ਕਿੰਨੇ ਕੁ ਬੰਦੇ ਹੋ ਤੁਸੀਂ? ਤੁਹਾਡੇ 10 20 30 35 ਬੰਦੇ ਤੇ ਹੋ ਗਏ, 35 ਤੇ 35 ਪੇਸ਼ ਹੋ ਜਾਓ। ਪੇਸ਼ ਹੋ ਕੇ ਤੁਸੀਂ ਆਪਣਾ ਜ਼ਮਾਨਤ ਕਰਾ ਲਓ। ਕੀ ਹੋਏਗਾ? ਕੋਰਟ 'ਚ ਜੱਜ ਵੀ ਪੁੱਛੇਗਾ ਕਿ 35 ਬੰਦਿਆਂ ਨੇ ਇੱਕ ਬੰਦੇ ਨੂੰ ਕੁੱਟਿਆ ਤੇ ਉਹ ਬੰਦਾ ਤੁਰਿਆ ਫਿਰਦਾ ਚੰਗਾ ਭਲਾ। ਤੇ ਇਹਨੂੰ ਇੱਕ ਮੁੱਦਾ ਬਣਾ ਲੈਣਾ ਕਿ ਪੰਜਾਬ ਪੁਲਿਸ ਨਜਾਇਜ਼ ਪਰਚਾ ਦਰਜ, ਪੰਜਾਬ ਪੁਲਿਸ ਕੋਲ ਜੇ ਕੋਈ ਪਰਚਾ ਦਰਜ ਕਰਾਏਗਾ ਜਾ ਕੇ ਕਿ ਮੈਨੂੰ ਆ ਬੰਦਿਆਂ ਨੇ ਕਿਡਨੈਪ ਕੀਤਾ, ਕੁੱਟਿਆ, ਫਲਾਣੇ ਬੰਦੇ ਨੇ, ਉਹ ਸ਼ਰੇਆਮ ਕਹਿ ਰਿਹਾ ਕਿ ਮੈਨੂੰ ਚੁੱਕ ਕੇ ਅਮਰਤਪਾਲ ਦੇ ਸਾਹਮਣੇ ਲਗਾਏ ਆ। ਅਮਰਤਪਾਲ ਨੇ ਮੇਰੀ ਗੱਲ ਨਹੀਂ ਸੁਣੀ, ਫਤਿਹ ਦਾ ਜਵਾਬ ਨਹੀਂ ਦਿੱਤਾ, ਮੈਨੂੰ ਕੁੱਟਣ ਲੱਗੇ, ਗਾਲਾਂ ਕੱਢਣ। ਉਹ ਤਾਂ ਬਿਆਨ ਕੋਰਟ 'ਚ ਵੀ ਦੇਗਾ ਜੀ, ਕੋਰਟ 'ਚ ਵੀ ਦੇਗਾ ਨਾ। ਉਹ ਬਾਅਦ 'ਚ ਡਿਸੀਜਨ ਨੇ। ਤੁਸੀਂ ਭੱਜਦੇ ਕਿਉਂ? ਜੇ ਤੁਸੀਂ ਇੰਨੀ ਹਰਕਤ ਕਰ ਹੀ ਲਈ ਹੈ, ਇਹਨੂੰ ਮੁੱਕਰਨ ਦੀ ਵੀ ਲੋੜ ਨਹੀਂ ਹੈ। ਕਿੰਨਾ ਕੁ ਮੁੱਕਰ ਜਾਓਗੇ ਤੁਸੀਂ? ਕਿਵੇਂ ਮੁੱਕਰ ਜਾਓਗੇ? ਬਹੁਤ ਪ੍ਰੂਫ ਹੁੰਦੇ ਆ। ਆ ਜਿਹੜੇ ਬੰਦੇ ਚੱਕੇ ਆ ਨਾ, ਦੇਖੋ ਸਿੰਘ ਸਾਹਿਬ, ਅਸੀਂ ਹੰਡਾਇਆ ਹੋਇਆ। ਇਹ ਹੋਰ ਪੁਲਿਸ ਦਾ ਕੀ ਕੰਮ ਹੈ ਕਿ ਦੂਜੇ ਬੰਦੇ ਚੱਕ ਰਹੇ ਆ ਪਹਿਲਾਂ? ਇਹ ਬੰਦੇ ਲਾਈਨਾਂ ਲਾ ਦੇਣਗੇ, ਲਿਖ ਕੇ ਦੱਸ ਦੇਣਗੇ ਫਲਾਣਾ ਸੀ ਜੀ, ਫਲਾਣਾ ਸੀ ਜੀ, ਆਹ ਗੱਡੀ ਸੀ ਜੀ, ਆਹ ਫਲਾਣੇ ਦੀ ਗੱਡੀ ਸੀ, ਅਸੀਂ ਸੀਗੇ, ਮੈਂ ਦੇਖਿਆ ਮੰਨਦੇ ਹੋਏ। ਗੱਡੀ 'ਚ, ਪੁਲਿਸ ਦੀ ਗੱਡੀ 'ਚ ਬਹਿਣ ਤੋਂ ਪਹਿਲਾਂ ਹੀ ਦੱਸ ਦਿੰਦੇ ਆ ਵੀ ਮੇਰੇ ਨਾਲ ਫਲਾਣਾ ਵੀ ਜੀ, ਮੇਰੇ ਨਾਲ ਫਲਾਣਾ ਵੀ ਸੀ। ਇਹ ਨਹੀਂ ਅਜੇ ਹੰਡੇ ਹੋਏ, ਨਹੀਂ ਚੱਲੇ ਹੋਏ ਇਹਨਾਂ ਨੇ ਕੁਝ। ਮੈਨੂੰ ਲੱਗਦਾ ਕਿ ਤੁਸੀਂ ਜਿੱਦਾਂ ਕਹਿ ਰਹੇ ਹੋ ਕਿ ਹੰਡਾਇਆ, ਬਹੁਤ ਕੁਝ ਹੰਡਾਇਆ। ਮੈਨੂੰ ਲੱਗਦਾ ਕਿ ਪੰਜਾਬ ਦਾ ਕੋਈ ਇਦਾਂ ਦਾ ਪਰਿਵਾਰ ਰਿਹਾ ਹੀ ਨਹੀਂ ਹੋਣਾ, ਸਿੱਖ ਪਰਿਵਾਰ, ਜਿਨ੍ਹਾਂ ਨੇ ਉਹ ਸਾਰਾ ਕੁਝ ਨਹੀਂ ਹੰਡਾਇਆ। ਥਾਣੇ ਕਚਹਿਰੀ ਪਰਿਵਾਰ ਦਾ ਇੱਕ ਅੱਧਾ ਮੈਂਬਰ ਮੈਨੂੰ ਲੱਗਦਾ ਕਿ ਜ਼ਰੂਰ ਉਹ ਸਾਰੇ ਕਾਸੇ ਦੇ ਵਿੱਚੋਂ ਲੰਘਿਆ ਹੀ ਹੈਗਾ। ਔਰ ਮੈਨੂੰ ਇਹ ਵੀ ਲੱਗਦਾ ਹੈਗਾ, ਤੁਸੀਂ ਵੀ ਮੈਨੂੰ ਲੱਗਦਾ ਜ਼ਰੂਰ ਇਸ ਗੱਲ ਦੇ ਨਾਲ ਸਹਿਮਤ ਹੋਵੋਗੇ ਕਿ ਉੱਥੇ ਇਕੱਲੀ ਇਹੀ ਗੱਲ ਨਹੀਂ ਉਹਨਾਂ ਨੇ ਪੁੱਛਣੀ ਹੈਗੀ
ਕਿ ਕੁੱਟਮਾਰ ਕਿਹਨੇ ਕੀਤੀ ਹੈ ਨਾ ਜੀ। ਉੱਥੇ ਹੋਰ ਵੀ ਗੱਲਾਂ ਮੈਨੂੰ ਲੱਗਦਾ ਪੁੱਛੀਆਂ ਜਾਣਗੀਆਂ ਕਿ ਤੁਸੀਂ ਖਾਲਸਾ ਰਾਜ ਦੀ ਗੱਲ ਕਰਦੇ ਨੇ, ਭਾਈ ਅਮਰਤਪਾਲ ਸਿੰਘ ਹੋਰੀ ਆਹ ਗੱਲ ਕਰਦੇ ਆ, ਉਹਨਾਂ ਦੇ ਪਿੱਛੇ ਕਿਹਨਾਂ ਨਾਲ ਲਿੰਕ ਆ, ਕਿਹਨਾਂ ਦੀਆਂ ਫੋਨ ਕਾਲਾਂ ਆਉਂਦੀਆਂ ਨੇ, ਕੌਣ ਲੋਕ ਉਹਨਾਂ ਨੂੰ ਮਿਲਦੇ ਆ। ਮੈਨੂੰ ਲੱਗਦਾ ਕਿ ਬਹੁਤ ਕੁਝ ਉੱਥੇ ਪੁੱਛਿਆ ਜਾਂਦਾ ਹੁੰਦਾ। ਸਿੰਘ ਸਾਹਿਬ ਹੁਣ ਸਾਰੀ ਇਨਵੈਸਟੀਗੇਸ਼ਨ, ਸਾਰੀ ਇੰਟਰੋਗੇਸ਼ਨ ਚੇਂਜ ਹੋ ਗਈ ਹੈ। ਲੇਟੈਸਟ ਜੋ ਅੱਜ ਹੁਣ ਚੱਲ ਰਿਹਾ ਨਾ, ਪੰਜਾਬ ਪੁਲਿਸ ਤਾਂ ਇੱਕ ਇਹਨਾਂ ਨੇ ਸਿਰਫ ਨਾਮ ਰੱਖਿਆ ਹੋਇਆ ਬਦਨਾਮ ਕਰਨ ਲਈ। ਟੋਟਲੀ ਏਜੰਸੀਆਂ ਦੀ ਇੰਟਰੋਗੇਸ਼ਨ ਹੁੰਦੀ ਹੈ, ਇੱਕ ਨਹੀਂ ਏਜੰਸੀ ਆਉਂਦੀ, ਚਾਰ ਚਾਰ ਏਜੰਸੀਆਂ ਹੁੰਦੀਆਂ, ਕਈ ਕਈ ਘੰਟੇ ਇੱਕ ਜਾਂਦੀ ਹੈ, ਦੂਜੇ ਚੱਕ ਲੈਂਦੇ ਆ। ਪੰਜਾਬ ਪੁਲਿਸ ਸਿਰਫ ਅਰੈਸਟ ਕਰਨ ਲਈ ਤੇ ਪੇਸ਼ ਕਰਨ ਲਈ ਕੋਰਟ 'ਚ ਮੈਡੀਕਲ ਕਰਾਉਣ ਤੱਕ ਸੀਮਤ ਰਹਿ ਗਈ ਹੈ। ਪੰਜਾਬ ਪੁਲਿਸ ਦੇ ਹੱਥ ਖੜਿਆਂ ਵਰਗੇ ਨੇ, ਉਹਨਾਂ ਨੂੰ ਵਿਸ਼ਵਾਸ ਨਹੀਂ ਹੈ ਪੰਜਾਬ ਪੁਲਿਸ ਤੇ ਵੀ ਦਿੱਲੀ ਨੂੰ। ਉਹ ਜਦੋਂ ਹੁਣ ਇਹ ਸ਼ੁਰੂਆਤ ਹੋਣੀ ਹੈ ਨਾ, ਇਹ ਨਹੀਂ ਹੋਣੀ ਕਿ ਤੁਸੀਂ ਮੁੰਡਾ ਕੋਟਲ ਪੁੱਛਣਾ ਵੀ ਤੁਹਾਡੇ ਪਿੱਛੇ ਕੌਣ ਹੈ। ISI ਦਾ ਹੱਥ ਪਿੱਛੇ ਆਪਣਾ ਕਿਸੇ ਅਮਰੀਕਾ ਦੀ ਏਜੰਸੀ ਦਾ ਹੱਥ ਹੈ। ਕਿਹੜੀ ਏਜੰਸੀ ਦਾ ਹੱਥ ਹੈ? ਤੁਹਾਨੂੰ ਫੰਡਿੰਗ ਕਿੱਥੋਂ ਆਉਂਦੀ ਹੈ? ਤੁਸੀਂ ਪਲੈਨਿੰਗ ਕੀ ਹੈ ਤੁਹਾਡੀ? ਤੁਸੀਂ ਕਰਨਾ ਕੀ ਹੈ? ਇਹ ਬਹੁਤ ਕੁਛ ਹੈ। ਹੁਣ ਸਾਰਾ ਕੁਝ ਉਹਨਾਂ ਨੇ ਉਗਲਵਾ ਲੈਣਾ। ਜੇ ਇਹਨਾਂ ਦੇ ਕੁਝ ਹੋਇਆ ਵਿੱਚ ਤਾਂ ਨਾਮ ਹੀ ਹੋਇਆ ਤਾਂ ਝੂਠ ਹੀ ਬਣ ਜਾਂਦੇ ਹੁੰਦੇ ਆ। ਹਾਂਜੀ ਸਾਡੇ ਸਬੰਧ ਨੇ ਜੀ, ਹਾਂਜੀ ਸਾਨੂੰ ਉੱਥੋਂ ਅਸਲਾ ਆਉਣਾ ਸੀ ਜੀ, ਹਾਂਜੀ ਉੱਥੋਂ ਆਉਣਾ ਸੀ ਜੀ, ਅਸੀਂ ਫਲਾਣੇ ਬੰਦੇ ਮਾਰਨੇ ਸੀ ਜੀ, ਆਹ ਕਰਨਾ ਸੀ। ਇਹ ਸਾਰਾ ਕੁਝ ਮੈਂ ਦੇਖਿਆ 84 ਤੋਂ ਬਾਅਦ। ਐਸੇ ਬੰਦੇ ਜਿਨ੍ਹਾਂ ਨੇ ਕੁੱਤੇ ਦੇ ਸੋਟੀ ਨਹੀਂ ਸੀ ਮਾਰੀ, ਉਹ ਵੀ 20 ਕਤਲ ਮੰਨ ਗਏ ਸੀ। ਮੈਂ ਕੀਤਾ ਜੀ, ਹਾਂਜੀ ਮੈਂ ਵੀ ਨਾਲ ਸੀ। ਸਿਰਫ ਕੁੱਟ ਤੋਂ ਡਰਦੇ ਕਿ ਉਹਨਾਂ ਨੇ ਕਹਿਣਾ ਹੈ ਕਿ ਇਸ 'ਚ ਤੇਰਾ ਨਾਮ ਹਾਂਜੀ ਹੈਗਾ ਸੀ। ਇਹ ਬਹੁਤ ਕੁਝ ਹੋਣਾ ਹੈ। ਇਹਨਾਂ ਨੂੰ ਮੇਰੀ ਜੋ ਬੇਨਤੀ ਇਹੀ ਕਰਦਾ, ਮੈਂ ਹੁਣ ਰਹਿ ਤਾਂ ਨਸੀਹਤ ਤਾਂ ਮੰਨਦੇ ਨਹੀਂ, ਮੈਂ ਬੇਨਤੀ ਸ਼ਬਦ ਤਾਂ ਵਰਤ ਰਿਹਾ ਕਿ ਜੋ ਇਹਨਾਂ ਨੇ ਕੀਤਾ ਜਾਂ ਨਹੀਂ ਕੀਤਾ, ਮੈਂ ਨਹੀਂ ਕਹਿੰਦਾ ਕੀਤਾ ਅਮਰਤਪਾਲ ਮੁਕਰ ਰਿਹਾ, ਨਹੀਂ ਕੀਤਾ ਤਾਂ ਨਹੀਂ ਕੀਤਾ। ਇਹ ਨਹੀਂ ਗੱਲ ਉਹਨੇ ਜ਼ਰੂਰ ਕਬੂਲੀ ਹੈ ਕਿ ਹੋ ਸਕਦਾ ਕਿਸੇ ਨੇ ਸੌਦਾ ਲਾਤਾ ਹੋਵੇ ਮੇਰੇ ਸਪੋਰਟਰਾਂ ਨੇ, ਤਾਂ ਸਪੋਰਟਰ ਤਾਂ ਤੇਰੇ ਗਏ ਨਾ। ਤੂੰ ਉਹਨਾਂ ਸਪੋਰਟਰਾਂ ਨੂੰ ਲੈ ਕੇ ਜਾ ਕੇ ਥਾਣੇ ਪੇਸ਼ ਕਰ। ਜੇ ਤੇਰੇ ਤੇ ਪਰਚਾ ਦਰਜ ਹੈ, ਤੇਰਾ ਨਾਮ ਲਾ ਰਿਹਾ, ਤੂੰ ਵੀ ਪੇਸ਼ ਕਰ, ਜ਼ਮਾਨਤ ਕਰਾ ਲਓ। ਤੁਸੀਂ ਉੱਥੇ ਇਕੱਠ ਕਰਕੇ ਕਹੋ ਜੀ ਅਸੀਂ ਥਾਣੇ ਘੇਰ ਲਾਂਗੇ, ਜਾਂ ਅਸੀਂ, ਮੈਂ ਦੇਖਿਆ ਬਹੁਤ ਗਲਤ ਸਪੀਚ ਆ ਜਿਹਦੇ ਦਿੱਤੀ ਹੈ ਕਿ ਅਸੀਂ ਦੇਖ ਲਾਂਗੇ, ਸਾਨੂੰ ਨਹੀਂ ਆਉਂਦਾ ਕਰਨਾ, ਅਸੀਂ ਪੁਲਿਸ ਨੂੰ ਵੀ ਦੇਖ ਲਾਂਗੇ, ਧਮਕੀਆਂ ਦੇਣੀਆਂ। ਇਹ ਮੈਂ ਨਹੀਂ ਸਮਝਦਾ ਕਿਸੇ ਜਰਨੈਲ ਦਾ ਕੰਮ ਨਹੀਂ ਹੈ। ਇਹਨਾਂ ਨੂੰ ਕੋਈ ਜਰਨਲ ਸ਼ਵੇਕ ਸਿੰਘ ਵਰਗਾ ਨਹੀਂ ਮਿਲਿਆ ਟ੍ਰੇਨਿੰਗ ਵਾਲਾ। ਸਾਡੇ ਕੋਲ ਤਾਂ ਬੜੇ ਯੋਧੇ ਸੀਗੇ, ਅਸੀਂ ਫਿਰ ਵੀ ਮਾਰ ਖਾ ਗਏ ਕਿ ਸਾਨੂੰ ਗਲਤ ਬੰਦੇ ਜਿਹੜੇ ਸੀ ਉਹ ਮਿਸਗਾਈਡ ਕਰ ਗਏ, ਉਹ ਸਾਨੂੰ ਸਾਰੀ ਮੂਵਮੈਂਟ ਦਾ ਬੇੜਾ ਗਰਕ ਕਰ ਗਏ। ਇਹ ਤਾਂ ਜੇ ਤੁਰਨੀ ਜੀ ਵਿਰਕ ਸਾਹਿਬ, ਤੁਸੀਂ ਸ਼ੁਰੂ ਵਿੱਚ ਇੱਕ ਲਫ਼ਜ਼ ਬੋਲਿਆ ਸੀਗਾ ਕਿ ਅਮਰਤਪਾਲ ਸਿੰਘ ਹੋਰਾਂ ਦੀ ਜਦੋਂ ਇੱਥੇ ਐਂਟਰੀ ਹੁੰਦੀ ਹੈ ਤੇ ਉਸ ਵੇਲੇ ਬੜੀਆਂ ਉਮੀਦਾਂ ਵੱਜੀਆਂ। ਹੁਣ ਕਿਤੇ ਤੁਹਾਡਾ ਅਮਰਤਪਾਲ ਸਿੰਘ ਦੀਆਂ ਗਤੀਵਿਧੀਆਂ ਨੂੰ ਦੇਖਦਿਆਂ ਹੋਇਆਂ ਮੋਹ ਤਾਂ ਨਹੀਂ ਭੰਗ ਹੋ ਰਿਹਾ, ਜਾਂ ਤੁਹਾਨੂੰ ਲੱਗਦਾ ਹੋਵੇ ਕਿ ਨਹੀਂ ਅਮਰਤਪਾਲ ਸਿੰਘ ਨੂੰ ਬਹੁਤ ਸਟੱਡੀ ਦੀ ਜ਼ਰੂਰਤ ਹੈ, ਜਾਂ ਤੁਹਾਨੂੰ ਲੱਗਦਾ ਕਿ ਨਹੀਂ ਸਾਡਾ ਮੋਹ ਭੰਗ ਹੋ ਗਿਆ, ਜਾਂ ਤੁਹਾਨੂੰ ਲੱਗਦਾ ਕਿ ਨਹੀਂ ਹੱਲੇ ਵੀ ਆਸ ਦੀ ਕਿਰਨ ਹੈਗੀ ਆ ਅਮਰਤਪਾਲ ਸਿੰਘ ਤੋਂ? ਕੀ ਚੱਲਦਾ ਤੁਹਾਡੇ ਅੰਦਰ? ਨਹੀਂ, ਮੋਹ ਭੰਗ ਤਾਂ ਅਖੀਰ ਤੱਕ ਨਹੀਂ ਹੋਵੇਗਾ ਜਦ ਤੱਕ ਅਮਰਤਪਾਲ ਜਿੰਦਾ। ਉਹਨੇ ਬੜੀ ਵੱਡੀ ਗੱਲ ਕੀਤੀ ਹੈ, ਗੁਰੂ ਮਹਾਰਾਜ ਦੀ ਹਾਜ਼ਰੀ 'ਚ ਕੀਤੀ ਹੈ, ਉੱਥੇ ਅੰਮ੍ਰਿਤ ਛਕ ਕੇ ਕੀਤੀ ਹੈ। ਉਹ ਮੈਂ ਉਹਨੂੰ ਇੱਥੋਂ ਤੱਕ ਨਹੀਂ ਲੈਂਦਾ ਕਿ ਉਹ ਫੇਰ ਬਿਲਕੁਲ ਹੀ ਉਹ ਤੋਂ ਆਸ ਮੁੱਕ ਗਈ ਹੈ। ਉਹਦੇ ਦੁਆਲੇ ਜੋ ਬੰਦੇ ਨੇ ਜਾਂ ਉਹਦੇ ਸਲਾਹਕਾਰ ਨੇ, ਇੱਕ ਵੀ ਸਿਆਣਾ ਨਹੀਂ ਹੈ। ਅੱਜ ਕੋਈ ਹਰਜੀਤ ਸਿੰਘ ਬੋਲ ਰਿਹਾ ਸੀ, ਟੀਵੀ ਤੇ ਇੰਟਰਵਿਊ ਆ ਰਹੀ ਸੀ ਉਹਦੀ ਇਸੇ ਬਾਰੇ ਪਹਿਲਾਂ ਅੱਜ ਸਵੇਰੇ, ਔਰ ਉਹ ਪਤਾ ਨਹੀਂ ਕਿੱਥੋਂ ਇਹ ਬੁਲਾਰੇ ਲਿਆਉਂਦੇ ਆ, ਉਹਨੂੰ ਪਤਾ ਹੀ ਨਹੀਂ ਸੀ ਕਿ ਮੈਂ ਟੀਵੀ ਤੇ ਬੋਲ ਰਿਹਾ, ਮੈਂ ਕੀ ਸਟੇਟਮੈਂਟ ਦੇਣੀ ਹੈ ਕੀ ਨਹੀਂ। ਇਹੋ ਜਿਹੇ ਬੰਦੇ ਜੇ ਇਹਦੇ ਸਲਾਹਕਾਰ ਹੋਣਗੇ ਜਾਂ ਦੇ ਬੁਲਾਰੇ ਹੋਣਗੇ ਤਾਂ ਬੜਾ ਗਲਤ ਅਸਰ ਜਾਏਗਾ ਕਿ ਇਹ ਬੰਦੇ ਅਨਾੜੀ ਹੈ। ਇਹ ਅਨਾੜੀ ਲੋਕਾਂ ਵਾਲੀ ਗੱਲ ਹੈ ਨਾ, ਕੋਈ ਸਮਝ ਵਾਲੀ ਗੱਲ ਨਹੀਂ ਹੈ। ਜੀ ਵਿਰਕ ਸਾਹਿਬ, ਜਦੋਂ ਤੁਸੀਂ ਪਿੱਛੇ ਬਹੁਤ ਕੁਛ ਹੰਢਾਇਆ, ਇੱਥੇ ਪੰਜਾਬ ਦੀ ਧਰਤੀ ਦੇ ਉੱਪਰ ਹੋਰ ਬਹੁਤ ਸਾਰੇ ਹੈਗੇ ਨੇ ਲੀਡਰ ਜਿਹੜੇ ਭਾਵੇਂ ਅੱਜ ਘਰ ਹੀ ਬੈਠੇ ਹੋਏ ਆ, ਜਿਨ੍ਹਾਂ ਨੇ ਬੜੀਆਂ ਕੁੱਟਾਂ ਖਾਧੀਆਂ, ਬੜੀਆਂ ਮਾਰਾਂ ਖਾਧੀਆਂ, ਪਰ ਉਹਨਾਂ ਨੇ ਬੜਮੁੱਲੇ ਯੋਗਦਾਨ ਪਾਏ ਹੋਏ ਆ। ਉਹਨਾਂ ਦਾ ਮਤਲਬ ਕੌਮ ਦੇ ਵਿੱਚ ਨਾਮ ਆ ਉਹਨਾਂ ਦਾ, ਹੈ ਨਾ ਜੀ। ਉਹਨਾਂ ਦੇ ਕੋਲ ਇੱਕ ਤਜਰਬਾ ਵੀ ਹੁੰਦਾ ਹੈਗਾ। ਜਦੋਂ ਤੁਸੀਂ ਉਹਨਾਂ ਰਾਹਾਂ ਦੇ ਵਿੱਚੋਂ ਲੰਘ ਕੇ ਅੱਗੇ ਆਏ ਹੁੰਦੇ ਆ ਤਾਂ ਫਿਰ ਤੁਸੀਂ ਆਉਣ ਵਾਲੇ ਬੱਚਿਆਂ ਨੂੰ, ਨਵੀਂ ਪੀੜ੍ਹੀ ਨੂੰ ਤੁਸੀਂ ਦੱਸ ਸਕਦੇ ਹੁੰਦੇ ਆ ਕਿ ਬੱਚਾ ਇੱਥੇ ਉੱਥੋਂ ਮੈਂ ਲੰਘ ਕੇ ਆਇਆ, ਇੱਥੇ ਆਹ ਮੁਸੀਬਤਾਂ ਆਉਂਦੀਆਂ ਨੇ। ਜਿੱਦਾਂ ਇੱਕ ਬਜ਼ੁਰਗ ਆਪਣੇ ਬੱਚਿਆਂ ਨੂੰ ਸਮਝਾਉਂਦਾ ਕਿ ਪੁੱਤ ਮੈਂ ਵੀ ਇਸ ਉਮਰ 'ਚੋਂ ਲੰਘ ਕੇ ਆਇਆ, ਉੱਥੇ ਮੈਂ ਆਹ ਗਲਤੀ ਕੀਤੀ ਸੀ ਤੇ ਤੂੰ ਨਾ ਕਰੀ। ਤੁਹਾਡੇ ਮਨ 'ਚ ਕਦੀ ਇੱਦਾਂ ਨਹੀਂ ਆਉਂਦਾ ਹੈਗਾ ਕਿ ਜਿਹੜੇ ਉਹ ਸਿਆਣੇ ਹੈਗੇ ਆ ਉਹ ਅਮਰਤਪਾਲ ਸਿੰਘ ਨੂੰ ਜਾ ਕੇ ਮਿਲਣ ਤੇ ਉਹਦੇ ਨਾਲ ਗੱਲਬਾਤ ਕਰਨ ਕਿ ਠੀਕ ਆ ਬਈ ਆਓ ਆਪਾਂ ਮਿਲ ਜੁਲ ਕੇ ਆਪਾਂ ਹਮਲਾ ਮਾਰੀਏ? ਕਿਉਂਕਿ ਮੈਂ ਵੇਖਦਾ ਕਿ ਜਿਹੜੇ ਉਹ ਸਿਆਣੇ ਹੈਗੇ ਆ, ਉਹ ਵਾਲੇ ਸਿਆਣੇ ਜਿਹੜੇ ਉਸ ਦੌਰ 'ਚੋਂ ਲੰਘ ਕੇ ਆਏ ਆ, ਉਹ ਆਸੇ-ਪਾਸੇ ਘੱਟ ਨਜ਼ਰ ਆਉਂਦੇ ਆ ਅਮਰਤਪਾਲ ਸਿੰਘ ਦੇ। ਇਹਦੇ 'ਚ ਦੇਖੋ ਇੱਕ ਬਿਲਕੁਲ ਸੱਚਾਈ ਹੈ ਕਿ ਅਮਰਤਪਾਲ ਕਿਸੇ ਦੀ ਨਹੀਂ ਸੁਣਦਾ, ਉਹ ਕਿਸੇ ਨੂੰ ਗੱਲ ਹੀ ਨਹੀਂ ਕਰਦਾ, ਫੋਨ ਹੀ ਨਹੀਂ ਅਟੈਂਡ ਕਰਦਾ। ਪਰ ਇੰਨੀ ਕੋਈ ਬਹੁਤ ਵੱਡੀ ਹਸਤੀ ਹੈ ਨਹੀਂ ਕਿ ਉਹਦੇ ਕੋਲ ਚੱਲ ਕੇ ਅਸੀਂ ਚਲੇ ਜਾਈਏ, ਜਾਂ ਡਾਕਟਰ ਢਿੱਲੋਂ ਚਲੇ ਜਾਣ, ਜਾਂ ਡਾਕਟਰ ਭਗਵੰਤ ਸਿੰਘ ਚਲੇ ਜਾਣ, ਜਾਂ ਕੋਈ ਸਰਦਾਰ ਗੁਰਤੇਜ ਸਿੰਘ ਚਲੇ ਜਾਣ, ਜਾਂ ਹੋਰ ਜਿੰਨੇ ਵੀ ਜਿਨ੍ਹਾਂ ਨੇ ਸੰਘਰਸ਼ ਦੇ ਵਿੱਚ ਲੜਾਈ ਲੜੀ ਹੈ 84 ਦੀ। ਉਹ ਬੰਦਾ ਨਾ ਤਾਂ ਕਿਸੇ ਨੂੰ ਬੁਲਾਉਂਦਾ,
ਨਾ ਕਿਸੇ ਦੀ ਗੱਲ ਸੁਣਦਾ, ਨਾ ਕਿਸੇ ਦਾ ਫੋਨ ਅਟੈਂਡ ਕਰਦਾ। ਮੈਂ ਉਹਦੇ ਨਾਲ ਜਿਹੜੇ ਰਹਿੰਦੇ ਆ ਪਪਲਪ੍ਰੀਤ ਹੋਣੀ, ਦੂਜੇ ਤੀਜੇ, ਹੁਣ ਸਾਰੇ ਤਾਂ ਜਾਣਦੇ ਆ। ਮੈਂ ਉਹਨਾਂ ਨੂੰ ਕਿਹਾ ਸੀ ਮੇਰੇ ਨਾਲ ਗੱਲ ਕਰਾਇਓ, ਨਹੀਂ ਗੱਲ ਕਰਾਈ, ਮੈਂ ਦੁਬਾਰਾ ਕਿਹਾ ਨਹੀਂ। ਜੇ ਲੋੜ ਹੋਏਗੀ ਤਾਂ ਖੁਦ ਅਪਰੋਚ ਕਰੇਗਾ। ਅਜੇ ਬੜਾ ਟਾਈਮ ਆਉਣਾ, ਜੇ ਬੜੀਆਂ ਸੰਕਟ ਦੀਆਂ ਘੜੀਆਂ ਆਉਣੀਆਂ, ਤਾਂ ਕੁਝ ਵੀ ਨਹੀਂ, ਅਜੇ ਤਾਂ ਨਥਿੰਗ। ਅਜੇ ਤਾਂ ਇਹ ਤਾਂ ਇੱਕ ਆਪਸੀ ਲੜਾਈ ਹੈ, ਇੱਕ ਮੁੰਡਾ ਹੀ ਕੁੱਟਿਆ ਨਾ। ਇਹ ਤਾਂ ਗੱਲ ਹੀ ਕੁਛ ਨਹੀਂ ਹੈਗੀ। ਇਹ ਤਾਂ ਕਾਲਜ ਯੂਨੀਵਰਸਿਟੀ 'ਚ ਸਾਡੇ ਨਾਲ ਰੋਜ਼ ਹੁੰਦਾ ਸੀ, ਰੋਜ਼ ਲੜਾਈ ਹੁੰਦੀ ਸੀ ਵਿੱਚ। ਬਾਅਦ ਚ ਆਪਣੇ ਪੇਰੈਂਟਸ ਪੈ ਕੇ ਸੁਲ੍ਹਾ ਕਰਾ ਲੈਂਦੇ ਸੀ, ਵਿੱਚ ਪ੍ਰੋਫੈਸਰ ਪੈ ਜਾਂਦੇ ਸੀਗੇ ਵੀ ਲੜ ਪਏ ਮੁੰਡੇ, ਕੋਈ ਗੱਲ ਨਹੀਂ। ਸੱਟਾਂ ਫੇਟਾਂ ਵੀ ਲੱਗਦੀਆਂ ਸੀ, ਲੱਤਾਂ ਵੀ ਟੁੱਟ ਜਾਂਦੀਆਂ ਸੀ, ਗੋਲੀ ਵੀ ਚੱਲ ਜਾਂਦੀ ਸੀ। ਇਹ ਤਾਂ ਗੱਲ ਹੀ ਕੁਛ ਨਹੀਂ ਹੋਈ ਅਜੇ, ਕੁਛ ਵੀ ਨਹੀਂ, ਨਥਿੰਗ। ਚਪੇੜਾ ਹੀ ਮਾਰੀਆਂ ਨਾ, ਕੀ ਮਾਰਿਆ? ਕੁਛ ਨਹੀਂ, ਕੋਈ ਉਹਦੇ ਸੱਟ ਫੇਟ ਨਹੀਂ, ਕੋਈ ਡਾਂਗ ਸੁੱਟਾ ਨਹੀਂ ਮਾਰਿਆ, ਕਿਰਪਾਨ ਨਹੀਂ ਮਾਰੀ, ਕੋਈ ਤੇਜ਼ਧਾਰ ਹਥਿਆਰ ਨਹੀਂ ਵਰਤਿਆ, ਕੋਈ ਫਾਇਰ ਨਹੀਂ ਕੀਤਾ, ਕੁਛ ਵੀ ਨਹੀਂ। ਘਬਰਾ ਇੰਨਾ ਗਏ ਹੈ ਕਿ ਜਿਵੇਂ ਪਤਾ ਨਹੀਂ ਕੀ ਇਹਨਾਂ ਤੇ ਹੁਣ ਲੱਗ ਗਈ ਹੈ UAPA। UAPA ਇਹਨਾਂ ਤੇ ਲਾ ਦੇਣੀ ਹੈ ਏਜੰਸੀਆਂ ਨੇ, ਮੈਨੂੰ ਪਤਾ ਲਾ ਦੇਣੀ ਹੈ ਕਿ ਉਹ ਏਜੰਸੀਆਂ ਕੋਸ਼ਿਸ਼ ਕਰਦੀਆਂ, ਜੇ ਬਚਾਏਗੀ ਤਾਂ ਪੰਜਾਬ ਪੁਲਿਸ ਬਚਾਏਗੀ, ਕਿ UAPA ਬਣਦੀ ਨਹੀਂ। ਪਰ ਇਹਨਾਂ ਤੇ UAPA ਲੱਗਣ ਦੇ ਚਾਂਸ ਨੇ ਕਿ ਏਜੰਸੀਆਂ ਕਹਿਣਗੀਆਂ ਇਹਨਾਂ ਤੋਂ ਦੇਸ਼ ਨੂੰ ਖਤਰਾ ਹੈ। ਇਹਨਾਂ ਨੇ ਜਿੰਨੀਆਂ ਅੱਜ ਤੱਕ ਸਟੇਟਮੈਂਟ ਦਿੱਤੀਆਂ ਗੱਲਾਂ, ਉਹ ਸਾਰੀਆਂ ਹੁਣ ਚੱਕ ਲੈਣੀਆਂ ਏਜੰਸੀਆਂ ਨੇ। ਏਜੰਸੀਆਂ ਨੇ ਰਿਪੋਰਟ ਬਣਾ ਕੇ ਦੇ ਦੇਣੀ ਕਿ ਦੇਖੋ ਇਹ ਬੰਦੇ ਏਦਾਂ ਦੀਆਂ ਕਾਰਵਾਈਆਂ ਕਰਨੀਆਂ ਚਾਹੁੰਦੇ ਨੇ, ਆ ਇਹਨਾਂ ਦੇ ਥਾਟਸ ਨੇ, ਇਹਨਾਂ ਤੇ UAPA ਲਾਓ। ਤੇ UAPA ਲੱਗ ਵੀ ਸਕਦੀ ਹੈ, ਜ਼ਰੂਰੀ ਨਹੀਂ ਹੈ UAPA ਲਾਉਣਾ, ਤਾਂ ਏਜੰਸੀਆਂ ਦਾ ਕੰਮ ਹੈ ਨਾ। ਤੇ ਜੇ UAPA ਲੱਗ ਗਈ ਤਾਂ ਪਿੱਛੇ ਜਾਣ ਵਾਲਾ ਕੌਣ ਹੈ? ਮੈਂ ਅੱਜ ਹੈਰਾਨ ਆ ਕਿ ਇੱਕ ਵੀ ਜਥੇਬੰਦੀ ਦਾ ਬਿਆਨ ਨਹੀਂ ਆਇਆ, ਇੱਕ ਵੀ ਕਿਸੇ ਸੀਨੀਅਰ ਲੀਡਰ ਦਾ ਬਿਆਨ ਨਹੀਂ ਆਇਆ, ਇੱਕ ਵੀ ਸਾਡੇ ਕਿਸੇ ਜਥੇਦਾਰ ਦਾ ਬਿਆਨ ਨਹੀਂ ਆਇਆ ਕਿ ਅਮਰਤਪਾਲ ਸਿੰਘ ਇਹ ਵੀ ਨਹੀਂ ਕਿਹਾ ਕਿ ਮਾੜਾ ਕੀਤਾ। ਜੀ ਜੀ, ਨਾ ਚੰਗਾ ਨਾ ਮਾੜਾ, ਚੁੱਪ ਕਰਕੇ ਬੈਠੇ। ਮੈਂ ਗੱਲ ਹੁੰਦੀ ਕਿ ਮੈਂ ਕਹਿ ਰਿਹਾ ਕਿ ਦੁੱਖ ਲੱਗ ਰਿਹਾ, ਸਾਡੇ ਬੱਚੇ ਹੈ, ਹਰੇ ਜੰਗ ਆਜ਼ਾਦੀ ਦੇ ਰਾਹ ਤੁਰੇ ਆ, ਤਾਂ ਆਪਾਂ ਨੂੰ ਦੁੱਖ ਲੱਗ ਰਿਹਾ ਵੀ ਇਹਨਾਂ ਦੀ ਗੱਲ ਕਰੀਏ। ਬਣਦੀ ਨਹੀਂ ਵੈਸੇ ਕਿ ਜਦੋਂ ਪੁੱਛਦਾ ਹੀ ਕਿਸੇ ਨੂੰ, ਉਹ ਪੁੱਛਦਾ ਹੀ ਨਹੀਂ ਨਾ ਕਿਸੇ ਨੂੰ। ਹੁਣ ਕੌਣ ਆਏਗਾ ਪਿੱਛੇ? ਜੇ ਦੂਜੇ ਪਾਸੇ ਸ਼ਰੇਆਮ ਦਾ ਨਾਮ ਆ ਗਿਆ ਤਾਂ ਰਹਿੰਦੀ ਖੁੰਦੀ ਵੀ ਕਸਰ ਨਿਕਲ ਗਈ, ਕਿਸੇ ਨੇ ਵੀ ਨਹੀਂ ਆਉਣਾ। ਅਗਲੇ ਨੇ ਕਹਿਣਾ ਜੀ ਠੀਕ ਹੈ, ਹੁਣ ਅਸੀਂ ਅਜਨਾਲੇ ਦਾ ਤੇ ਅਮਰਤਪਾਲ ਦਾ ਪੰਗਾ ਆਪੇ ਨਿਬੇੜ ਲੈਣਗੇ। ਦੋ ਧਿਰਾਂ, ਸਿੱਖਾਂ ਦੀਆਂ ਦੋ ਧਿਰਾਂ ਦੀ ਲੜਾਈ ਹੋ ਗਈ। ਮਤਲਬ ਤੁਹਾਨੂੰ ਇਹ ਲੱਗਦਾ ਕਿ ਸਿਆਣੇ ਜਾਂ ਕੋਈ ਹੋਰ ਸਟੇਟਮੈਂਟ ਇਹਨਾਂ ਦੇ ਹੱਕ ਦੇ ਵਿੱਚ ਜਾਂ ਵਿਰੋਧ ਦੇ ਵਿੱਚ ਇਸ ਕਰਕੇ ਨਹੀਂ ਦੇ ਰਿਹਾ ਭਈ, ਜਦੋਂ ਤੁਸੀਂ ਪਹਿਲਾਂ ਕਹਿ ਕੇ ਹਟਿਓ ਕਿ ਉਹ ਬੁਲਾਉਂਦਾ ਨਹੀਂ ਕਿਸੇ ਨੂੰ ਅਮਰਤਪਾਲ ਸਿੰਘ ਆਪ? ਮੈਂ ਪਿੱਛੇ ਜੇ ਸੁਣਿਆ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, MP ਸੰਗਰੂਰ ਤੋਂ, ਉਹ ਵੀ ਪੱਤਰਕਾਰਾਂ ਦੇ ਨਾਲ ਇੱਕ ਵਾਰ ਗੱਲ ਕਰ ਰਹੇ ਸੀਗੇ ਪਿੱਛੇ ਜਿਹੇ, ਤੇ ਉਹ ਪੱਤਰਕਾਰਾਂ ਨੇ ਪੁੱਛਿਆ ਕਿ ਅਮਰਤਪਾਲ ਸਿੰਘ ਹੋਰਾਂ ਨੂੰ ਤੁਸੀਂ ਮਿਲੇ? ਤਾਂ ਉਹਨਾਂ ਨੇ ਅੱਗੋਂ ਆਖਿਆ, ਕਹਿੰਦੇ ਕਿ ਮੈਂ ਬਜ਼ੁਰਗ ਹੈਗਾ, ਕਹਿੰਦੇ ਉਹ ਬੱਚਾ ਆ, ਕਹਿੰਦੇ ਉਹਦਾ ਫਰਜ਼ ਬਣਦਾ, ਬੱਚੇ ਦਾ ਫਰਜ਼ ਬਣਦਾ ਕਿ ਉਹ ਬਜ਼ੁਰਗ ਨੂੰ ਆ ਕੇ ਪਹਿਲਾਂ ਬੁਲਾਵੇ। ਸੋ ਉਹਨਾਂ ਨੇ ਵੀ ਇੱਕ ਰੰਜ ਜਿਹਾ ਕੀਤਾ, ਆਵਾਜ਼ ਚੋਂ ਝਲਕਦਾ ਸੀਗਾ ਰੰਜ। ਸੋ ਤੁਹਾਨੂੰ ਲੱਗਦਾ ਕਿ ਸ਼ਾਇਦ ਇਸੇ ਕਰਕੇ ਸਾਰੇ ਥੋੜਾ ਜਿਹਾ ਦੂਰੀ ਬਣਾ ਕੇ ਬੈਠੇ ਅਮਰਤਪਾਲ ਸਿੰਘ ਹੋਰਾਂ ਤੋਂ? ਨਹੀਂ, ਦੇਖੋ ਹਰ ਬੰਦੇ ਦੀ ਆਪਣੀ ਸੈਲਫ ਰਿਸਪੈਕਟ ਹੁੰਦੀ ਹੈ। ਜੇ ਤੁਸੀਂ ਕਿਸੇ ਨੂੰ ਰਿਸਪੈਕਟ ਦਿਓਗੇ ਤਾਂ ਰਿਸਪੈਕਟ ਲਓਗੇ ਨਾ। ਜੋ ਹੋਇਆ ਅੱਜ, ਅਸੀਂ ਸਵੇਰ ਦੇ ਇੱਕ ਦੂਜੇ ਨੂੰ ਫੋਨ ਕਰਕੇ ਡਾਕਟਰ ਢਿੱਲੋਂ ਅਸੀਂ ਗੱਲਾਂ ਕਰ ਰਹੇ ਹਾਂ ਇਸੇ ਤੇ। ਕੱਲ ਦੀ ਚਿੰਤਾ ਸੀਗੀ ਵੀ ਇਹ ਕੀ ਕਿੱਧਰ ਨੂੰ ਤੁਰ ਪਿਆ, ਆਜ਼ਾਦੀ ਦੀ ਰਾਹ ਕਿੱਧਰ ਸੀ। ਸਾਰ ਕੋਈ ਇਹੀ ਕਹਿ ਰਿਹਾ ਸੀ ਬਚਕਾਨਾ ਕਾਰਵਾਈ ਹੈ, ਬਹੁਤ ਬੇਵਕੂਫਾਂ ਵਾਲੀ ਗੱਲ ਹੈ, ਕਿਸੇ ਨੇ ਸੁਣਾਇਆ ਨਹੀਂ। ਔਰ ਜੇ ਇਹ ਗੱਲ ਕੀਤੀ ਕਿ ਆਪਾਂ ਨੂੰ ਕੋਈ ਕਹਿਣਾ ਚਾਹੀਦਾ, ਉਹ ਕਹਿੰਦੇ ਉਹ ਕਿਹੜਾ ਸੁਣਦਾ ਜੀ ਕਿਸੇ ਉਹਨੂੰ ਕਹਿਣਾ, ਕਹੋ ਤਾਂ ਉਹਨੂੰ ਜੇ ਕੁਝ ਸੁਣੇ। ਇਹਦੇ ਚ ਕਮੀ ਹੈ, ਦੂਰ ਕਰਨੀ ਚਾਹੀਦੀ ਹੈ। ਤੁਹਾਡੇ ਹਿਸਾਬ ਨਾਲ ਫਿਰ ਨੌਜਵਾਨਾਂ ਨੂੰ ਕਿੱਦਾਂ ਲੈਣਾ ਚਾਹੀਦਾ? ਕਿਉਂਕਿ ਹੁਣ ਜਿੱਦਾਂ ਮੰਨ ਲਓ ਉਹਨਾਂ ਨੇ ਸਵੇਰੇ ਅਪੀਲ ਕੀਤੀ ਹੈ ਕਿ ਮੇਰੇ ਪਿੰਡ ਪਹੁੰਚੋ ਵੱਡੀ ਗਿਣਤੀ ਵਿੱਚ, ਹੁਣ ਨੌਜਵਾਨ ਤੁਸੀਂ ਦੇਖੋ ਉਹਨਾਂ ਦੇ ਮਨਾਂ ਵਿੱਚ ਇੱਕ ਕਰੇਜ਼ ਵਾ, ਉਹਨਾਂ ਦੇ ਮਨਾਂ ਦੇ ਵਿੱਚ ਇੱਕ ਅਮਰਤਪਾਲ ਸਿੰਘ ਉਹਨਾਂ ਨੂੰ ਪਸੰਦ ਕਰਦੇ ਆ, ਨਾਲ ਸੈਲਫੀਆਂ ਲੈਣੀਆਂ ਪਸੰਦ ਕਰਦੇ ਆ, ਫਿਰ ਫੇਸਬੁੱਕ ਦੇ ਉੱਪਰ ਉਹਨੂੰ ਸ਼ੇਅਰ ਕਰਨੀਆਂ ਪਸੰਦ ਕਰਦੇ ਆ, WhatsApp ਦੇ ਉੱਪਰ ਸਟੇਟਸ ਲਾ ਕੇ ਵੀ ਅਸੀਂ ਅਮਰਤਪਾਲ ਸਿੰਘ ਨੂੰ ਮਿਲ ਕੇ ਆਏ ਆ। ਮਤਲਬ ਨੌਜਵਾਨਾਂ ਦੇ ਅੰਦਰ ਇੱਕ ਚਾਅ ਹੁੰਦਾ ਹੈਗਾ। ਫਿਰ ਜਦੋਂ ਇਦਾਂ ਦੇ ਹਾਲਾਤਾਂ ਵਿੱਚ ਜਦੋਂ ਇਸ ਕਿਸਮ ਦੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਆ, ਕੁੱਟਮਾਰ ਹੋ ਗਈ, ਭਾਵੇਂ ਉਹ ਮੁੱਕਰ ਰਹੇ ਆ ਕਿ ਕਹਿੰਦੇ ਨਹੀਂ ਸਾਡੇ ਵੱਲੋਂ ਇਦਾਂ ਦਾ ਕੁਝ ਨਹੀਂ ਕੀਤਾ ਗਿਆ, ਪਰ ਉਹ ਸਮਰਧਾਰੀ ਨੌਜਵਾਨ ਦੇ ਵੱਲੋਂ ਕਿਹਾ ਜਾ ਰਿਹਾ ਕਿ ਨਹੀਂ ਇਹਨਾਂ ਨੇ ਮੇਰੇ ਨਾਲ ਕੁੱਟਮਾਰ ਵੀ ਕੀਤੀ ਆ, ਮਾਰੀ ਸ਼ਬਦਾਵਲੀ ਵੀ ਵਰਤੀ ਆ, ਮੈਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਵੀ ਕੱਢੀਆਂ ਨੇ। ਉਹ ਨੌਜਵਾਨ ਇਦਾਂ ਦੀ ਸਟੇਟਮੈਂਟ ਦੇ ਰਿਹਾ। ਸੋ ਇਦਾਂ ਦੇ ਹਾਲਾਤਾਂ ਵਿੱਚ ਅਮਰਤਪਾਲ ਸਿੰਘ ਹੋਰੀ ਜਦੋਂ ਸੱਦਾ ਦਿੰਦੇ ਆ ਕਿ ਆਓ ਵੱਡੀ ਗਿਣਤੀ ਵਿੱਚ ਮੇਰੇ ਪਿੰਡ ਪਹੁੰਚੋ, ਫਿਰ ਨੌਜਵਾਨਾਂ ਨੂੰ ਤੁਹਾਡੇ ਹਿਸਾਬ ਦੇ ਨਾਲ ਕਿੱਦਾਂ ਚਾਹੀਦਾ ਹੈਗਾ ਕਿ ਉਹ ਕਹਿਣ ਪਏ ਠੀਕ ਹੈ ਜੀ ਭਾਈ ਸਾਹਿਬ ਜੀ ਸਾਨੂੰ ਤੁਸੀਂ ਹੁਕਮ ਲਾਓ, ਅਸੀਂ ਤੁਹਾਡਾ ਹੁਕਮ ਖਿੜੇ ਮੱਥੇ ਮੰਨਾਂਗੇ? ਕੀ ਕਰਨਾ ਚਾਹੀਦਾ ਨੌਜਵਾਨਾਂ ਨੂੰ? ਕਿੱਧਰ ਜਾਣ ਨੌਜਵਾਨ? ਦੇਖੋ ਹੁਣੇ ਮੈਂ ਆਪਣੀ ਸ਼ੁਰੂ ਹੋਣ ਤੋਂ ਡਿਬੇਟ ਪਹਿਲਾਂ ਪੜ੍ਹ ਰਿਹਾ ਸੀ, ਲੱਖੇ ਸਿਧਾਣੇ ਨੇ ਵੀ ਕਾਲ ਦੇ ਦਿੱਤੀ ਕਿ ਸਾਰੇ ਉੱਥੇ ਪਹੁੰਚੋ ਜੀ। ਇਸ ਨੂੰ ਇੱਥੇ ਕੀ ਹੋਏਗਾ? ਜਿੱਦਾਂ ਆ 4 ਦਿਨ ਪਹਿਲਾਂ ਇੱਥੇ ਮਹਾਲੀ ਹੋ ਕੇ ਹਟਿਆ ਚੰਡੀਗੜ੍ਹ ਪੁਲਿਸ ਦੇ ਨਾਲ ਜੀ, ਕੁਝ ਬੰਦਿਆਂ ਵੱਲੋਂ ਜਿਹੜੀ ਉੱਥੇ ਕੰਮ ਸ਼ੁਰੂ ਕਰਾਇਆ ਸਰਕਾਰ ਨੇ, ਉੱਥੇ ਮੈਂ ਤਾਂ ਜਾ ਕੇ ਆਇਆ ਬਾਅਦ ਚ, ਉੱਥੇ ਕਹਿੰਦੇ ਵੀ ਪਹਿਲਾਂ ਬਾਈਆਂ ਤੋਂ ਪੁਲਿਸ ਨੇ ਪੱਥਰ ਮਰਵਾਏ ਚੰਡੀਗੜ੍ਹ ਪੁਲਿਸ ਨੇ,
ਤੇ ਜਦੋਂ ਇਹਨਾਂ ਨੇ ਸ਼ੁਰੂ ਕੀਤਾ ਤੇ ਉਧਰੋਂ ਵੀ ਕੁਝ ਵਿੱਚ ਹੁਣ ਯੂਥ ਹੈਗਾ ਭੜਕ ਜਾਂਦਾ, ਕੰਟਰੋਲ ਤੋਂ ਬਾਹਰ ਸੀ, ਹੋ ਗਿਆ, ਪਰਚੇ ਦਰਜ ਹੋ ਗਏ, 307 ਦੇ ਪਰਚੇ ਦਰਜ ਹੋਏ ਆ। ਹਾਂਜੀ 40 ਬੰਦਿਆਂ ਦੀ ਲਿਸਟ ਬਣ ਕੇ ਫੋਟੋਆਂ ਜਾਰੀ ਹੋ ਚੁੱਕੀਆਂ। ਹੋ ਚੁੱਕੀ 307 ਦੇ ਵਿੱਚ 6 ਮਹੀਨੇ ਜ਼ਮਾਨਤ ਨਹੀਂ ਹੁੰਦੀ। ਜੀ ਉਸ ਤੋਂ ਬਾਅਦ ਜੋ ਹੋਣਾ ਉਹ ਬਾਅਦ ਦੀਆਂ ਗੱਲਾਂ ਨੇ, ਬਰੀ ਹੋ ਜਾ ਜੋ ਮਰਜ਼ੀ ਹੋ ਜਾ। ਜਿਹੜਾ ਬੰਦਾ 6 ਮਹੀਨੇ ਲਈ ਅੰਦਰ ਚਲਾ ਗਿਆ ਨਾ, ਜੀ ਤੇ ਉਹਦੇ ਪਰਿਵਾਰ ਨੂੰ ਪਤਾ ਹੁੰਦਾ ਕਿ ਜਿਹੜੇ ਉਂਝ ਹੀ ਇੱਥੇ ਰਲੇ ਹੋਏ ਆ ਭੱਜ ਕੇ, ਜਿਨ੍ਹਾਂ ਦੀ ਕੋਈ ਮੂਵਮੈਂਟ ਕਿਸੇ ਨਾਲ ਕੋਈ ਸੰਬੰਧ ਨਹੀਂ, ਜਿਨ੍ਹਾਂ ਦਾ ਪਤਾ ਹੀ ਨਹੀਂ ਕਿ ਆਜ਼ਾਦੀ ਦੀ ਮੂਵਮੈਂਟ, ਇੱਥੇ ਆਜ਼ਾਦੀ ਦੀ ਮੂਵਮੈਂਟ ਤਾਂ ਚੱਲ ਨਹੀਂ ਰਹੀ, ਰਿਹਾਈ ਸਿੰਘਾਂ ਦੀ ਗੱਲ, ਬੰਦੀ ਸਿੰਘਾਂ ਦੀ ਗੱਲ ਚੱਲ ਰਹੀ ਹੈ। ਜੀ ਜੇ ਉੱਥੇ ਇਕੱਠ ਹੋ ਗਿਆ, ਇਹਨਾਂ ਨੇ ਥਾਣੇ ਦਾ ਘਿਰਾਓ ਕਰ ਲਿਆ ਅਜਨਾਲੇ ਦਾ, ਜਾਂ ਇਹਨਾਂ ਦੀ ਪੁਲਿਸ ਨਾਲ ਝੜਪ ਹੋ ਗਈ, ਉਹਦੇ ਵਿੱਚ ਸਰਕਾਰ ਆਪਣੇ ਬੰਦੇ ਵਾੜੇਗੀ। ਇਹ ਅਮਰਤਪਾਲ ਗੱਲ ਨੋਟ ਕਰ ਲਵੇ, ਇਹਨੂੰ ਇਹ ਸਮਝ ਲੈਣਾ ਚਾਹੀਦਾ, ਜੇ ਇਹਨੇ ਇਤਿਹਾਸ ਨਹੀਂ ਪੜ੍ਹਿਆ, ਪਿਛਲਾ ਇਹਨੇ ਨਹੀਂ ਵਾਚਿਆ ਸਾਡੀ 40 ਸਾਲ ਦੀ ਸੰਘਰਸ਼ ਨੂੰ, ਤਾਂ ਇੱਕ ਵਾਰੀ ਦੁਬਾਰਾ ਧਿਆਨ ਕਰ ਲਵੇ। ਉਹਦੇ ਵਿੱਚ ਪੁਲਿਸ ਦੇ ਬੰਦੇ ਵੀ ਹੋਣਗੇ, ਕੈਟ ਹੋਣਗੇ, ਏਜੰਸੀਆਂ ਦੇ ਬੰਦੇ ਹੋਣਗੇ, ਜਿਹੜੇ ਉੱਥੇ ਮਾਹੌਲ ਖਰਾਬ ਕਰਨਗੇ। ਜੀ ਉਹ ਪੱਥਰ ਮਾਰਨਗੇ, ਥਾਣੇ ਤੇ ਇੱਕ ਪੱਥਰ ਮਾਰਨਗੇ ਤੇ ਫਿਰ ਉੱਥੋਂ ਗੋਲੀ ਵੀ ਚੱਲਦੀ ਹੈ, ਫਿਰ ਉਹ ਕੰਮ ਹੋ ਜਾਏਗਾ। ਬਹਿਬਲ ਕਲਾਂ ਕੀ ਹੋਇਆ ਸੀ, ਅੱਜ ਜੋ ਮਰਜ਼ੀ ਝੂਠ ਬੋਲੀ ਜਾਣ, ਕਿਰਪਾਨਾਂ ਕਰਕੇ ਉੱਥੇ ਲੜਾਈ ਹੋਈ, ਪੁਲਿਸ ਵਾਲੇ ਜ਼ਖਮੀ ਵੀ ਹੋਏ ਸੀ ਤੇ ਗੋਲੀ ਚੱਲੀ। ਇਹ ਗੱਲ ਮਤਲਬ ਉਹ ਵੀਡੀਓ ਹੈ ਜਿਹਦੇ ਵਿੱਚ ਕਿਰਪਾਨਾਂ ਪੁਲਿਸ ਵਾਲਿਆਂ ਨੂੰ ਵੀ ਮਾਰੀਆਂ, ਲੋਕ ਪੈ ਗਏ, ਜਿੱਦਾਂ ਵੀ ਹੋਇਆ, ਆਖਰ ਗੋਲੀ ਚੱਲੀ। ਕਿੱਥੇ ਪਹੁੰਚੇ ਅਸੀਂ, 2 ਬੰਦੇ ਮਰਵਾ ਲਏ, ਅੱਜ ਤੱਕ ਅਸੀਂ ਉੱਥੇ ਸੜਕ ਤੇ ਬੈਠੇ ਆ, 8 ਸਾਲ ਹੋ ਗਏ। ਜੀ ਹੁਣ ਕੀ ਹੈ ਕਿ ਉੱਥੇ ਮੰਨ ਲਓ ਲੱਖਾ ਸਿਧਾਣਾ ਵੀ ਪਹੁੰਚ ਜਾਂਦਾ, ਯੂਥ ਪਹੁੰਚ ਜਾਂਦਾ, ਯੰਗ ਮੁੰਡੇ ਹੈ ਨਾ, ਸਿਆਣਾ ਤਾਂ ਨਾਲ ਕੋਈ ਹੈ ਨਹੀਂ, ਇਹ ਮੁੰਡਿਆਂ ਦੀ ਬਰਾਤ ਹੈ ਜਿਹੜੀ ਕਦੇ ਡੋਲਾ ਲੈ ਕੇ ਨਹੀਂ ਮੁੜਦੀ, ਰੰਗ ਮੁੜਦੀ ਹੁੰਦੀ ਹੈ। ਇਹ ਉੱਥੇ ਕੋਈ ਥਾਣਾ ਘਰਾਓ ਕਰਦੇ ਨੇ ਜਾਂ ਪੁਲਿਸ ਨਾਲ ਝੜਪ ਹੁੰਦੀ ਹੈ, ਪੁਲਿਸ ਉੱਥੇ ਅਰੈਸਟ ਕਰਨ ਅਮਰਤਪਾਲ ਨੂੰ ਆਉਂਦੀ ਹੈ, ਉੱਥੇ ਝੜਪ ਹੁੰਦੀ ਹੈ, ਕੋਈ ਨੁਕਸਾਨ ਹੋ ਜਾਂਦਾ ਹੈ, ਉਹ ਇਹ ਸਾਰੀ ਮੂਵਮੈਂਟ ਫੇਲ ਹੋ ਜਾਏਗੀ। ਇਹਨਾਂ ਤੇ ਉਹ ਪਰਚੇ ਦਰਜ ਹੋ ਜਾਣਗੇ ਜਿਹੜੇ ਮੁੜ ਕੇ ਕਿਸੇ ਕੋਈ ਮੁਲਾਕਾਤਾਂ ਤਾਂ ਨਹੀਂ ਆਉਂਦਾ ਹੁੰਦਾ। 26 ਸਾਲ ਬਾਅਦ ਭਾਈ ਦਇਆ ਸਿੰਘ ਹੋਣੀ ਆਏ ਨੇ, ਕੋਈ ਬੰਦਾ ਮੁਲਾਕਾਤ ਨਹੀਂ ਕਰਨ ਗਿਆ ਵਿੱਚ, ਜੀ ਵਾਕਈ ਨਹੀਂ ਜਾਂਦੇ ਲੋਕ। ਵਾਕਈ ਫਿਰ ਇਹ ਉਹਨਾਂ ਚਿਰ ਹੀ ਹੁੰਦਾ, ਚੜ੍ਹਦੇ ਸੂਰਜ ਨੂੰ ਸਲਾਮ ਹੁੰਦੀ ਹੈ। ਇਹ ਗੱਲ ਤੋਂ ਇਹਨਾਂ ਨੂੰ ਅਵੋਇਡ ਕਰ ਲੈਣਾ ਚਾਹੀਦਾ, ਲੱਖਾ ਸਿਧਾਣਾ ਨੂੰ ਵੀ, ਅਮਰਤਪਾਲ ਸਿੰਘ ਨੂੰ ਵੀ, ਕਿ ਅਸੀਂ ਕੋਈ ਪੁਲਿਸ ਨਾਲ ਸਾਡਾ ਟਕਰਾਓ ਨਹੀਂ। ਇਹਨਾਂ ਨੇ ਅੱਜ ਜੋ ਕੀਤਾ ਕਿ ਅਸੀਂ ਦੇਖ ਲਾਂਗੇ, ਸਾਨੂੰ ਵੀ ਆਉਂਦਾ ਕਰਨਾ, ਇਹ ਏਦਾਂ ਦੀਆਂ ਉਹ ਕਰ ਰਿਹਾ ਸੀ, ਬੇਤੁਕੀਆਂ ਹੋਛੀਆਂ ਗੱਲਾਂ ਜਿਹੜੀਆਂ ਇੱਕ ਜਰਨੈਲ ਨੂੰ ਨਹੀਂ ਸੋਭਾ। ਅੱਜ ਜਰਨੈਲ ਹੈ ਕੌਮ ਦਾ, ਅੱਜ ਇਹਨੂੰ ਯੂਥ ਨੇ ਜਰਨੈਲ ਮੰਨ ਲਿਆ। ਜੀ ਯੂਥ ਜਰਨੈਲ ਹੈ ਤਾਂ ਜਰਨੈਲਾਂ ਵਾਲੀ ਗੱਲ ਕਰੇ, ਜਰਨੈਲਾਂ ਵਾਲੀ ਗੱਲ ਕਰੇ, ਕੋਈ ਨਾਲ ਚੰਗੇ ਸਲਾਹਕਾਰ ਰੱਖੇ, ਇੱਕ ਬੁਲਾਰਾ ਰੱਖੇ, ਕੇਵਲ ਇੱਕ ਬੁਲਾਰਾ। ਇਹਦਾ ਜਣਾ ਖਣਾ ਲੱਲੀ ਚੱਲੀ ਕੋਈ ਨਾ ਕੋਈ ਸਟੇਟਮੈਂਟ ਦੇ ਦਿੰਦਾ, ਉਹ ਏਡੀ ਘਟੀਆ ਸਟੇਟਮੈਂਟ ਹੁੰਦੀ ਹੈ ਕਿ ਸਾਰੀ ਇਮੇਜ ਖਰਾਬ ਹੋ ਜਾਂਦੀ ਹੈ ਕਿ ਇਹ ਲੋਕ ਆਜ਼ਾਦੀ ਦੀ ਜੰਗ ਲੜਨਗੇ। ਆਜ਼ਾਦੀ ਦੀ ਜੰਗ ਲੜਨ ਲਈ ਤੁਹਾਨੂੰ ਵਿਜ਼ਨ ਚਾਹੀਦਾ, ਕੋਈ ਸਟ੍ਰੈਟਜੀ ਚਾਹੀਦੀ ਹੈ, ਤੁਹਾਡੇ ਇੱਕ ਪੂਰਾ ਇੱਕ ਥਿੰਕ ਟੈਂਕ ਚਾਹੀਦਾ ਜਿਹੜਾ ਤੁਹਾਨੂੰ ਗਾਈਡ ਕਰੇ। ਐਵੇਂ ਥੋੜਾ ਲੜਾਈਆਂ ਲੜੀਆਂ ਜਾਂਦੀਆਂ। ਕਿਵੇਂ ਜਿੱਤਿਆ ਅਫਗਾਨਿਸਤਾਨ ਦੇ 20 ਸਾਲ 32 ਦੇਸ਼ਾਂ ਨਾਲ ਜੰਗ ਲੜੀ ਹੈ। ਇਹ ਏਦਾਂ ਥੋੜਾ ਲੜੀਆਂ ਜਾਂਦੀਆਂ ਕਿ ਅਸੀਂ ਦੇਖ ਲਾਂਗੇ, ਅਸੀਂ ਕਰ ਲਾਂਗੇ, ਅਸੀਂ ਏਦਾਂ ਨਹੀਂ ਹੋਣਾ। ਠੀਕ ਹੈ, ਜਾਂ ਤਾਂ ਤੁਸੀਂ ਧਰਮ ਪ੍ਰਚਾਰ ਸ਼ੁਰੂ ਕੀਤਾ, ਅੰਮ੍ਰਿਤ ਸੰਚਾਰ ਸ਼ੁਰੂ ਕੀਤਾ, ਕਰੀ ਚੱਲੋ, ਅਜੇ ਆਪਣੀ ਟੀਮ ਬਣਾਓ ਜੀ। ਅਜੇ ਤੁਸੀਂ ਕੋਈ ਤੁਹਾਨੂੰ ਗਾਲਾਂ ਕੱਢ ਜੇ। ਹੁਣ ਮੈਂ ਅੱਜ ਇਹੀ ਸੋਚ ਰਿਹਾ ਸੀ ਕਿ ਯੂਥ ਨੇ, ਸਾਡਾ ਯੂਥ ਜਿਹੜਾ ਹੈ ਉਹ ਮਤਲਬ ਬੇਲਗਾਮ ਹੋਇਆ ਪਿਆ, ਲਵਾਰਸ ਹੋਇਆ ਪਿਆ। ਉਹਨਾਂ ਨੂੰ ਦੀਪ ਸਿੱਧੂ ਮਿਲਿਆ, ਉਹਦੇ ਪਿੱਛੇ ਭੱਜ ਲਏ, ਟਕੈਤ ਮਿਲਿਆ, ਉਹਦੇ ਪਿੱਛੇ ਭੱਜ ਲਏ, ਚੜੂਨੀ ਮਿਲਿਆ, ਉਹਦੇ ਪਿੱਛੇ ਭੱਜ ਲਏ। ਇਸੇ ਤਰ੍ਹਾਂ ਹੁਣ ਅਮਰਤਪਾਲ ਆਇਆ ਤੇ ਇਹਦੇ ਪਿੱਛੇ ਲੱਗ ਗਏ। ਯੂਥ ਸਾਡਾ ਜਿਹੜਾ ਹੈ ਨਾ ਲੀਡਰਲੈਸ ਹੈ। ਯੂਥ ਨੇ ਹੁਣ ਇਹਨੂੰ ਚੰਨ ਸਮਝਿਆ ਕਿ ਇਹ ਇੱਕ ਸਾਡੇ ਲਈ ਚੰਨ ਆ ਗਿਆ, ਤੇ ਚੰਨ ਦੇ ਉੱਤੇ ਥੁੱਕਣ ਵਾਲੇ ਬਹੁਤ ਨੇ। ਤੇ ਇਹ ਚੰਨ ਨੇ ਸੋਚਣਾ ਨਾ ਕਿ ਮੈਂ ਹੁਣ ਥੁੱਕਣ ਵਾਲਿਆਂ ਨਾਲ ਲੜਨ ਜਾਵਾਂ, ਥੁੱਕੀ ਜਾਓ, ਉਹਨਾਂ ਦੇ ਮੂੰਹ ਤੇ ਹੀ ਡਿੱਗੇਗਾ ਨਾ। ਅਕਲ ਤਾਂ ਚਾਹੀਦੀ ਹੈ ਕੁਝ ਬੰਦੇ ਨੂੰ। ਮੇਰੇ ਤੇ ਕੋਈ ਇਲਜ਼ਾਮ ਲਾ ਰਿਹਾ, ਕੋਈ ਕਹਿ ਰਿਹਾ ਝੂਠੇ ਇਲਜ਼ਾਮ ਲਾ ਰਿਹਾ, ਮੈਨੂੰ ਕਹਿ ਰਿਹਾ ਬੰਦਾ ਇਹ ਹੈ, ਉਹ ਏਜੰਸੀਆਂ ਦਾ ਬੰਦਾ ਹੈ, ਫਲਾਣਾ ਬੰਦਾ ਹੈ, ਪਰਿਵਾਰ ਬਾਰੇ ਜੋ ਮਰਜ਼ੀ ਬੋਲੀ ਜਾਓ, ਸੁਣਨਾ ਹੀ ਨਹੀਂ। ਹਾਥੀ ਦੀ ਚਾਲ ਚੱਲਣਾ ਪਏਗਾ। ਜਦ ਤੱਕ ਤੁਸੀਂ ਹਾਥੀ ਦੀ ਚਾਲ ਨਹੀਂ ਚੱਲਦੇ, ਤੁਹਾਨੂੰ ਕੁੱਤੇ ਅਜਨਾਲੇ ਤੋਂ ਬਿਆਸ ਤੱਕ ਵੀ ਨਹੀਂ ਆਉਣ ਦਿੰਦੇ। ਦਿੱਲੀ ਤਾਂ ਬੜੀ ਦੂਰ ਹੈ, ਵਾਕਈ ਵਾਕਈ ਬਹੁਤ ਦੂਰ ਹੈ। ਇਹ ਗੱਲਾਂ ਇਸ ਨੂੰ ਸੋਚਣੀਆਂ ਪੈਣਗੀਆਂ। ਖਾ ਲੈਣ ਦਿਓ ਮਾਰ, ਕੋਈ ਗੱਲ ਨਹੀਂ। ਥੋੜਾ ਜਿਹਾ ਪਤਾ ਕਿ ਸੇਕ ਵੀ ਲੱਗਣਾ ਚਾਹੀਦਾ। ਜਦੋਂ ਥੋੜਾ ਜਿਹਾ ਪਤਾ ਲੱਗੇਗਾ ਨਾ, ਮਾਰ ਤਾਂ ਜੁੱਤੀਆਂ ਖਾ ਕੇ ਅਕਲ ਆਉਂਦੀ ਹੈ, ਕਦੇ ਬਦਾਮ ਖਾ ਕੇ ਅਕਲ ਨਹੀਂ ਆਉਂਦੀ, ਧੱਕੇ ਖਾ ਕੇ ਹੀ ਆਉਂਦੀ ਹੈ। ਅਜੇ ਧੱਕੇ ਪਏ ਨਹੀਂ, ਅਜੇ ਤਾਂ ਤਾਜ਼ਾ ਦਵਾਈ ਤੋਂ ਆਇਆ। ਅਜੇ ਉਹ ਜਿਵੇਂ ਇੱਕ ਕਬੱਡੀ ਦੇ ਮੈਦਾਨ 'ਚ ਇੱਕ ਟੀਮ ਆ ਜਾਂਦੀ ਹੈ ਨਾ, ਤਾਂ ਉਹ ਪੂਰਾ ਗੇੜੇ ਕੱਢਦੀ ਹੈ, ਤੇ ਜਦੋਂ ਅੱਗੇ ਜਾਫੀ ਆ ਜਾਂਦੇ ਆ ਨਾ, ਤਾਂ ਫਿਰ ਪਤਾ ਲੱਗਦਾ ਵੀ ਕਿਹੜਾ ਉੱਥੋਂ ਨਿਕਲਦਾ। ਅਜੇ ਕੱਲੀ ਰੇਡ ਪੈ ਰਹੀ ਹੈ, ਜੱਫਾ ਤਾਂ ਪੈਣਾ ਹੈ, ਅਜੇ ਜੱਫਾ ਤਾਂ ਪਿਆ ਹੀ ਨਹੀਂ। ਹੁਣ ਪਤਾ ਲੱਗੂਗਾ। ਅਜੇ ਕੁਛ ਨਹੀਂ ਵਿਗੜਿਆ। ਜੇ ਇਹਦੇ ਨਾਲ ਕੋਈ 2 ਸਿਆਣੇ ਬੰਦੇ ਨੇ, 4 ਬੰਦੇ ਨੇ, ਚੁੱਪ ਕਰਕੇ ਐਸਐਸਪੀ ਸਾਹਿਬ ਨੂੰ ਫੋਨ ਕਰੇ, ਦੱਸੋ ਜੀ ਕਿਹੜੇ ਬੰਦੇ ਚਾਹੀਦੇ ਆ, ਕਿੰਨਾ ਤੇ ਪਰਚਾ ਦਰਜ, ਅਸੀਂ ਲੈ ਕੇ ਪੇਸ਼ ਕਰ ਦਿੰਦੇ ਜੀ। ਗੱਲ ਤਾਂ ਏਦਾਂ ਹੁੰਦੀ ਆ। ਤੁਸੀਂ ਪੁਲਿਸ ਨੂੰ ਪੁਲਿਸ ਜਾਣ ਦੀ ਹਾਂਜੀ ਜਿੰਨੀਆਂ ਵੀ ਤੁਸੀਂ ਹੁਣ ਗੱਲਾਂ ਕੀਤੀਆਂ ਨੇ ਬਈ ਅਮਰਤਪਾਲ ਸਿੰਘ, ਹੁਣ ਤੁਹਾਡੀ ਗੱਲਬਾਤ ਅਮਰਤਪਾਲ ਸਿੰਘ ਹੋਰਾਂ ਤੱਕ ਵੀ ਜ਼ਰੂਰ ਮੈਨੂੰ ਲੱਗਦਾ ਪਹੁੰਚੂਗੀ। ਹੁਣ ਤੁਹਾਡੀਆਂ ਗੱਲਾਂ ਸੁਣ ਕੇ ਹੋ ਸਕਦਾ ਕਹਿਣ ਕਿ ਯਾਰ ਵੀ ਤੁਸੀਂ ਉਹੀ ਕਹੀ ਜਾ ਰਹੇ ਹੋ ਵੀ ਆਪਾਂ ਤੇ
ਕੁੱਟਮਾਰ ਕੀਤੀ ਹੋਈ ਨਹੀਂ ਹੈਗੀ, ਵੀ ਮੈਂ ਤੇ ਕਹਿ ਰਿਹਾ ਕਿ ਮੈਂ ਕੀਤਾ ਹੀ ਕੁਝ ਨਹੀਂ ਹੈਗਾ, ਵੀ ਤੁਸੀਂ ਮੈਨੂੰ ਆਪ ਹੀ ਗੁਨਾਹਗਾਰ ਬਣਾਈ ਜਾ ਰਹੇ ਹੋ। ਉਹਨਾਂ ਦੇ ਦਿਮਾਗ 'ਚ ਇੱਦਾਂ ਚੱਲਦਾ ਹੋਊਗਾ। ਤੇ ਕੁਝ ਕਹਿਣਾ ਚਾਹੋਗੇ, ਕੁਝ ਸਮਝਾਉਣਾ ਚਾਹੋਗੇ? ਤੁਹਾਡੇ ਤੋਂ ਮੈਨੂੰ ਲੱਗਦਾ ਬੱਚਿਆਂ ਦੀ ਉਮਰ ਦੇ ਹੋ ਰਹੀ, ਔਰ ਮੈਂ ਵੇਖਦਾ ਅੰਮ੍ਰਿਤਪਾਲ ਨੇ ਖਾਸੀਅਤ ਅੰਮ੍ਰਿਤਪਾਲ ਸਿੰਘ ਦੇ ਅੰਦਰ ਤੁਸੀਂ ਵੀ ਜ਼ਰੂਰ ਵੇਖੀ ਹੋਊਗੀ। ਅੰਮ੍ਰਿਤਪਾਲ ਸਿੰਘ ਮੈਂ ਵੇਖਦਾ ਕਿ ਵਰਲਡ ਲੈਵਲ ਦੀ ਸਮਝ ਵੀ ਰੱਖਦੇ ਆ, ਇਤਿਹਾਸ ਦੀ ਸਮਝ ਵੀ ਰੱਖਦਾ ਅੰਮ੍ਰਿਤਪਾਲ ਸਿੰਘ। ਜਦੋਂ ਸਪੀਚ ਕਰਦਾ ਸਟੇਜ ਦੇ ਉੱਪਰ, ਇੱਥੋਂ ਦੇ ਹਾਲਾਤਾਂ ਨੂੰ ਵੀ ਚੰਗੀ ਤਰ੍ਹਾਂ ਸਮਝਦਾ, ਔਰ ਜਿਹੜਾ ਪਿੱਛੇ ਸੰਘਰਸ਼ ਚੱਲ ਕੇ ਹਟਿਆ ਉਹਦੇ ਬਾਰੇ ਵੀ ਬਾਖੂਬੀ ਸਮਝਦਾ। ਔਰ ਸਮਝਦਾ ਹੀ ਨਹੀਂ, ਮੈਂ ਕਹਿੰਦਾ ਸਮਝਾਉਣ ਦੇ ਸਮਰੱਥ ਵੀ ਹੈ ਅੱਗੇ ਨੌਜਵਾਨਾਂ ਨੂੰ ਐਦਾਂ ਦੇ ਹਾਲਾਤਾਂ ਵਿੱਚ, ਹਨਾ ਜੀ, ਐਦਾਂ ਵੀ ਹੈਗਾ ਆ। ਹੁਣ ਉਹਦੇ ਦਿਮਾਗ 'ਚ ਚੱਲਦਾ ਹੁੰਦਾ ਕਿ ਤੁਸੀਂ ਇਦਾਂ ਦੀਆਂ ਗੱਲਾਂ ਕਹਿ ਰਹੇ ਹੋ ਕਿ ਮੈਨੂੰ ਆਪ ਹੀ ਤੁਸੀਂ ਦੋਸ਼ੀ ਕਹੀ ਜਾ ਰਹੇ ਹੋ, ਆਪਣੇ ਮੈਨੂੰ ਦੋਸ਼ੀ ਕਹਿ ਰਹੇ ਆ। ਦੇਖੋ, ਜੋ ਅੰਮ੍ਰਿਤਪਾਲ ਗੱਲਾਂ ਕਰ ਰਿਹਾ ਨਾ, ਜਿੰਨੀਆਂ ਵੀ ਇਹਨੇ ਅੱਜ ਤੱਕ ਜਦੋਂ ਦਾ ਆਇਆ ਕੀਤੀਆਂ ਨੇ, ਮੈਂ ਲਗਭਗ ਕੋਸ਼ਿਸ਼ ਕੀਤੀ ਹੈ ਇਹਦੀ ਹਰ ਗੱਲ ਨੂੰ ਸੁਣਾ ਜੀ। ਸਮਝਦਾਰੀ ਵਾਲੀ ਮੈਂ ਤੱਤੀਆਂ ਗੱਲਾਂ ਨੇ, ਭੜਕਾਊ ਗੱਲਾਂ ਨੇ। ਨੌਜਵਾਨ ਇਸ ਤਰ੍ਹਾਂ ਹੀ ਮਗਰ ਲੱਗਦੇ ਆ ਜਿੱਦਾਂ ਇਹ ਜੇ ਉਹ ਕੋਈ ਪਲੈਨਿੰਗ ਤੇ ਕੋਈ ਸਟ੍ਰੈਟਜੀ ਲੈ ਕੇ ਤੁਰੇ ਤੇ ਇਹਦਾ ਕੋਈ ਵਿਰੋਧੀ ਪੈਦਾ ਨਹੀਂ ਹੋਣ ਦਿੰਦੇ ਹੁੰਦੇ ਛੇਤੀ। ਸਾਨੂੰ ਗਲੀਆਂ ਦੇ ਕੱਖਾਂ ਦੀ ਵੀ ਲੋੜ ਹੈ। ਮੈਂ ਬਾਰ-ਬਾਰ ਉਸ ਗੱਲ ਤੇ ਆਉਣਾ। ਸਾਨੂੰ ਪੰਜਾਬ ਪੁਲਿਸ ਵੀ ਸਾਡੀ ਹੈ, ਅਕਾਲੀ ਦਲ ਵੀ ਸਾਡਾ ਹੈ, ਸ਼੍ਰੋਮਣੀ ਕਮੇਟੀ ਵੀ ਸਾਡੀ ਹੈ, ਸਾਰੇ ਸਾਡੇ ਹੈ, ਸਾਰੇ ਪੰਜਾਬੀ ਸਾਡੇ ਆ। ਪੰਜਾਬ 'ਚ ਵਸਦੇ ਜੇ ਹਿੰਦੂ ਹੈ, ਜੇ ਸਿੱਖ ਹੈ, ਜੇ ਈਸਾਈ ਹੈ, ਸਾਰੇ ਸਾਡੇ ਆ। ਇਹ ਹਰ ਇੱਕ ਨਾਲ ਪੰਗਾ ਲੈਣਾ, ਉਹ ਮੈਂ ਨਹੀਂ ਸਮਝਦਾ ਇਹਨੂੰ ਕੋਈ ਇਤਿਹਾਸ ਦਾ ਤਜਰਬਾ ਹੈ ਜਾਂ ਇਹਨੇ ਸ਼ੇਰੇ ਪੰਜਾਬ ਦਾ ਇਤਿਹਾਸ ਪੜ੍ਹਿਆ। ਸ਼ੇਰੇ ਪੰਜਾਬ ਕਿੱਦਾਂ ਬਾਦਸ਼ਾਹ ਬਣਿਆ, ਕਿੱਦਾਂ ਮਹਾਰਾਜਾ ਬਣਿਆ? ਇਹ ਗੁਜਰਾਂਵਾਲੇ ਇੱਕ ਮਿਸਲ ਸੀਗੀ, ਸ਼ੁਕਰ ਚੱਕੀਆ। ਸਰਦਾਰ ਚੜ੍ਹਤ ਸਿੰਘ ਦਾ ਪੁੱਤਰ ਸੀ ਉਹ। ਸਰਦਾਰ ਮਹਾਂ ਸਿੰਘ ਦੇ ਇਹਦੇ ਪਿਤਾ ਦੀ ਸ਼ਹੀਦੀ ਤੋਂ ਬਾਅਦ 13 ਸਾਲ ਦੀ ਉਮਰ ਦੇ ਵਿੱਚ ਉਹਦੇ ਤੇ ਸਾਰੀ ਜ਼ਿੰਮੇਵਾਰੀ ਪੈ ਰਹੀ ਹੈ। ਪਹਿਲੀ ਜੰਗ 13 ਸਾਲ ਦੀ ਉਮਰ 'ਚ ਲੜੀ ਜੀ ਜੀ। ਅਰਚੱਠੇ ਨੂੰ ਵੱਢ ਕੇ ਪਿਓ ਦਾ ਬਦਲਾ ਲੈ ਲਿਆ 13 ਸਾਲ ਦੀ ਉਮਰ 'ਚ। ਉਹ ਇਤਿਹਾਸ ਪੜ੍ਹਦਾ ਤੇ ਉਹ ਪੈਣਾ ਕਿ ਉਹਨੇ ਦੇਖੋ ਕਿਸੇ ਨਾਲ ਤਾਂ ਰਿਸ਼ਤਾ ਬਣਾ ਕੇ ਸਾਂਝ ਪਾ ਲਈ, ਕਿਸੇ ਨੂੰ ਪਿਆਰ ਨਾਲ ਪਾ ਲਈ, ਕਿਸੇ ਨੂੰ ਜਿਹੜਾ ਨਹੀਂ ਗਣਿਆ ਦਬਾ ਕੇ ਪਾ ਲਈ। ਸ਼ੇਰੇ ਪੰਜਾਬ ਕੀ ਨਹੀਂ ਸੀ ਜਾਣਦਾ ਕਿ ਡੋਗਰੇ ਗਦਾਰ ਨੇ, ਜੇ ਡੋਗਰੇ ਜਿਹੜੇ ਨੇ ਲਾਲਚੀ ਨੇ। ਪਰ ਉਹਨੇ ਨਹੀਂ ਮਾਰੇ, ਉਹਨੇ ਨਹੀਂ ਦੁਸ਼ਮਣੀ ਪਾਈ ਕਿ ਉਹਨੂੰ ਪਤਾ ਸੀ ਕਿ ਮੈਂ ਮੁਗਲਾਂ ਨਾਲ ਲੜਦਾ। ਜੇ ਮੈਂ ਡੋਗਰਿਆਂ ਨਾਲ ਉਲਝ ਗਿਆ ਤਾਂ ਫਿਰ ਮੁਗਲ ਮੇਰੇ ਤੇ ਹਾਵੀ ਹੋ ਜਾਣਗੇ। ਰਾਜ ਕਦੇ ਸਿੱਖ ਰਾਜ ਕਹਿ ਵੀ ਨਹੀਂ ਸੀ ਹੋਣਾ। ਉਹ ਅਖੀਰ ਤੱਕ 40 ਸਾਲ ਡੋਗਰਿਆਂ ਨੂੰ ਨਾਲ ਘੜੀ ਸੀਗੇ। ਦਲ ਸਿੰਘ ਉਹਨਾਂ ਨੂੰ, ਇਹ ਸਾਹਿਬ ਸਿੰਘ ਉਹਦਾ ਫੁੱਫੜ ਸੀਗਾ, ਗਦਾਰ ਸੀ ਜਿਹੜਾ ਹਮੇਸ਼ਾ ਇਸ ਤਾਕਤ ਸੀ ਵੀ ਸ਼ੇਰੇ ਪੰਜਾਬ ਨੂੰ ਮਰਵਾ ਦਈਏ। ਉਹ ਨਾਲ ਘੜੀ ਸੀ ਗਿਆ ਤੇ ਰਾਜ ਚੱਲਦਾ ਗਿਆ। ਸਾਰੇ ਸਰਦਾਰਾਂ ਨੂੰ ਨਾਲ ਲੈ ਕੇ ਚੱਲਿਆ ਸ਼ੇਰੇ ਪੰਜਾਬ। ਕਿਹੜੇ ਸਰਦਾਰ ਨੂੰ ਉਹਨੇ ਪਿੱਛੇ ਕੀਤਾ? ਸਿਰਫ ਇਸ ਚੱਕਰ ਕਿ ਵੀ ਜੇ ਸਰਦਾਰਾਂ ਨਾਲ ਮੈਂ ਵਿਗਾੜ ਲਈ ਜਾਂ ਮੈਂ ਗਦਾਰਾਂ ਨਾਲ ਵਿਗਾੜ ਲਈ, ਡੋਗਰਿਆਂ ਨਾਲ ਵਿਗਾੜ ਲਈ, ਤਾਂ ਮੈਂ ਇਹਨਾਂ ਨਾਲ ਹੀ ਉਲਝ ਕੇ ਰਹਿ ਜਾਵਾਂਗਾ। ਮੁਗਲ ਮੇਰੇ ਤੇ ਹਾਵੀ ਹੋ ਜਾਣਗੇ। ਅੰਗਰੇਜ਼ ਉਧਰ ਅੰਗਰੇਜ਼ ਬੈਠਾ ਸੀ ਹਮਲਾ ਕਰਨ। ਉਹ ਸਿੱਖਣਾ ਤਾਂ ਉਹ ਪੈਣਾ। ਗੱਲ ਤੁਸੀਂ ਸਰਕਾਰੀ ਖਾਲਸਾ ਦੀ ਕਰਦੇ ਹੋ, ਅਕਲ ਤੁਹਾਨੂੰ ਇਹ ਹੈ ਨਹੀਂ ਕਿ ਪਿੰਡ 'ਚ ਵੀ ਕਿਵੇਂ ਰਹਿਣਾ। ਦੁਸ਼ਮਣੀ ਤਾਂ ਆਪਣੇ ਅੱਜ ਸਾਰਾ ਪਿੰਡ ਅੰਮ੍ਰਿਤਪਾਲ ਦੇ ਨਾਲ ਦੀ, ਪਿੰਡ ਦੇ ਲੋਕ ਵੀ ਖਿਲਾਫ ਹੋਈ ਜਾਂਦੇ ਆ। ਇਹ ਦੇਖੋ, ਇੰਨਾ ਸਤਿਕਾਰ ਚਾਹੀਦਾ ਕਿ ਲੋਕ ਦਰਸ਼ਨ ਕਰਨ ਆਉਣ ਕਿ ਅਸੀਂ ਕੌਮ ਦਾ ਜਰਨੈਲ ਆਇਆ। ਨਿੱਕੀਆਂ ਨਿੱਕੀਆਂ ਗੱਲਾਂ ਤੋਂ ਉੱਪਰ ਉੱਠ ਜਾਵੇ। ਮੇਰੀ ਇਹ ਬੇਨਤੀ ਹੈ ਕਿ ਇਸਨੇ ਸਾਨੂੰ ਬੜੀ ਉਮੀਦ ਹੈ ਇਸ ਤੋਂ ਕਿ ਆਜ਼ਾਦੀ ਦੀ ਜੰਗ 'ਚ ਦੁਬਾਰਾ ਜਾਨ ਪਈ ਹੈ, ਤੁਰੀ ਹੈ। ਅਜੇ ਤੇ ਚਲੋ ਗੱਲਾਂ 'ਚ ਹੀ ਆ, ਭਾਵੇਂ ਗੱਲਾਂ ਹੀ ਗੱਲਾਂ ਨੇ, ਅਜੇ ਤੁਰਨਾ ਤਾਂ ਹੈਗਾ। ਇਹ ਚੀਜ਼ਾਂ ਛੱਡ ਦੇਵੇ। ਪੰਜਾਬ ਪੁਲਿਸ ਦੇ ਉੱਤੇ ਜਿਹੜੀ ਤੁਹਮਤਬਾਜ਼ੀ ਲਾ ਰਿਹਾ ਕਿ ਪੰਜਾਬ ਪੁਲਿਸ ਨੇ ਝੂਠਾ ਪਰਚਾ ਦਰਜ ਕਰਤਾ, ਫਲਾਣਾ ਕਰਤਾ, ਬਿਲਕੁਲ ਨਹੀਂ। ਇਹ ਏਜੰਸੀਆਂ ਪਰਚੇ ਦਰਜ ਕਰਾਉਂਦੀਆਂ। ਇੱਕ ਤੈਨੂੰ ਇਹ ਸਮਝ ਨਹੀਂ ਹੈ, ਪੰਜਾਬ ਪੁਲਿਸ ਦੀ ਕੋਈ ਕਦੇ ਪੰਜਾਬ ਪੁਲਿਸ ਨਹੀਂ ਪਰਚਾ 57 ਦਾ ਪਰਚਾ ਦਰਜ ਕੋਈ ਪੁਰਾਣਾ ਹੋਵੇ ਨਾ, ਮੈਨੂੰ ਕਿਸੇ ਨੇ ਕੁੱਟਿਆ ਤੇ ਅਗਲੇ ਕਹਿੰਦੇ ਕੋਈ ਨਹੀਂ ਲਿਖ ਕੇ ਦੇ ਜਾ ਕਾਗਜ਼ ਤੇ ਬੁਲਾ ਲਾਂਗੇ, ਬੁਲਾ ਕੇ ਦੋਵਾਂ ਨੂੰ ਸਮਝਾ ਕੇ ਤੋੜ ਦਿੰਦੇ ਆ। ਇਹ ਪਰਚਾ ਦਰਜ ਜਿਹੜਾ ਹੋਇਆ, ਇਹ ਪੰਜਾਬ ਪੁਲਿਸ ਨੂੰ ਮਤ ਦੋਸ਼ ਦੇਵੇ। ਇਹ ਉੱਪਰੋਂ ਪ੍ਰੈਸ਼ਰ ਹੈ, ਉੱਪਰੋਂ ਪ੍ਰੈਸ਼ਰ ਹੈ। ਇਹ ਪਰਚਾ ਕੱਲਾ 57 ਜਾਂ ਇਹਨਾਂ ਦੇ ਹੱਥੋਂ ਪਾਈਦਾ ਨਹੀਂ ਹੈ, ਇਹਨੂੰ ਸਮਝਣਾ ਚਾਹੀਦਾ। ਔਰ ਮੈਂ ਇਹ ਕਹਿੰਦਾ ਕਿ ਜਿਹੜਾ ਲੋਕਾਂ ਨੂੰ ਉੱਥੇ ਬੁਲਾ ਰਿਹਾ, ਪੰਜਾਬ ਪੁਲਿਸ ਦੇ ਖਿਲਾਫ ਬੋਲ ਰਿਹਾ, ਇਹ ਬੰਦ ਕਰ ਦੇਵੇ। ਆਪਣੇ ਜਿਹੜੇ ਬੰਦਿਆਂ ਦੇ ਪਰਚਾ ਦਰਜ ਹੈ, ਬਜਾਏ ਕਿ ਪੁਲਿਸ ਘਰੋਂ ਚੱਕ ਕੇ ਲਿਆਵੇ, ਜਿਵੇਂ ਉਹ ਬਟਾਲੇ ਤੋਂ ਲਿਆਈ ਹੈ। ਉਹ ਹੁਣ ਬਟਾਲੇ ਦੇ ਪਰਿਵਾਰ ਦੀ ਫੈਮਿਲੀ ਆ ਗਈ ਟੀਵੀ ਦੇ ਸਾਹਮਣੇ, ਮੈਂ ਸੁਣ ਰਿਹਾ ਸੀ। ਉਹ ਕਹਿੰਦੇ ਜੀ ਸਾਡਾ ਅੰਮ੍ਰਿਤਪਾਲ ਨਾਲ ਕੋਈ ਸੰਬੰਧ ਹੀ ਨਹੀਂ। ਉਹ ਤਾਂ ਵੈਸੇ ਗਿਆ ਸੀਗਾ ਜੀ, ਕਦੇ ਉਹ ਜਥੇਬੰਦੀ 'ਚ ਮੈਂਬਰ ਹੀ ਹੈ ਨਹੀਂ। ਤੇ ਦੱਸੋ, ਜੇ ਤੁਹਾਡੇ ਅੰਮ੍ਰਿਤਪਾਲ ਸਿੰਘ ਕਹਿ ਕੇ ਹਟਿਆ ਕਿ ਨਹੀਂ, ਅੰਮ੍ਰਿਤਪਾਲ ਸਿੰਘ ਦੀ ਉਦੋਂ ਪਹਿਲਾਂ ਸਟੇਟਮੈਂਟ ਆਉਂਦੀ ਹੈ ਕਿ ਉਹ ਸਾਡਾ ਉੱਥੋਂ ਜ਼ਿਲ੍ਹਾ ਜਥੇਦਾਰ ਹੈ ਸਾਡੀ ਜਥੇਬੰਦੀ ਦਾ। ਅੰਮ੍ਰਿਤਪਾਲ ਸਿੰਘ ਬੋਲ ਰਿਹਾ ਸੀ। ਉਸ ਤੋਂ ਕੁਝ ਮਿੰਟ ਬਾਅਦ ਹੀ ਉਹਨਾਂ ਦੇ ਪਰਿਵਾਰ ਦੀ ਸਟੇਟਮੈਂਟ ਆ ਰਹੀ ਹੈ ਕਿ ਸਾਡਾ ਉਹਦੇ ਨਾਲ ਕੋਈ ਸੰਬੰਧ ਨਹੀਂ, ਵਰਸ ਪੰਜਾਬੀ ਜਥੇਬੰਦੀ ਨਾਲ ਸਾਡਾ ਮੁੰਡਾ ਤਾਂ ਵੈਸੇ ਹੀ ਗਿਆ ਸੀਗਾ ਇੱਕ ਉੱਥੇ। ਤੇ ਕੀ ਦੱਸੋ ਫਿਰ ਗੱਲ ਕਿੱਧਰ ਨੂੰ ਜਾਂਦੀ ਹੈ? ਜੇ ਗੱਲ ਨੂੰ ਪਰਚੇ ਐਡੇ ਕੁ ਪਰਚੇ ਤੋਂ ਡਰਦੇ ਹੀ ਇਹਦੇ ਸਪੋਰਟਰ ਇਹ ਕਹਿਣ ਲੱਗੇ ਕਿ ਸਾਡਾ ਕੋਈ ਸੰਬੰਧ ਹੀ ਨਹੀਂ। ਏਦਾਂ ਨਹੀਂ ਇਹ ਕੰਮ ਚੱਲਣਾ। ਉਹਨਾਂ ਨੂੰ ਬੜਾ ਇਹਨੂੰ ਹੇਠੀ ਹੁੰਦੀ ਨਹੀਂ, ਅੱਗੇ ਲੋਕ ਟੁੱਟ ਜਾਣਗੇ ਸਾਰੇ। ਅਗਲੇ ਕਹਿਣਗੇ ਜੀ ਅਸੀਂ ਹੁਣ ਅੰਮ੍ਰਿਤਪਾਲ ਨੇ ਵੀ ਕਹਿਤਾ ਪਤਾ ਨਹੀਂ ਕੌਣ ਸੋਧਾ ਲਾ ਗਏ। ਤੂੰ ਕਹੇ ਮੇਰੇ ਬੰਦਿਆਂ ਨੇ ਗੁੱਸੇ 'ਚ ਕੀਤਾ, ਆਹ ਬੰਦੇ ਨੇ, ਦੱਸੋ ਜੀ ਤੁਸੀਂ ਕਿੰਨਾ ਤੇ ਪਰਚਾ ਦਰਜ ਕੀਤਾ, ਅਸੀਂ ਪੇਸ਼ ਕਰ ਦੇਣਾ। ਬਜਾਏ ਉੱਥੇ ਇਕੱਠ ਕਰਨ ਦੇ, ਬਜਾਏ ਪੁਲਿਸ ਨਾਲ ਉਲਝਣ ਦੇ, ਬਜਾਏ ਉੱਥੇ ਹੋਰ ਇਹਨੂੰ ਖਿਲਾਰਾ ਦਿੰਦੇ,
ਇਹਨੂੰ ਸਮੇਟਣ 'ਚ ਅਕਲਮੰਦੀ ਹੈ। ਪੰਜਾਬ ਪੁਲਿਸ ਨੂੰ ਕਹੋ ਜੀ ਤੁਸੀਂ ਦੱਸੋ ਸਹਿਯੋਗ, ਮੈਂ ਸਹਿਯੋਗ ਦੇਣ ਨੂੰ ਤਿਆਰ ਹਾਂ, ਮੇਰੇ ਖਿਲਾਫ ਪਰਚਾ ਦਰਜ ਕਰਾਇਆ ਮੇਰੇ ਵੀ ਕਰ ਦਿਓ। ਹੁਣ ਕਹੀ ਜਾਣਾ ਜੀ ਮੇਰਾ ਉਹ ਜੀ ਨਾਂ ਲੈਤਾ ਪੁਲਿਸ। ਜੀ ਵਿਰਕ ਸਾਹਿਬ, ਜਿੱਦਾਂ ਆਪਾਂ ਅਕਸਰ ਇਹ ਗੱਲ ਕਹਿੰਦੇ ਆ ਕਿ ਜਦੋਂ ਵੀ ਕੋਈ ਇਦਾਂ ਦੀਆਂ ਘਟਨਾਵਾਂ ਵਾਪਰਦੀਆਂ ਆ, ਕਿਸੇ ਵੀ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ, ਚਾਹੇ ਉਹਨਾਂ ਦੇ ਪਿੱਛੇ ਏਜੰਸੀਆਂ ਦਾ ਹੱਥ ਹੋਵੇ, ਚਾਹੇ ਆਪਣੇ ਤੌਰ ਦੇ ਉੱਪਰ ਇਦਾਂ ਨੌਜਵਾਨਾਂ ਵੱਲੋਂ ਇਦਾਂ ਦਾ ਕੁਝ ਵੀ ਹੋ ਜਾਵੇ, ਤੇ ਅਕਸਰ ਇਦਾਂ ਦੀ ਗੱਲ ਕਹੀ ਜਾਂਦੀ ਹੈ ਕਿ ਇਦਾਂ ਦੇ ਹਾਲਾਤਾਂ ਦੇ ਵਿੱਚ ਹਕੂਮਤਾਂ ਤੇ ਪਹਿਲਾਂ ਹੀ ਚਾਹੁੰਦੀਆਂ ਨਾ ਕਿ ਤੁਹਾਨੂੰ ਕਿੱਦਾਂ ਢਾਉਣਾ ਹੈਗਾ, ਤੁਹਾਡੇ ਤੇ ਕੇਸ ਪਾ ਕੇ ਤੁਹਾਨੂੰ ਤੁਹਾਡਾ ਮੱਚ ਕਿੱਦਾਂ ਮਾਰਨਾ ਆ। ਆਪਾਂ ਅਕਸਰ ਇਦਾਂ ਦੀਆਂ ਗੱਲਾਂ ਕਰਦੇ ਹਾਂ। ਸੋ ਹੁਣ ਜਦੋਂ ਇਦਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਤਾਂ ਕੀ ਤੁਹਾਨੂੰ ਲੱਗਦਾ ਕਿ ਜੇ ਇਹ ਸਾਰਾ ਕੁਝ ਇਦਾਂ ਹੀ ਚੱਲਦਾ ਰਿਹਾ, ਆਪਸ ਵਿੱਚ ਹੀ ਕਹਿਬੜਦੇ ਰਹੇ, ਤੇ ਜਿਹੜੀ ਲੜਾਈ ਹੈਗੀ ਆ ਜਿੱਧਰ ਨੂੰ ਹੋਣਾ ਚਾਹੀਦੀ ਆ, ਲੜਾਈ ਹੋਣੀ ਚਾਹੀਦੀ, ਉਧਰ ਨੂੰ ਨਾ ਰਹਿ ਕੇ ਆਪਸ ਵਿੱਚ ਵੀ ਇਦਾਂ ਉਲਝਦੇ ਰਹੇ, ਤਾਂ ਤੁਹਾਨੂੰ ਲੱਗਦਾ ਕਿ ਇਸ ਸਾਰੇ ਕਾਸੇ ਦਾ ਖਮਿਆਜ਼ਾ ਕੌਮ ਨੂੰ ਵੀ ਭੁਗਤਣਾ ਪਊਗਾ, ਜਾਂ ਤੁਹਾਨੂੰ ਲੱਗਦਾ ਕਿ ਨਹੀਂ ਕੋਈ ਏਡੀ ਗੱਲ ਨਹੀਂ ਹੈਗੀ, ਕੌਮ ਨੂੰ ਕੋਈ ਨਹੀਂ ਖਮਿਆਜ਼ਾ ਭੁਗਤਣਾ ਪਊਗਾ, ਇਹਦਾ ਸਿਰਫ ਉਹਨਾਂ ਦੀ ਜਥੇਬੰਦੀ ਨੂੰ ਹੀ ਨੁਕਸਾਨ ਹੋਊਗਾ, ਕੌਮ ਨੂੰ ਵੀ ਤੁਹਾਨੂੰ ਲੱਗਦਾ ਕਿ ਕੌਮ ਨੂੰ ਵੀ ਇਹਦਾ ਕੋਈ ਭੁਗਤਣਾ ਪਊਗਾ ਕੁਝ? ਬਿਲਕੁਲ ਭੁਗਤਣਾ ਪਏਗਾ ਜੀ। ਕੌਮ ਵਾਸਤੇ ਅਸੀਂ ਫਿਰ ਹੋਰ 10 ਸਾਲ ਪਿੱਛੇ ਜਾ ਪਾਵਾਂਗੇ। ਜਿਵੇਂ ਅਸੀਂ ਪਿੱਛੇ 95 ਤੋਂ ਬਾਅਦ 97 ਤੋਂ ਬਾਅਦ ਅਸੀਂ ਪੂਰੇ 20-22 ਸਾਲ ਜ਼ੀਰੋ ਹੋ ਕੇ ਬੈਠ ਗਏ ਨਾ, ਮੂਵਮੈਂਟ ਠੰਡੀ ਪੈ ਗਈ, ਖਤਮ ਕਰ ਦਿੱਤੀ ਗਈ ਇੱਕ ਕਿਸਮ ਦੀ, ਤੇ ਅਸੀਂ ਕੋਸਦੇ ਸੀ ਮਾਨ ਨੂੰ ਕਿ ਸਿਮਰਨਜੀਤ ਮਾਨ ਨੇ ਸਾਡੀ ਜੰਗ ਨੂੰ ਬੇੜੇ ਗਰਕ ਕਰਕੇ ਰੱਖਤਾ, ਸਿਰਫ ਇੱਕ ਸਿਆਸਤੀ ਸਿਆਸਤ ਰਹਿ ਗਈ ਵੋਟਾਂ ਦੀ। ਇਹ ਹੁਣ ਜੇ ਅੰਮ੍ਰਿਤਪਾਲ ਫੇਲ ਹੁੰਦਾ ਤਾਂ ਫਿਰ ਕਦੋਂ ਕੋਈ ਦੁਬਾਰਾ ਮੂਵਮੈਂਟ ਉੱਠੇਗੀ? ਇਹ ਚਿੰਤਾ ਹੈ ਸਾਨੂੰ, ਬਿਲਕੁਲ ਇਹ ਚਿੰਤਾ ਹੈ। ਇਹ ਨਹੀਂ ਉੱਠੇਗੀ ਦੁਬਾਰਾ, ਬਹੁਤ ਟਾਈਮ ਲੱਗਦਾ ਹੁੰਦਾ। ਅੱਜ ਯੂਥ ਦੇਖੋ, ਇੱਕ ਹੋਰ ਇਹਨਾਂ 'ਚ ਕਮੀਆਂ ਬਹੁਤ ਨੇ। ਲਾਲ ਕਿਲੇ ਦੇ ਉੱਤੇ ਜੋ ਘਟਨਾ ਹੋਈ, ਦੀਪ ਸਿੱਧੂ ਮੁਖੀ ਸੀਗਾ, ਦੀਪ ਸਿੱਧੂ ਦੀ ਜਥੇਬੰਦੀ ਹੈ ਵਾਰਸ ਪੰਜਾਬ ਦੇ, ਜਿਹੜੇ ਉਹ ਪਰਚੇ 'ਚ ਦਰਜ ਆ ਗਏ, ਉਸ ਬੰਦੇ 'ਚ 200 ਮੁੰਡਾ ਪਰਚੇ 'ਚ ਆਇਆ, ਹਰਿਆਣੇ ਦੇ, ਪੰਜਾਬ ਦੇ, ਯੂਪੀ ਦੇ ਸਾਡੇ ਮੇਰੇ ਨੌਨ ਬਹੁਤ ਮੁੰਡੇ ਆ, ਕਦੇ ਕਿਸੇ ਦੀ ਸਾਰ ਲਈ ਹੈ। ਇਹ ਵਾਰਸ ਪੰਜਾਬ ਦੀ ਜਥੇਬੰਦੀ ਦਾ ਫਰਜ਼ ਹੈ, ਉਹਨਾਂ ਦੇ ਡਾਕੂਮੈਂਟ ਤਿਆਰ ਕਰੇ, ਲਿਸਟ ਬਣਾਵੇ, ਉਹਨਾਂ ਦੇ ਵਕੀਲਾਂ ਦੀ ਕੇਸਾਂ ਦੀ ਪੈਰਵਾਈ ਕਰੇ, ਉਹਨਾਂ ਦੇ ਪਿੱਛੇ ਪਰਿਵਾਰਾਂ ਦਾ ਹਾਲ ਪੁੱਛੇ। ਇਹ ਨਾ ਕਰਨਗੇ ਤਾਂ ਲੋਕ ਕਿਵੇਂ ਜੁੜਨਗੇ? ਅੱਜ ਹੁਣ ਇੱਥੇ ਪਰਚੇ 'ਚ ਆ ਗਏ 30-35 ਬੰਦੇ, ਉਹਨਾਂ ਦੇ ਪੇਰੈਂਟਸ ਕਹਿਣ ਵੀ ਲੱਗੇ ਸਾਡਾ ਕੋਈ ਸੰਬੰਧ ਨਹੀਂ ਵਾਰਸ ਪੰਜਾਬ ਦੀ ਜਥੇਬੰਦੀ ਨਾਲ, ਤੇ ਅਜੇ ਤਾਂ ਕੁਝ ਵੀ ਨਹੀਂ ਪਰਚਾ ਇਹ ਤਾਂ ਕੁਝ ਵੀ ਨਹੀਂ, ਇਹ ਕੋਈ ਪਰਚਾ ਥੋੜਾ, ਇੱਥੇ ਤਾਂ ਤੁਹਾਡੀ ਜ਼ਮਾਨਤ ਹੋ ਜਾਣੀ ਹੈ, ਦੂਜੇ ਜੀ ਵਾਕਈ ਥਾਣੇ 'ਚ ਵੀ ਜ਼ਮਾਨਤ ਲੈ ਸਕਦੇ ਹੋ ਜੀ। ਵਿਰਕ ਸਾਹਿਬ ਅਖੀਰ ਇਹ ਚੀਜ਼ਾਂ ਨੂੰ ਅਵਾਇਡ ਕਰਕੇ ਅੰਮ੍ਰਿਤਪਾਲ ਨੂੰ ਚਾਹੀਦਾ ਕਿ ਇਹ ਚੀਜ਼ਾਂ ਦੇ ਉੱਤੇ ਕੰਟਰੋਲ ਕਰੇ, ਇੱਕ ਆਪਣੀ ਇੱਕ ਸਲਾਹਕਾਰ ਕਮੇਟੀ ਬਣਾਵੇ, ਇੱਕ ਥਿੰਕ ਟੈਂਕ ਬਣਾਵੇ, ਕੋਈ ਵੀ ਬਿਆਨ ਦੇਣ ਲਈ ਇੱਕ ਬੁਲਾਰਾ ਚਾਹੀਦਾ ਜਿਹੜਾ ਜੋ ਕੋਈ ਸਟੇਟਮੈਂਟ ਦੇਵੇ, ਜਿਹੜਾ ਚੀਫ ਸਪੋਕਸਮੈਨ। ਇਦਾਂ ਨਹੀਂ ਹਰ ਬੰਦਾ ਬਿਆਨ ਦੇਈ ਜੇ ਜੋ ਮਰਜ਼ੀ। ਇਹ ਵੀ ਪੋਸਟਾਂ ਪਾਉਣੀਆਂ ਬੰਦ ਕਰੋ, ਇਹ ਵੀ ਜੋ ਲੋਕਾਂ ਬਾਰੇ ਗਲਤ ਐਵੇਂ ਗਾਲਾਂ ਕੱਢੀ ਜਾਂਦੇ ਆ ਬਹੁਤ, ਇਹ ਕਿਹੜਾ ਇਹਨਾਂ ਦੀ ਸ਼ਬਦਾਵਲੀ ਅੱਛੀ ਹੈ, ਜਿੰਨੇ ਸਪੋਰਟਰ ਨੇ ਉਹਨਾਂ ਨੂੰ ਵੀ ਕੰਟਰੋਲ ਕਰੇ ਕਿ ਤੁਸੀਂ ਕੋਈ ਕਿਸੇ ਨੂੰ ਨਹੀਂ। ਦੇਖੋ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ, ਜੇ ਤੁਸੀਂ ਗੁਰੂ ਨਾਨਕ ਸਾਹਿਬ ਦੇ ਸਿੱਖ ਹੋ ਤਾਂ ਘੱਟੋ ਘੱਟ ਮਿੱਠਾ ਬੋਲਣਾ ਤਾਂ ਸਿੱਖ ਲਓ ਨਾ। ਤੁਸੀਂ ਕਿਸੇ ਨੂੰ ਗਾਲਾਂ ਕੱਢਦੇ ਹੋ ਤਾਂ ਫਿਰ ਉਹਦਾ ਉਹੋ ਜਿਹੀ ਆਵਾਜ਼ ਆਉਣੀ ਹੈ ਨਾ। ਫਿਰ ਏਜੰਸੀਆਂ ਦੇ ਬੰਦੇ ਨੇ ਜਿਹੜੇ ਤੁਹਾਨੂੰ, ਔਰ ਸੋਸ਼ਲ ਮੀਡੀਆ ਤੇ ਮੈਨੂੰ ਲੱਗਦਾ ਕਿ ਏਜੰਸੀਆਂ ਦੇ ਬੰਦੇ ਇਹਨਾਂ ਨੂੰ ਪਤਾ ਹੁੰਦੇ ਆ, ਇਹਨਾਂ ਨੂੰ ਕੋਈ ਪਤਾ ਨਹੀਂ, ਇਹ ਸਮਝਦੇ ਆ ਉਦਾਂ ਹੀ ਜਨਾਲੇ ਦਾ ਬੰਦਾ ਜੀ, ਫੇਕ ਆਈਡੀਜ਼, ਫੇਕ ਬਣਾ ਕੇ ਅੰਮ੍ਰਿਤਪਾਲ ਦੇ ਦਿਮਾਗ ਦੀ ਗੱਲ ਬਣ ਰਹੀ ਹੈ, ਫੇਕ ਆਈਡੀਆਂ ਬਣਾ ਕੇ ਸਾਰਾ ਕੁਝ ਕਰੀ ਜਾਂਦੇ ਆ, ਫੇਕ ਆਈਡੀਆਂ ਤੋਂ ਇੱਕ ਦੂਜੇ ਦੇ ਖਿਲਾਫ ਫੇਕ ਆਈਡੀਆਂ ਏਜੰਸੀਆਂ ਦੇ ਬੰਦੇ ਬਣਾਉਂਦੇ ਆ, ਏਜੰਸੀਆਂ ਕਰਾਉਂਦੀਆਂ ਤੁਸੀਂ ਆਹ ਕੰਮ ਕਰੋ। ਜਿੰਨੀਆਂ ਸ਼ਿਵ ਸੈਨਾ ਆ ਹੋਰ ਜਥੇਬੰਦੀਆਂ ਨੇ, ਜਿੰਨੀਆਂ ਇਹ ਬਣਾਈਆਂ ਨੇ, ਆ ਹੋਰ ਨੇ, ਇਸੇ ਕੰਮ ਲਾਏ ਹੋਏ ਆ ਉਹ ਵੀ ਤੁਸੀਂ ਇਹਨਾਂ ਨੂੰ ਗਾਲਾਂ ਕੱਢਣੀਆਂ ਨੇ, ਤੁਹਾਨੂੰ ਗਾਲਾਂ ਕੱਢਣਗੇ, ਲੱਗੇ ਰਹੋ। ਇਹ ਕੋਈ ਨਾ ਕੋਈ ਫਿਰ ਕਿਸੇ ਕੇਸ 'ਚ ਫਸ ਜਾਂਦੇ ਆ, ਕਿਸੇ ਦਾ ਨੁਕਸਾਨ ਹੋ ਗਿਆ ਤਾਂ ਮੈਂ ਕਹਿਣ ਜੀ ਤਾਂ ਤੂੰ ਆਪਣੀਆਂ ਪੋਸਟਾਂ ਪਾਉਂਦਾ ਸੀ, ਆ ਬੰਦੇ ਦਾ ਨੁਕਸਾਨ ਹੋ ਗਿਆ, ਉਹਦੇ 'ਚੋਂ ਚੱਕ ਲੈਂਦੇ ਆ। ਹੁਣ ਇਹ ਗੱਲਾਂ ਤਾਂ ਇਹਨੇ ਸੋਚਣੀਆਂ ਜੀ, ਵਾਕਈ ਉਹਨਾਂ ਨੇ ਸੋਚਣੀਆਂ, ਔਰ ਉਹਨਾਂ ਨੂੰ ਸੋਚਣੀਆਂ ਚਾਹੀਦੀਆਂ ਜ਼ਰੂਰ। ਉਹਨਾਂ ਦੇ ਸਲਾਹਕਾਰ, ਜਿੱਦਾਂ ਤੁਸੀਂ ਆਖਿਆ ਕਿ ਉਹਨਾਂ ਨੂੰ ਵਧੀਆ ਸਲਾਹਕਾਰ ਆਪਦੇ ਨਾਲ ਰੱਖਣੇ ਚਾਹੀਦੇ ਆ। ਵਿਰਕ ਸਾਹਿਬ, ਅਖੀਰ ਦੇ ਵਿੱਚ ਮੈਂ ਵੇਖਦਾ ਕਿ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੇ ਨੌਜਵਾਨਾਂ ਦੇ ਵੱਲੋਂ ਫਿਰ ਇਦਾਂ ਦੀ ਇੱਕ ਗੱਲ ਵੀ ਕਹੀ ਜਾਂਦੀ ਆ, ਪੋਸਟਾਂ ਵੀ ਪਾਈਆਂ ਜਾਂਦੀਆਂ ਨੇ ਕਿ ਦੇਖੋ ਜੀ ਅੰਮ੍ਰਿਤਪਾਲ ਸਿੰਘ ਹੋਰੀ, ਉਹਨਾਂ ਦੇ ਉੱਪਰ ਅੱਜ ਮੁਸੀਬਤ ਆਈ ਹੈ ਵੀ ਹੁਣ ਜੇ ਕੋਈ ਬਾਹਰ ਨਾ ਨਿਕਲ ਕੇ ਆਇਆ ਤੇ ਬਹੁਤ ਮਾੜੀ ਗੱਲ ਹੋਊਗੀ, ਵੱਡੇ ਆਗੂਆਂ ਨੂੰ ਵੀ ਬਿਆਨ ਦੇਣੇ ਚਾਹੀਦੇ ਆ, ਜਥੇਬੰਦੀਆਂ ਨੂੰ ਨਾਲ ਬਰਾਬਰ ਖੜਨਾ ਚਾਹੀਦਾ ਆ। ਮੇਰੇ ਕਹਿਣ ਦਾ ਭਾਵ ਕਿ ਇੱਕ ਦੂਜੇ ਨੂੰ ਫਿਰ ਕੋਸਦੇ ਆ ਸਾਰੇ ਜਣੇ, ਹਨਾ, ਇਦਾਂ ਵੀ ਹੋਣ ਲੱਗ ਪੈਂਦਾ ਹੈਗਾ। ਔਰ ਜਿਨ੍ਹਾਂ ਦੇ ਮਨਾਂ ਵਿੱਚ ਫਿਰ ਤੁਹਾਡੇ ਪ੍ਰਤੀ ਜਾਂ ਹੋਰ ਜਿਹੜੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਹੈਗੇ ਆ, ਉਹਨਾਂ ਦੇ ਪ੍ਰਤੀ ਇਦਾਂ ਚੱਲਣ ਲੱਗ ਪੈਂਦਾ ਹੈਗਾ ਵੀ ਇਹ ਸਾਡੇ ਬਾਰੇ ਬੋਲਦੇ ਨਹੀਂ ਹੈਗੇ, ਵੀ ਜਿਹਨੂੰ ਅਸੀਂ ਲਾਈਕ ਕਰਦੇ ਆ, ਜਿਹਨੂੰ ਅਸੀਂ ਪਸੰਦ ਕਰਦੇ ਆ, ਵੀ ਜੇ ਉਹ ਮੁਸੀਬਤ ਵਿੱਚ ਆ ਤੇ ਬਾਕੀ ਸਾਰੇ ਚੁੱਪ ਬੈਠੇ ਤਮਾਸ਼ਾ ਦੇਖਦੇ ਪਏ ਆ। ਜਿਨ੍ਹਾਂ ਦੇ ਮਨਾਂ ਵਿੱਚ ਇਦਾਂ ਚੱਲਦਾ ਹੈਗਾ, ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਅਖੀਰ ਦੇ ਵਿੱਚ? ਉਹਨਾਂ ਨੂੰ ਤਾਂ ਇਹੀ ਕਹਿਣਾ ਚਾਹਾਂਗੇ ਕਿ ਪਹਿਲਾਂ ਉਹ ਸਾਡੇ ਕੇਸ ਪੜ੍ਹ ਲੈਣ ਕਿ ਅਸੀਂ ਕਿਹੜੇ ਕੇਸਾਂ 'ਚੋਂ ਲੰਘੇ ਔਰ ਕਿਹੜੇ ਕੇਸ ਚੱਲਦੇ ਆ।
ਇਹ ਤਾਂ ਕੇਸ ਹੀ ਕੋਈ ਨਹੀਂ ਹੈ। ਇਹਨੂੰ ਕੇਸ ਗਿਣਦੇ ਆ ਜਿਹੜੇ ਮੁਸੀਬਤ ਗਿਣਦੇ ਕਿ ਅਮਰਤਪਾਲ ਤੇ ਮੁਸੀਬਤ ਆ ਗਈ। ਜੇ ਐਡੀ ਕੁ ਮੁਸੀਬਤ ਨੂੰ ਮੁਸੀਬਤ ਸਮਝਦੇ ਤਾਂ ਫਿਰ ਆਜ਼ਾਦੀ ਦੀ ਜੰਗ ਲੜ ਹੀ ਨਹੀਂ ਸਕਦੇ। ਇੱਥੇ ਬਹੁਤ ਵੱਡੇ ਵੱਡੇ ਕੇਸ ਪੈਣੇ ਆ ਤੇ ਕੁਝ ਵੀ ਨਹੀਂ ਕੇਸ। ਇੱਥੇ ਤੁਹਾਨੂੰ ਤਾਂ NIA ਨੇ ਚੱਕਣਾ ਹੈ। ਜੇ NIA ਚੱਕ ਕੇ ਇੱਥੋਂ NIA ਕੀ ਹੈ? ਜੇ ਤੁਹਾਨੂੰ ਹੁਣ ਮੰਨ ਲਓ ਇਹਨਾਂ ਤੇ ਕਿਸੇ ਤੇ ਡਾਊਟ ਆ ਗਿਆ ਕਿ ਇਹਨਾਂ ਦਾ ਕਿਸੇ ਤੇ ਸੰਬੰਧ ਨੇ, ਕਿਸੇ ਪਾਕਿਸਤਾਨ ਦੇ ਜਾਂ ਸਹੀ ਨਾਲ ਸੰਬੰਧ ਨੇ ਜਾਂ ਕਿਸੇ ਹੋਰ ਨਾਲ ਸੰਬੰਧ ਨੇ, ਤਾਂ ਇਹਨਾਂ ਨੂੰ ਚੱਕ ਕੇ ਇੱਥੋਂ ਪੁਣੇ ਲੈ ਜਾਣਗੇ, ਕਿਤੇ ਹੋਰ ਲੈ ਜਾਣਗੇ। NIA ਚ ਜਦੋਂ NIA ਦੀ ਇਨਵੈਸਟੀਗੇਸ਼ਨ ਚੱਲ ਗਈ ਨਾ, ਫਿਰ ਪੰਜਾਬ ਪੁਲਿਸ ਤੋਂ ਬਾਹਰ ਹੋ ਜਾਂਦੀ ਹੈ। ਜੀ ਜੀ, ਇਹ ਜੇ ਹੋਣਾ ਬੜਾ ਕੁਝ, ਇਹਨੂੰ ਮੁਸੀਬਤ ਜੇ ਸਮਝਦੇ ਆ ਵੀ ਬੜੀ ਵੱਡੀ ਮੁਸੀਬਤ ਪੈ ਗਈ ਹੈ, ਤਾਂ ਫਿਰ ਇਹ ਜੰਗ ਤਾਂ ਖੜਾ ਛੱਡ ਦੇਣ, ਫਿਰ ਚੁੱਪ ਕਰਕੇ ਬੈਠ ਜਾਣ ਵੀ ਜੋ ਜਿੰਨਾ ਨਾਤੀ ਉਹਨਾਂ ਪੁੰਨ। ਇਹ ਇਹਨਾਂ ਦੇ ਵੱਸ ਦਾ ਕੰਮ ਨਹੀਂ। ਜੇ ਇਹਨੂੰ ਵੀ ਇਹ ਮੁਸੀਬਤ ਸਮਝਦੇ, ਕੋਈ ਮੁਸੀਬਤ ਨਹੀਂ ਹੈ। ਇਹਨਾਂ ਨੇ ਗਲਤੀ ਕੀਤੀ ਹੈ, ਨਹੀਂ ਕੀਤੀ, SSP ਸਾਹਿਬ ਨੂੰ ਜਾ ਕੇ ਕਹਿਣ, ਫੋਨ ਕਰਕੇ ਦੱਸੋ ਜੀ ਸਾਡੇ ਕਿਹੜੇ ਕਿਹੜੇ ਬੰਦੇ ਦਾ ਤੁਸੀਂ ਨਾਮ ਲਾ ਰਹੇ ਹੋ, ਆ ਸ਼ਨਾਖਤ ਕਰੋ, ਸਾਡੇ ਬੰਦੇ ਚੱਕੋ, ਅਸੀਂ ਪੇਸ਼, ਅਸੀਂ ਗਲਤੀ ਕੀਤੀ ਹੈ, ਸਾਨੂੰ ਗਲਤ ਬੋਲਿਆ, ਅਸੀਂ ਕੁੱਟ ਬੈਠੇ, ਗੱਲ ਖਤਮ, ਪਰਚਾ ਦਰਜ ਕਰਾ ਲਓ, ਜ਼ਮਾਨਤ ਕਰਾ ਲਓ। ਜੇ ਤੁਸੀਂ ਮਾਰ ਖਾਣੀ ਹੈ, ਇਹਨੂੰ ਬਣਾਉਣਾ ਕੰਮ ਨਹੀਂ। ਹਾਂਜੀ, ਮੈਨੂੰ ਲੱਗਦਾ ਜਿਵੇਂ ਗੁਰੂ ਵਿੱਚ ਕਹਿੰਦੇ ਆ ਕਿ ਭਈ ਅੱਗੋਂ ਦੇ ਜੇ ਚੇਤੀ ਹੈ ਤਾਂ ਕਾਇਤ ਮਿਲੇ ਸਜਾਏ। ਸ਼ਾਇਦ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਗੁਰੂ ਸਾਹਿਬ ਜੀ ਦਾ ਹੁਕਮ ਆਪਾਂ ਮੰਨੀਏ ਵੀ ਅੱਗੋਂ ਦੇ ਜੇ ਚੇਤੀ ਹੈ, ਵੀ ਆਉਣ ਵਾਲੇ ਸਮੇਂ ਦਾ ਥੋੜਾ ਜਿਹਾ ਪਹਿਲਾਂ ਧਿਆਨ ਰੱਖ ਲਈਏ, ਜਿਹੜਾ ਹੈਗਾ ਬਹੁਤ ਸਾਰੀਆਂ ਚੀਜ਼ਾਂ ਤੋਂ ਬਚਿਆ ਜਾ ਸਕਦਾ ਹੈਗਾ ਔਰ ਉਸ ਤਰੀਕੇ ਦੇ ਨਾਲ ਇੱਕ ਰਣਨੀਤੀ ਬਣਾਈ ਜਾ ਸਕਦੀ ਹੈ। ਸ਼ਾਇਦ ਤੁਸੀਂ ਇਦਾਂ ਦਾ ਕੁਝ ਕਹਿਣਾ ਚਾਹੁੰਦੇ ਹੋ। ਵਿਰਕ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਨੂੰ ਲੱਗਦਾ ਬਿਲਕੁਲ ਜਦੋਂ ਏਜੰਸੀ ਤੁਹਾਨੂੰ ਕਿਸੇ ਚਾਲ 'ਚ ਫਸਾਣਾ ਚਾਹੁੰਦੀਆਂ ਨੇ ਤਾਂ ਕੁੱਟ ਬੈਠੇ, ਬਿਲਕੁਲ ਉਹਨਾਂ ਦੇ ਭੜਕਾਇਆ ਹੀ ਕੁੱਟ ਬੈਠੇ। ਤੁਸੀਂ ਨਹੀਂ ਕੁੱਟਿਆ, ਤੁਹਾਡੇ ਤੇ ਇਲਜ਼ਾਮ ਲੱਗ ਗਿਆ। ਅਮਰਤਪਾਲ ਦੀ ਗੱਲ ਨੂੰ ਮੈਂ ਵੱਡੀ ਕਰਦਾ, ਉਹ ਕਹਿੰਦਾ ਜੀ ਮੇਰੇ ਤੇ ਛੱਡ ਦੇ, ਝੂਠਾ ਪਰਚਾ ਦਰਜ ਕਰਤਾ, ਮੇਰੇ ਤੇ ਝੂਠਾ ਕਰਤਾ, ਝੂਠਾ ਕੋਈ ਗੱਲ ਨਹੀਂ, ਤੁਸੀਂ ਕਹੋ ਜੀ ਪਰਚਾ ਦਰਜ ਕਰਤਾ, ਮੈਂ ਪੇਸ਼, ਜੋ ਬਣਦਾ ਕੋਰਟ 'ਚ ਭੇਜੋ, ਬੇਲ ਕਰਾ ਲਓ ਜੀ। ਜ਼ਰੂਰ ਤੁਸੀਂ ਕਹੋ ਵੀ ਅਸੀਂ ਪੰਜਾਬ ਪੁਲਿਸ ਨੇ ਝੂਠਾ ਪਰਚਾ ਦਰਜ ਕਰਤਾ, ਅਸੀਂ ਦੇਖ ਲਾਂਗੇ ਪੰਜਾਬ ਪੁਲਿਸ ਨੂੰ, ਇੱਥੇ ਸਾਰੇ ਪੰਜਾਬ ਤੋਂ ਯੂਥ ਪਹੁੰਚ ਜਾਵੇ ਤੇ ਕਰੋਗੇ ਕੀ? ਤੁਸੀਂ ਲੜ ਲਓਗੇ ਪੰਜਾਬ ਪੁਲਿਸ ਨਾਲ? ਪੰਜਾਬ ਪੁਲਿਸ ਨਹੀਂ ਲੜੇਗੀ, ਫਿਰ ਜਿਹੜਾ ਆਪਸੀ ਜਿਹੜੀ CRP ਆਏਗੀ, ਫਿਰ ਉੱਥੇ ਆਰਮੀ ਆਏਗੀ, ਕੀ ਕਰ ਲੋਗੇ? ਤੁਸੀਂ ਲੜ ਸਕਦੇ ਹੋ। ਤੁਸੀਂ ਇੱਕ ਪੀਸਫੁਲੀ ਜੰਗ ਅਜੇ ਸ਼ੁਰੂ ਕਰੋ, ਪੀਸਫੁਲੀ ਆਪਣਾ ਕਰੋ, ਆਰਗੇਨਾਈਜ਼ ਕਰੋ ਜਥੇਬੰਦੀ ਨੂੰ। ਏਦਾਂ ਨਹੀਂ ਹੁੰਦਾ, ਤੁਹਾਡੇ ਤੋਂ ਕੋਈ ਟੋਪ ਨਹੀਂ ਚੱਲ ਗਈ, ਕੋਈ ਏਡਾ ਵੱਡਾ ਪਰਚਾ ਦਰਜ ਨਹੀਂ ਹੋਗਾ, ਪਰ ਹੋ ਜਾਏਗਾ। ਤੁਸੀਂ ਆਪ ਹੀ ਕਰਾ ਲੈਣਾ, ਇਹਨਾਂ ਨੇ ਆਪ ਹੀ ਕਰਾ ਲੈਣਾ। ਜੋ ਇਹ ਅੱਜ ਬਿਆਨ ਦੇ ਰਿਹਾ, ਜਿੱਦਾਂ ਕਰ ਰਿਹਾ ਵੀ ਲੋਕ ਉੱਥੇ ਪਹੁੰਚ ਜਾਣ, ਮੈਂ ਤਾਂ ਹੈਰਾਨ ਆ। ਲੱਖਾ ਸਿਧਾਣਾ ਇੱਕ ਗੈਂਗਸਟਰ ਰਿਹਾ, ਉਹਨੂੰ ਪਤਾ ਪੁਲਿਸ ਕੀ ਕਰ ਰਹੀ ਹੈ, ਕਾਰ ਕਾਨੂੰਨ ਕੀ ਚੀਜ਼ ਹੈ, ਕੇਸਾਂ ਦਾ ਪਤਾ, ਪਰ ਉਹ ਕਾਲ ਦੇ ਰਿਹਾ ਕਿ ਉੱਥੇ ਪਹੁੰਚ ਜਾਵੋ। ਮੂਰਖਤਾ ਵਾਲੀ ਗੱਲ। ਇਹਦੇ ਪਿੱਛੇ ਵੀ ਕੀ ਹੈ, ਇਹ ਕੀ ਸੱਚਾਈ ਹੈ ਕਿ ਉੱਥੇ ਜਾ ਕੇ ਜੇ ਕੋਈ ਬੰਦਾ ਇੱਕ ਨੇ ਵੀ ਸ਼ਰਾਰਤ ਕਰਤੀ, ਉਹ ਕੀ ਪਤਾ ਕਿਸੇ ਕੋਲ ਕੀ ਹੈ। ਜੀ ਜੀ, ਹੁੰਦਾ ਸੀਗਾ ਪਹਿਲਾਂ ਵੀ, ਇਹੀ ਹੁੰਦਾ ਸੀਗਾ, ਇੱਕ ਅੱਧਾ ਬੰਦਾ ਵਿੱਚੋਂ ਕੋਈ ਹਵਾਈ ਫਾਇਰ ਕਰ ਦੇਵੇ ਜਾਂ ਕੋਈ ਪੱਥਰ ਮਾਰ ਦੇਵੇ ਤਾਂ ਫਿਰ ਨੁਕਸਾਨ ਹੋ ਜਾਂਦਾ ਜੀ। ਬਿਲਕੁਲ, ਕੀ ਦਾ ਕੀ ਬਣ ਜਾਂਦਾ ਉੱਥੇ। ਤੁਸੀਂ ਮਤਲਬ ਹੀ ਕੋਈ ਨਹੀਂ, ਸਾਡੀ ਤਾਂ ਲੜਾਈ ਕੋਈ ਨਹੀਂ ਨਾ ਪੰਜਾਬ ਪੁਲਿਸ ਨਾਲ, ਨਾ ਸਰਕਾਰ ਨਾਲ, ਪੰਜਾਬ ਸਰਕਾਰ ਨਾਲ, ਨਾ ਪੰਜਾਬ ਪੁਲਿਸ ਨਾਲ। ਲੜਾਈ ਤਾਂ ਇੱਕੋ ਬੰਦੇ ਨਾਲ ਹੈ ਜਿਹਨੇ ਗਲਤ ਪੋਸਟਾਂ ਪਾਈਆਂ, ਉਹਨੂੰ ਤੁਸੀਂ ਕੁੱਟ ਲਿਆ ਜੀ, ਤੇ ਕੁੱਟ ਲਿਆ ਤੇ ਕਾਨੂੰਨ ਆਪਣਾ ਕੰਮ ਕਰਦਾ। ਤੁਸੀਂ ਕਹੋ ਜੀ ਅਸੀਂ ਕੁੱਟ ਬੈਠੇ ਆ, ਸਾਨੂੰ ਜੋ ਸਜ਼ਾ ਬਣਦੀ ਦੇ ਦਿਓ। ਵਾਕਈ ਮੈਨੂੰ ਲੱਗਦਾ ਸਿੰਘ ਖਾਲਸਾ ਭਿੰਡਰਾਂਵਾਲੇ ਜਿਨ੍ਹਾਂ ਦਾ ਤੁਸੀਂ ਸਾਥ ਵੀ ਜ਼ਰੂਰ ਮਾਣਿਆ ਹੈਗਾ, ਔਰ ਉਹ ਵੀ ਮੈਨੂੰ ਲੱਗਦਾ ਕਿ ਇਦਾਂ ਦੀ ਗੱਲ ਕਰਦੇ ਹੁੰਦੇ ਸੀਗੇ ਕਿ ਜੇ ਸਿੱਖ ਆਪਸ ਵਿੱਚ ਇੱਕ ਦੂਜੇ ਨਾਲ ਕੋਈ ਮਾੜੀ ਮੋਟੀ ਗੱਲ ਹੁੰਦੀ ਹੈ ਤਾਂ ਉਹਨੂੰ ਅਵੋਇਡ ਕਰੋ, ਉਹਨੂੰ ਨਜ਼ਰਅੰਦਾਜ਼ ਕਰੋ, ਤੇ ਜਿਹੜੀ ਆਪਣੀ ਤੁਹਾਡੀ ਲੜਾਈ ਹੈਗੀ ਆ ਉਹ ਸਿੱਧੀ, ਜੇ ਮੰਨਦੇ ਹੋ ਕਿ ਦਿੱਲੀ ਦੇ ਨਾਲ ਸਾਡੀ ਲੜਾਈ ਹੈ ਤਾਂ ਆਪਣੀ ਲੜਾਈ ਦਾ ਨਿਸ਼ਾਨਾ ਜਿਹੜਾ ਹੈਗਾ ਉਹ ਸਿੱਧਾ ਦਿੱਲੀ ਵੱਲ ਕੇਂਦਰਿਤ ਰੱਖੋ। ਸ਼ਾਇਦ ਤੁਸੀਂ ਇਹੀ ਕਹਿਣਾ ਚਾਹੁੰਦੇ ਹੋ। ਵਿਰਕ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਉਮੀਦ ਕਰਦਾ ਕਿ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਨੇ, ਆਪਾਂ ਉਮੀਦ ਕਰਦੇ ਹਾਂ ਕਿ ਜ਼ਰੂਰ ਭਾਈ ਅਮਰਤਪਾਲ ਸਿੰਘ ਤੱਕ ਇਹ ਸਾਰੀਆਂ ਗੱਲਾਂ ਜਾਣ, ਔਰ ਆਪਾਂ ਉਮੀਦ ਕਰਦੇ ਹਾਂ ਕਿ ਜਦੋਂ ਉਹਨਾਂ ਦੀ ਐਂਟਰੀ ਹੋਈ ਸੀ ਪੰਜਾਬ ਦੇ ਵਿੱਚ ਤਾਂ ਉਸ ਵੇਲੇ ਦੁਨੀਆ ਭਰ ਵਿੱਚ ਵਸਦੇ ਸਿੱਖ ਜਿੱਦਾਂ ਇੱਕ ਆਸ ਲਾ ਕੇ ਬੈਠੇ ਸੀਗੇ, ਔਰ ਅੱਜ ਵੀ ਸ਼ਾਇਦ ਆਸਾਂ ਲਾ ਕੇ ਬੈਠੇ ਨੇ ਕਿ ਭਾਈ ਅਮਰਤਪਾਲ ਸਿੰਘ ਹੋਰੀ ਇੱਕ ਪਲਟਾ ਲੈ ਕੇ ਆਉਣਗੇ। ਜਿਹੜੀ ਇੱਕ ਖੜੋਤ ਆ ਗਈ ਸੀਗੀ, ਉਸ ਖੜੋਤ ਨੂੰ ਉਹਨਾਂ ਨੇ ਭੰਨਣ ਦਾ ਯਤਨ ਕੀਤਾ ਔਰ ਖੜੋਤ ਤੋਂ ਭੱਜੀ ਨਜ਼ਰ ਆਉਂਦੀ ਵੀ ਹੈਗੀ ਆ। ਪਰ ਜਿਵੇਂ ਭਾਈ ਸਾਹਿਬ ਦਾ ਕਹਿਣਾ ਹੈਗਾ, ਵਿਰਕ ਸਾਹਿਬ ਦਾ, ਤੁਸੀਂ ਵੀ ਦਰਸ਼ਕੋ ਜ਼ਰੂਰ ਕਮੈਂਟ ਕਰਕੇ ਆਪਣੀ ਰਾਏ ਦਿਓ। ਜਿਵੇਂ ਵਿਰਕ ਸਾਹਿਬ ਦਾ ਕਹਿਣਾ ਹੈਗਾ ਕਿ ਉਹਨਾਂ ਨੂੰ ਸਿਆਣੇ ਸੂਝਵਾਨਾਂ ਦੀ ਇੱਕ ਟੀਮ ਆਪਣੇ ਨਾਲ ਰੱਖਣੀ ਚਾਹੀਦੀ ਹੈ, ਵਧੀਆ ਸਲਾਹਕਾਰ ਆਪਣੇ ਨਾਲ ਰੱਖਣੇ ਚਾਹੀਦੇ ਆ, ਤੇ ਇੱਕ ਵਧੀਆ ਰਣਨੀਤੀ ਬਣਾ ਕੇ ਆਪਣਾ ਨਿਸ਼ਾਨਾ, ਆਪਣੀ ਲੜਾਈ ਦਾ ਨਿਸ਼ਾਨਾ ਉੱਧਰ ਹੀ ਰੱਖਣਾ ਚਾਹੀਦਾ ਹੈਗਾ ਜਿੱਧਰ ਰੱਖਣ ਦੀ ਗੱਲ ਉਹ ਆਪ ਵੀ ਆਪਣੀਆਂ ਸਪੀਚਾਂ ਦੇ ਵਿੱਚ ਕਰਦੇ ਹੁੰਦੇ ਨੇ। ਤੁਸੀਂ ਵੀ ਦਰਸ਼ਕੋ ਜ਼ਰੂਰ ਰਾਏ ਦਿਓ। ਵਿਰਕ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।